ਕਾਲਜ ਡਿਪਟੀ ਪ੍ਰਿੰਸੀਪਲ ਡਾਕਟਰ ਜਸਲੀਨ ਕੌਰ, ਸਟਾਫ ਸਾਥੀ ਤੇ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। As we all know that why we are gathered here, it is a matter of immense pride and inspiration for us to welcome Simran, who has turned determination into distinction by securing All India rank 15 in UPSC. Your journey is not a personal achievement, Simran, but a guiding light for countless aspirants who dream of serving the nation through civil services. Your success story reassures every student sitting here that with the right mindset and consistent effort, even the most ambitious goals are within reach. We believe your insights, strategies, and experiences will greatly motivate and guide our students in their own preparation journey. On behalf of the entire institution, I extend a warm welcome and express our gratitude for taking the time to share your valuable experiences with us. ਇਸ ਦੇ ਨਾਲ ਹੀ ਮੈਂ ਸਭ ਤੋਂ ਪਹਿਲਾਂ ਡਿਪਟੀ ਪ੍ਰਿੰਸੀਪਲ ਮੈਮ ਡਾਕਟਰ ਜਸਲੀਨ ਕੌਰ ਨੂੰ ਸੱਦਾ ਦੇਵਾਂਗਾ ਕਿ ਉਹ ਜਿਹੜਾ ਲੈਕਚਰ ਦੇ ਇਸ ਦੀ ਸ਼ੁਰੂਆਤ ਕਰਨ। ਥੈਂਕ ਯੂ। ਥੈਂਕ ਯੂ ਬੇਟੇ। ਗੁੱਡ ਮਾਰਨਿੰਗ। ਕਈ ਵਾਰੀ ਕਈ ਫੀਲਿੰਗਸ ਐਕਸਪ੍ਰੈਸ ਕਰਨੀਆਂ ਬੜੀਆਂ ਮੁਸ਼ਕਿਲ ਹੁੰਦੀਆਂ ਔਰ ਦਿਸ ਇਜ਼ ਵਨ ਆਫ ਦਾ ਫੀਲਿੰਗ। ਇੰਨਾ ਜ਼ਿਆਦਾ ਅੱਛਾ ਮਹਿਸੂਸ ਹੁੰਦਾ ਜਦੋਂ ਵੀ ਸਿਮਰਨ ਦਾ ਨਾਮ ਹੁੰਦਾ, ਕਿਤੇ ਵੀ ਗੱਲ ਹੁੰਦੀ ਹੈ ਸਿਮਰਨ ਦੀ, ਕਿਤੇ ਵੀ ਜਾਓ। ਮੈਂ ਇਹਨਾਂ ਨੂੰ ਪਿਛਲੀ ਵਾਰੀ ਵੀ ਦੱਸਿਆ ਸੀ, ਮੈਂ ਉਹ ਕਿਤੇ ਰਾਜਸਥਾਨ ਦੇ ਬਾਰਡਰ 'ਤੇ ਕਿਤੇ ਗਈ, ਉੱਥੇ ਵੀ ਮੈਨੂੰ ਕਿਸੇ ਨੇ ਕਿਹਾ ਤੁਸੀਂ ਖਾਲਸਾ ਕਾਲਜ 'ਚੋਂ, ਸਿਮਰਨ ਤੁਹਾਡੇ ਕਾਲਜ 'ਚੋਂ ਹੈ, ਤੁਸੀਂ ਉਹਨੂੰ ਮਿਲੇ ਹੋ। ਮਤਲਬ ਆਈ ਫੀਲ ਸੋ ਗੁੱਡ ਦੈਟ ਯੂ ਹੈਵ ਬਿਕਮ ਸੋ ਇੰਪੋਰਟੈਂਟ ਕਿ ਲੋਕ ਮੈਨੂੰ ਇੰਪੋਰਟੈਂਟ ਇਸ ਗੱਲ 'ਚ ਸਮਝ ਰਹੇ ਕਿ ਇਹ ਸਿਮਰਨ ਨੂੰ ਮਿਲੇ ਹੋਏ ਹੈ। ਡੂ ਯੂ ਅੰਡਰਸਟੈਂਡ ਦੈਟ? ਯੂ ਮਸਟ ਨੋ ਯੋਰ ਵੈਲਿਊ। ਸੋ ਇਹ ਜਿਹੜੀ ਵੈਲਿਊ ਕ੍ਰੀਏਸ਼ਨ ਹੈ, ਕੈਪੈਸਿਟੀ, ਕੈਪੇਬਿਲਿਟੀ ਹਰੇਕ 'ਚ ਹੁੰਦੀ ਹੈ, ਠੀਕ ਹੈ ਨਾ। ਵਾਹਿਗੁਰੂ ਨੇ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਬਣਾਇਆ, ਸਾਰਿਆਂ 'ਚ ਇੱਕੋ ਜਿਹੇ ਮਸਲਸ ਹੈ। ਆਪਣੇ ਕੋਲ ਸਪੋਰਟਸ ਦੇ ਬੱਚੇ ਬੈਠੇ ਹੈ, ਇਹ ਨਹੀਂ ਹੈ ਕਿ ਇਹਦੇ 'ਚ ਜ਼ਿਆਦਾ ਮਸਲਸ ਲੱਗੇ ਹੋਏ ਹੈ ਅਤੇ ਜ਼ਿਆਦਾ ਭੱਜ ਲੈਂਦੀ ਹੈ, ਜ਼ਿਆਦਾ ਅੱਛੀ ਤਰ੍ਹਾਂ ਗੇਮ ਖੇਲ ਲੈਂਦੀ ਹੈ। ਓਨਲੀ ਥਿੰਗ ਇਜ਼ with exercise, with dedication, with discipline, she has activated all her muscles. ਠੀਕ ਹੈ। ਅਸੀਂ ਲੋਕਾਂ ਨੇ ਆਪਣੇ ਮਸਲਸ ਨੂੰ ਐਕਟੀਵੇਟ ਨਹੀਂ ਕੀਤਾ ਹੋਇਆ। ਸਿਮਿਲਰਲੀ ਆਪਣਾ ਬ੍ਰੇਨ ਹੈ, ਹਰੇਕ ਨੂੰ ਵਾਹਿਗੁਰੂ ਨੇ ਉਸੀ ਤਰ੍ਹਾਂ ਨਾਲ ਦਿਮਾਗ ਦਿੱਤਾ, ਠੀਕ ਹੈ। ਕਈ ਟੀਚਰ ਸਾਡੇ ਟਾਈਮ ਵੀ ਕਹਿ ਦਿੰਦੇ ਹੁੰਦੇ ਸੀ ਤੁਹਾਡਾ ਦਿਮਾਗ ਨਹੀਂ ਹੈਗਾ। ਮੈਨੂੰ ਬੜਾ ਬੁਰਾ ਲੱਗਦਾ ਹੁੰਦਾ ਸੀ। ਇੱਥੇ ਮੇਰਾ ਸਟੂਡੈਂਟ ਵੀ ਬੈਠਾ ਇੱਕ, ਮੈਂ ਕਦੀ ਕਲਾਸ 'ਚ ਇਹ ਗੱਲ ਨਹੀਂ ਕਹੀ ਵੀ ਤੁਹਾਡਾ ਦਿਮਾਗ ਨਹੀਂ ਹੈ, ਕਿਉਂਕਿ ਉਹ ਵਾਹਿਗੁਰੂ ਦੀ ਤੋਹੀਨ ਹੈ। ਹਰ ਇਨਸਾਨ ਖੂਬਸੂਰਤ ਹੈ ਕਿਉਂਕਿ ਉਹਨੂੰ ਵਾਹਿਗੁਰੂ ਨੇ ਬਣਾਇਆ। ਹਰ ਇਨਸਾਨ ਦੇ ਕੋਲ ਦਿਮਾਗ ਹੈ ਕਿਉਂਕਿ ਉਹ ਵੀ ਵਾਹਿਗੁਰੂ ਨੇ ਬਣਾਇਆ। ਬਟ ਆਪਾਂ ਕਿੱਥੇ ਕਮੀ ਖਾ ਜਾਂਦੇ ਹਾਂ? ਆਪਾਂ ਉਹਨੂੰ ਇਸਤੇਮਾਲ, ਐਕਟੀਵੇਟ ਕਰਨ 'ਤੇ ਕਮੀ ਖਾਂਦੇ ਹਾਂ, ਠੀਕ ਹੈ ਨਾ। ਅਗਰ ਆਪਾਂ ਆਪਣੀ ਕੈਪੇਬਿਲਿਟੀਜ਼ ਨੂੰ ਰੈਕਗਨਾਈਜ਼ ਕਰਾਂਗੇ ਤਾਂ ਆਪਾਂ ਕੁਛ ਵੀ ਕਰ ਸਕਦੇ ਹਾਂ। ਦੇਰ ਇਜ਼ ਨੋ ਲਿਮਿਟ, ਬਟ ਦੈਨ ਯੂ ਹੈਵ ਟੂ ਕ੍ਰੀਏਟ ਦੈਟ ਕੌਨਫੀਡੈਂਸ ਇਨ ਯੋਰ ਸੈਲਫ ਕਿ ਆਈ ਕੈਨ ਡੂ ਇਟ। ਔਰ ਜਦੋਂ ਆਪਾਂ ਇਹ ਕਹਿੰਦੇ ਹਾਂ ਵੀ ਆਈ ਕੈਨ ਡੂ ਇਟ, ਦੈਨ ਵੀ ਨੀਡ ਐਨ ਐਗਜ਼ਾਮਪਲ। ਕਈ ਵਾਰੀ ਆਪਾਂ ਵੱਡੇ ਵੱਡੇ ਲੋਕਾਂ ਦੀਆਂ ਗੱਲਾਂ ਆਪਾਂ ਨੂੰ ਲੱਗਦੀਆਂ ਵੀ ਇਹ ਤਾਂ ਐਡੇ ਵੱਡੇ ਘਰ ਦਾ ਹੈ, ਇਹ ਤਾਂ ਜੀ ਪਹਿਲਾਂ ਹੀ ਬੜਾ ਸੁਪਰ ਟੌਪਰ ਸੀਗਾ, ਜਾਂ ਇਹ ਬੜਾ ਪਹਿਲਾਂ ਤੋਂ ਹੀ ਐਕਸਪੀਰੀਅੰਸਡ ਹੈ ਤਾਂ ਇਹਨੇ ਕਰ ਲਿਆ। ਅਤੇ ਜਦੋਂ ਆਪਣੇ ਕੋਲ ਐਗਜ਼ਾਮਪਲ ਹੁੰਦੀ ਹੈ ਕਿ ਆਪਾਂ ਕਿਸੇ ਵੀ ਸਟੇਜ ਦੇ ਉੱਤੇ ਆਪਣੇ ਆਪ ਨੂੰ ਗਰੂਮ ਕਰ ਸਕਦੇ ਹਾਂ, ਦੈਨ ਸਿਮਰਨ ਇਜ਼ ਅ ਵੈਰੀ ਗੁੱਡ ਐਗਜ਼ਾਮਪਲ ਫॉर ਅਸ ਕਿ ਉਹਨੇ ਪੜ੍ਹਦੇ ਹੋਏ ਆਪਣਾ ਪੂਰਾ ਕੰਸਨਟ੍ਰੇਸ਼ਨ ਜਿਹੜਾ ਹੈ ਉਹ ਇਸ ਚੀਜ਼ 'ਤੇ ਲਗਾਇਆ। ਪਹਿਲਾਂ ਤਾਂ ਅਫਕੋਰਸ ਆਈ ਥਿੰਕ ਸ਼ੀ ਵਿਲ ਟੈਲ ਯੂ ਹੈਵਿੰਗ ਅ ਗੋਲ ਇਜ਼ ਮੋਸਟ ਇੰਪੋਰਟੈਂਟ ਥਿੰਗ ਐਂਡ ਆਲਵੇਜ਼ ਥਿੰਕ ਬਿਗ। ਇਹ ਵੈਸੇ ਤਾਂ ਕੋਟ ਧੀਰੂ ਭਾਈ ਅੰਬਾਨੀ ਦਾ ਸਭ ਤੋਂ ਜ਼ਿਆਦਾ ਚੱਲਦਾ ਹੈ ਕਿ ਹੀ ਯੂਜ਼ ਟੂ ਸੇ ਥਿੰਕ ਬਿਗ, ਐਟਲੀਸਟ ਥਿੰਕ ਬਿਗ, ਠੀਕ ਹੈ ਨਾ। ਸੋਚੋਗੇ ਅੱਛਾ ਤਾਂ ਫਿਰ ਉਹਦੇ ਤਰਫ ਜਾਣਾ ਸ਼ੁਰੂ ਕਰੋਗੇ। ਲੋਕ ਤੁਹਾਡੇ 'ਤੇ ਹੱਸਣਗੇ, ਤੁਹਾਡਾ ਮਜ਼ਾਕ ਉਡਾਉਣਗੇ, ਤੁਹਾਨੂੰ ਕਹਿਣਗੇ ਅੱਛਾ ਅਸੀਂ ਤਾਂ ਕੈਂਟੀਨ 'ਚ ਬੈਠੇ, ਤੁਸੀਂ ਕਲਾਸ 'ਚ ਬੈਠੇ ਹੋ, ਤੁਸੀਂ ਆ ਬੈਗ ਚੱਕ ਕੇ ਆਏ ਹੋ। ਮੁੰਡਿਆਂ 'ਚ ਤਾਂ ਬੜਾ ਹੀ ਹੁੰਦਾ ਹੈ ਨਾ। ਲੈਟ ਦੈਮ ਲਾਫ। ਹੁਣ ਉਹ ਪਹਿਲਾਂ ਸ਼ੁਰੂ 'ਚ ਇਹਦੇ 'ਤੇ ਵੀ ਕਈ ਕਹਿੰਦੇ ਹੋਣੇ ਵੀ ਕੀ ਪੜ੍ਹੀ ਜਾਂਦੀ ਹੈ ਨਾ। ਹੁਣ ਇਹ ਹੱਸਦੀ ਹੈ ਅਤੇ ਉਹ ਸੋਚਦੇ ਹੋਣੇ ਕਿਉਂ ਸਿਮਰਨ, ਯਾ। So you should be so focused on your goals.
ਸੋ ਡੈਡੀਕੇਟਿਡ ਟੂਵਰਡਸ ਯੋਰ ਗੋਲਸ ਕਿ ਤੁਹਾਨੂੰ ਫਿਰ ਕੁਛ ਜਿਹੜਾ ਹੈ ਕੋਈ ਤੁਹਾਨੂੰ ਹਿਲਾ ਨਾ ਸਕੇ ਉਸ ਤੋਂ ਬਾਅਦ ਤੁਸੀਂ ਆਪਣੀ ਕਿੰਨੀ ਮਿਹਨਤ ਕਰਨੀ ਹੈ ਤੁਹਾਡੇ ਤੇ ਹੈ। ਐਂਡ ਜਸਟ ਡੋਂਟ ਥਿੰਕ ਯੂ ਕਾਂਟ ਡੂ ਇਟ, ਇਹ ਤਾਂ ਸੋਚਣਾ ਹੀ ਨਹੀਂ ਹੈ। ਗॉट इट? So I really welcome you, Simran. We are very happy that you are here, and every moment we are very proud of you. And ਕਿਉਂਕਿ ਹੁਣ ਤੱਕ ਵੀ ਅਸੀਂ ਤੁਹਾਡੇ ਜਿਹੜੇ ਇੰਟਰਵਿਊਜ਼ ਹੈ ਉਹ ਦੇਖਦੇ ਰਹਿੰਦੇ ਹਾਂ ਔਰ ਬੜਾ ਅੱਛਾ ਲੱਗਦਾ ਹੈ ਕਿ ਤੁਸੀਂ ਖਾਲਸਾ ਕਾਲਜ ਨੂੰ ਐਕਨੋਲੇਜ ਵੀ ਕਰਦੇ ਹੋ, ਬਿਕੋਜ਼ ਆਈ ਹੈਵ ਸੀਨ ਸਮ ਪੀਪਲ ਮੂਵਿੰਗ ਟੂ ਵੈਰੀ ਹਾਈ ਪੋਜੀਸ਼ਨਸ ਔਰ ਉਹ ਨਾਮ ਹੀ ਲੈਣਾ ਬੰਦ ਕਰ ਦਿੰਦੇ ਆ ਵੀ ਕਿੱਥੇ ਪੜ੍ਹੇ ਹੈ, which is I feel is very nice on your part that you acknowledge that you're the student of Khalsa College Patiala. ਔਰ ਤੁਸੀਂ ਆਏ ਵੀ ਦੁਬਾਰਾ ਸਾਡੇ ਕੋਲ ਹੈ ਨਾ, ਅਤੇ ਐਂਡ ਇਟ ਇਜ਼ ਆਈ ਫੀਲ ਨਾਓ ਆਈ ਵਾਜ਼ ਟੈਲਿੰਗ ਹਰ ਕਿ ਤੁਸੀਂ ਹਾਲੇ ਵੀ ਜਦੋਂ ਮੈਂ ਤੁਹਾਡੀਆਂ ਵੀਡੀਓਜ਼ ਦੇਖਦੀ ਹਾਂ ਜਾਂ ਜਿਹੜਾ ਔਨਲਾਈਨ ਤੁਹਾਡਾ ਦੇਖਦੀ ਹਾਂ ਮੈਂ ਇੰਟਰੈਕਸ਼ਨਸ ਔਨ ਮੀਡੀਆ, ਯੂ ਆਰ ਮੇਨਟੇਨਿੰਗ ਯੋਰ ਸਿੰਪਲਿਸਿਟੀ ਐਂਡ ਔਥੈਂਟਿਸਿਟੀ ਵਿਚ ਇਜ਼ ਵੈਰੀ ਇੰਪੋਰਟੈਂਟ। ਔਥੈਂਟਿਸਿਟੀ ਆਪਣੀ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ। ਆਈ ਵਾਜ਼ ਟੈਲਿੰਗ ਹਰ ਕੀਪ ਦੈਟ ਵਿਦ ਯੂ ਆਲਵੇਜ਼। ਇਹ ਤੇਰਾ ਗਹਿਣਾ ਹੈ ਸਭ ਤੋਂ ਸੋਹਣਾ, jewelry ਹੈ ਤੇਰੀ ਇਹ ਸਭ ਤੋਂ ਸੋਹਣੀ ਹੈ ਨਾ, you don't need more than that. So I'm sure she will inspire you today to fulfill your dreams. And she's been telling us ਕਿ ਇਹਨਾਂ ਨੇ ਗਰੁੱਪ ਵੀ ਬਣਾਇਆ ਹੋਇਆ ਜਿਸ 'ਤੇ ਬੱਚੇ ਜਿਹੜੇ ਹੈ ਪਰਸਨਲ ਔਰ ਇੰਡੀਵਿਜੂਅਲ ਲੈਵਲ 'ਤੇ ਵੀ ਇਹਨਾਂ ਨਾਲ ਇੰਟਰੈਕਟ ਕਰਕੇ ਇਹਨਾਂ ਤੋਂ ਗਾਈਡੈਂਸ ਲੈਂਦੇ ਆ। ਸੋ ਵਨਸ ਅਗੇਨ ਲੈਟਸ ਕਲੈਪ ਫॉर ਹਰ ਫਰਸਟ। And I wish to stand here again and again and again for you people also. God bless you all. Thank you. ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਹੁਣ ਅਸੀਂ ਸਿਮਰਨਦੀਪ ਕੌਰ ਦਾ ਕਿਤਾਬਾਂ ਦਾ ਸੈੱਟ ਦੇ ਕੇ ਮਾਣ ਮਹਿਸੂਸ ਕਰਾਂਗੇ। ਹੁਣ ਮੈਂ ਸੱਦਾ ਦੇਣਾ ਚਾਹਾਂਗਾ ਸਿਮਰਨਦੀਪ ਕੌਰ ਨੂੰ ਕਿ ਉਹ ਇਸ 'ਤੇ ਆਵੇ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੇ। ਸਿਮਰਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਸਿਮਰਨਦੀਪ ਕੌਰ ਹੈ ਅਤੇ ਮੈਂ ਇਸ ਸਾਲ ਦੀ UPSC ਦੀ ਪ੍ਰੀਖਿਆ ਦੇ ਵਿੱਚ ਆਲ ਇੰਡੀਆ ਰੈਂਕ 15 ਹਾਸਲ ਕੀਤਾ ਹੈ ਅਤੇ ਮੈਂ ਇਸੇ ਕਾਲਜ ਦੀ ਵਿਦਿਆਰਥਣ ਹਾਂ। ਮੈਂ ਇੱਥੋਂ BA ਅਤੇ MA ਕਰੀ ਹੈ, MA ਪੋਲੀਟੀਕਲ ਸਾਇੰਸ। ਅਤੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਨਾਲ ਆਪਣੀ UPSC ਦੀ ਜਰਨੀ ਸ਼ੇਅਰ ਕਰਨ ਆਈ ਹਾਂ ਤਾਂ ਕਿ ਉਸ ਤੋਂ ਸਿੱਖ ਕੇ ਤੁਸੀਂ ਵੀ ਗਾਈਡੈਂਸ ਲੈ ਸਕੋ, ਇੰਸਪਾਇਰ ਹੋ ਸਕੋ ਅਤੇ UPSC ਦੇ ਨਾਲ ਨਾਲ ਹੋਰ ਵੀ ਜਿੰਨੇ ਵੀ ਆਪਣੀ ਓਪਰਚੁਨਿਟੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਆਪਣਾ ਐਫਰਟਸ ਪਾ ਕੇ ਸਕਸੈਸ ਹਾਸਲ ਕਰ ਸਕੋ। ਬਟ ਉਸ ਤੋਂ ਪਹਿਲਾਂ ਜਿਵੇਂ ਮੈਮ ਕਹਿ ਰਹੇ ਸੀ ਕਿ ਅੱਜ ਦਾ ਜਿਹੜਾ ਟਾਈਮ ਹੈ ਉਸ ਦੇ ਵਿੱਚ ਸਾਨੂੰ ਲਿਮਿਟਿਡ ਨਹੀਂ ਰਹਿਣਾ ਚਾਹੀਦਾ ਹੈ, ਆਪਣੇ ਐਫਰਟਸ ਪਾਉਣੇ ਚਾਹੀਦੇ ਨੇ। ਤਾਂ ਉਸ ਚੀਜ਼ ਨੂੰ ਇਲਸਟ੍ਰੇਟ ਕਰਨ ਦੇ ਲਈ ਸੁਖਵਿੰਦਰ ਅੰਮ੍ਰਿਤ ਮੈਮ ਦੀਆਂ 2 ਲਾਈਨਾਂ ਨੇ ਜੋ ਜਿਹਦੇ ਨਾਲ ਮੈਂ ਆਪਣੀ ਗੱਲ ਸ਼ੁਰੂ ਕਰਨਾ ਚਾਹਾਂਗੀ। ਉਹ ਕਹਿੰਦੇ ਹਨ ਕਿ ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ ਅਤੇ ਵਗਦੀਆਂ ਨਦੀਆਂ ਨੂੰ ਸਾਗਰ ਮਿਲ ਹੀ ਜਾਂਦੇ ਨੇ। ਦੈਟ ਮੀਨਸ ਕਿ ਜੇ ਤੁਸੀਂ ਐਫਰਟਸ ਪਾਉਂਦੇ ਰਹੋਗੇ, ਕੋਸ਼ਿਸ਼ ਕਰਦੇ ਰਹੋਗੇ ਤਾਂ ਤੁਹਾਨੂੰ ਤੁਹਾਡਾ ਮੁਕਾਮ ਬਿਲਕੁਲ ਮਿਲੇਗਾ। ਬਟ ਜੇ ਤੁਸੀਂ ਕੋਸ਼ਿਸ਼ ਕਰਨੀ ਬੰਦ ਕਰਤੀ ਤਾਂ ਮੇਬੀ ਤੁਹਾਡਾ ਉਹ ਵਹਾਅ ਜਿਹੜਾ ਹੈ ਉਹ ਰੁਕ ਜਾਵੇਗਾ। ਸੋ ਰੁਕਣਾ ਬਿਲਕੁਲ ਵੀ ਨਹੀਂ ਹੈ। ਤਾਂ ਉਸ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਣੇ ਦਿਮਾਗ ਦੇ ਵਿੱਚ ਗੋਲ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਮੈਮ ਨੇ ਕਿਹਾ ਨਾ, ਥਿੰਕ ਬਿਗ ਔਰ ਹੈਵ ਬਿਗ ਡਰੀਮਸ। ਸਭ ਤੋਂ ਪਹਿਲਾਂ ਤਾਂ ਆਪਣੇ ਮਨ ਦੇ ਵਿੱਚ ਇੱਕ ਸੁਪਨਾ ਹੋਣਾ ਚਾਹੀਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਬਣਨਾ ਚਾਹੁੰਦੀ ਹਾਂ ਜਾਂ ਚਾਹੁੰਦਾ ਹਾਂ। ਅਤੇ ਉਸ ਦੇ ਲਈ ਤੁਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਕਰੋ, ਲਗਨ ਦੇ ਨਾਲ ਮਿਹਨਤ ਕਰੋ ਅਤੇ ਮਿਹਨਤ ਕਦੇ ਵੀ ਖਾਲੀ ਨਹੀਂ ਜਾਂਦੀ। ਉਸ ਦਾ ਫਲ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਦੇਰ ਨਾਲ ਮਿਲੇ ਚਾਹੇ ਕਿਸੇ ਹੋਰ ਰੂਪ ਦੇ ਵਿੱਚ ਮਿਲਦਾ ਜ਼ਰੂਰ ਹੈ। ਅਤੇ ਮੇਰੀ ਜੋ UPSC ਦੀ ਜਰਨੀ ਰਹੀ ਹੈ ਉਹ ਮੈਂ ਪਹਿਲੇ ਅਟੈਂਪਟ 'ਚ ਨਹੀਂ ਕੁਆਲੀਫਾਈ ਕਰਿਆ। ਇਟ ਵਾਜ਼ ਮਾਈ 4th ਅਟੈਂਪਟ ਅਤੇ 4 ਅਟੈਂਪਟਸ ਦੇ ਵਿੱਚ ਮੈਂ ਇਹੀ ਸਿੱਖਿਆ ਕਿ ਜੇ ਮੈਂ ਤੀਸਰੇ ਅਟੈਂਪਟ ਤੋਂ ਬਾਅਦ ਹਾਰ ਮੰਨ ਕੇ ਬੈਠ ਜਾਂਦੀ ਕਿ ਸ਼ਾਇਦ ਹੁਣ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ ਅਤੇ ਮੈਂ ਅੱਗੇ ਕੋਸ਼ਿਸ਼ ਨਾ ਕਰਦੀ ਤਾਂ ਅੱਜ ਤੁਹਾਡੇ ਸਾਹਮਣੇ ਐਵੇਂ ਨਹੀਂ ਬੋਲ ਰਹੀ ਹੁੰਦੀ। ਸੋ
ਉਸ ਤੋਂ ਆਪਾਂ ਇਹੀ ਸਿੱਖ ਸਕਦੇ ਹਾਂ ਕਿ ਹਾਰ ਜਾਣਾ ਜਾਂ ਅਸਫਲਤਾਵਾਂ ਦਾ ਆਉਣਾ ਜਾਂ ਚੁਣੌਤੀਆਂ ਦਾ ਆਉਣਾ ਉਹ ਕੋਈ ਬੁਰੀ ਗੱਲ ਨਹੀਂ ਹੈ, ਪਰ ਉਸ ਤੋਂ ਬਾਅਦ ਤੁਸੀਂ ਉਹਨੂੰ ਮੰਨ ਕੇ ਬੈਠ ਜਾਣਾ ਕਿ ਸ਼ਾਇਦ ਮੈਂ ਤਾਂ ਕੁਝ ਕਰ ਨਹੀਂ ਸਕਦੀ ਜਾਂ ਮੇਰੇ ਤੋਂ ਹੋਣਾ ਨਹੀਂ, ਉਹ ਚੀਜ਼ ਗਲਤ ਹੈ। ਆਪਣੇ ਆਪ ਨੂੰ ਘੱਟ ਕਦੇ ਨਹੀਂ ਸਮਝਣਾ। ਸਾਡੇ ਸਾਰਿਆਂ ਦੇ ਵਿੱਚ ਕੁਛ ਨਾ ਕੁਛ ਕਰਨ ਦੀ ਕੈਪੇਬਿਲਿਟੀ ਹੈ, ਉਸ ਨੂੰ ਅੰਡਰਸਟੈਂਡ ਕਰੋ, ਰਿਅਲਾਈਜ਼ ਕਰੋ ਐਂਡ ਐਫਰਟਸ ਪਾਉਂਦੇ ਜਾਓ। ਤੁਸੀਂ ਕਿਸੇ ਨਾ ਕਿਸੇ ਮੁਕਾਮ 'ਤੇ ਜ਼ਰੂਰ ਪਹੁੰਚ ਜਾਓਗੇ ਅਤੇ ਆਪਣੇ ਸਮਾਜ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਕੰਟਰੀਬਿਊਟ ਕਰਕੇ ਜਾਓਗੇ। ਸੋ ਵਿਦ ਦੈਟ ਵਿਜ਼ਨ ਯੂ ਸ਼ੁੱਡ ਸਟਾਰਟ ਯੂਅਰ ਜਰਨੀ। ਨਾਓ ਆਮ ਗੋਇੰਗ ਟੂ ਸ਼ੇਅਰ ਮਾਈ UPSC ਜਰਨੀ ਵਿਦ ਆਲ ਆਫ ਯੂ। ਸੋ ਮੈਂ ਆਪਣੀ UPSC ਦਾ ਜੋ ਸੁਪਨਾ ਸੀ, ਓਬਵੀਅਸਲੀ ਮੈਂ +2 ਦੇ ਵਿੱਚ ਸੋਚ ਲਿਆ ਸੀ ਕਿ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਇਹ ਐਗਜ਼ਾਮ ਦੇਣਾ ਅਤੇ ਪਹਿਲੇ ਅਟੈਂਪਟ ਦੇ ਵਿੱਚ ਹੀ ਕੁਆਲੀਫਾਈ ਕਰਨਾ, ਲੇਕਿਨ ਉਹ ਨਹੀਂ ਹੋ ਪਾਇਆ ਸੀ। ਬਟ ਸਟਿਲ ਆਈ ਵਿਲ ਟੈਲ ਯੂ ਕਿ BA ਦੇ ਵਿੱਚ ਜਦੋਂ ਮੈਂ ਸੀ ਤਾਂ ਮੈਂ UPSC ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ ਕਿ ਇਸ ਦਾ ਸਿਲੇਬਸ ਕੀ ਹੈ, ਟੌਪਰ ਟਾਕਸ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਸੀ। ਅਤੇ ਫਿਰ ਉਸ ਤੋਂ ਬਾਅਦ ਮੈਂ ਸਿਲੇਬਸ ਨੂੰ ਦੇਖਿਆ ਅਤੇ ਉਸ ਦੀ ਬੁੱਕ ਲਿਸਟ ਆਪਣੀ ਆਈਡੈਂਟੀਫਾਈ ਕਰ ਲਈ ਕਿ ਕਿਸ ਸਬਜੈਕਟ ਵਾਸਤੇ ਕਿਹੜੀ ਕਿਹੜੀ ਬੁੱਕ ਪੜ੍ਹਨੀ ਹੈ। ਉਹ ਸਾਰੀ ਬੇਸਿਕ ਹੈ ਨਾ, ਜਿਵੇਂ ਫੋਰ ਐਗਜ਼ਾਮਪਲ ਪੋਲਿਟੀ ਲਈ ਲਕਸ਼ਮੀਕਾਂਤ ਹੈ, ਹਿਸਟਰੀ ਦੇ ਲਈ ਸਪੈਕਟਰਮ ਦੀ ਬੁੱਕ ਆਉਂਦੀ ਹੈ, ਅਤੇ ਜੋਗ੍ਰਾਫੀ ਲਈ +1 +2 ਦੀ NCERTs ਐਂਡ ਬਹੁਤ ਸਾਰੀਆਂ ਐਵੇਂ ਦੀਆਂ ਬੁੱਕਸ ਨੇ ਜੋ ਸਟੈਂਡਰਡ ਬੁੱਕਸ ਆਪਾਂ ਸਭ ਨੂੰ ਪਤਾ ਨੇ ਕਿ ਕਿਸ ਸਬਜੈਕਟ ਲਈ ਆਪਾਂ ਕਿੱਥੋਂ ਸ਼ੁਰੂ ਕਰਨਾ ਹੈ। ਤਾਂ ਉੱਥੋਂ ਮੈਂ ਆਪਣੀ ਸ਼ੁਰੂਆਤ ਕਰੀ ਸੀ ਆਪਣੇ ਆਪ ਹੀ, ਅਤੇ ਕੁਛ ਆਪਣੇ ਜੋ ਮੈਨੂੰ ਸਮਝ ਆਉਂਦਾ ਸੀ ਨੋਟ ਮੇਕਿੰਗ ਵੀ ਕਰੀ ਐਂਡ ਪ੍ਰੈਕਟਿਸ ਵੀ ਕਰੀ ਆਨਸਰ ਰਾਈਟਿੰਗ ਦੀ। ਬਟ ਫਿਰ ਵੀ ਪਹਿਲਾ ਅਟੈਂਪਟ ਜਿਹੜਾ ਮੇਰਾ 2022 ਦੇ ਵਿੱਚ ਹੋਇਆ ਸੀ, ਪ੍ਰੀਲਿਮਸ ਮੇਰੇ ਤੋਂ ਕੁਆਲੀਫਾਈ ਨਹੀਂ ਸੀ ਹੋ ਪਾਇਆ। ਸੋ ਉਸ ਫੇਲੀਅਰ ਤੋਂ ਬਾਅਦ ਮੈਨੇ ਆਪਣੀ ਗਲਤੀਆਂ ਨੂੰ ਆਈਡੈਂਟੀਫਾਈ ਕਰਿਆ। ਸੋ ਆਈ ਵਿਲ ਟੈਲ ਯੂ ਕਿ ਆਪਾਂ ਜ਼ਿਆਦਾਤਰ ਇਸ ਦੇ ਵਿੱਚ ਕੀ ਡੋਂਟਸ ਕਰਦੇ ਹਾਂ ਜੋ ਆਪਾਂ ਨੂੰ ਨਹੀਂ ਕਰਨੇ ਚਾਹੀਦੇ। ਫਸਟ ਆਫ ਆਲ ਆਪਾਂ ਇਹ ਸੋਚਦੇ ਹਾਂ ਕਿ ਸ਼ਾਇਦ ਮੈਂ ਹਰੇਕ ਸਬਜੈਕਟ ਦੇ ਵਿੱਚ ਬਹੁਤ ਡੈਪਥ ਦੇ ਵਿੱਚ ਨੌਲੇਜ ਗੇਨ ਕਰਨੀ ਹੈ। ਇਹਦੇ ਵਿੱਚ ਆਪਾਂ ਨੂੰ ਜ਼ਿਆਦਾ ਡੂੰਘਾ ਨਹੀਂ ਜਾਣਾ ਹੁੰਦਾ। ਫੋਰ ਐਗਜ਼ਾਮਪਲ ਜੇ ਆਪਾਂ ਹਿਸਟਰੀ ਪੜ੍ਹ ਰਹੇ ਹਾਂ ਤਾਂ ਇਤਿਹਾਸਕਾਰ ਨਹੀਂ ਬਣਨਾ ਹੈ। ਆਪਾਂ ਨੇ ਸਿਰਫ ਓਨਾ ਹੀ ਪੜ੍ਹਨਾ ਹੈ ਜਿੰਨਾ ਐਗਜ਼ਾਮ ਦੇ ਲਈ ਜ਼ਰੂਰੀ ਹੈ ਐਂਡ ਆਪਾਂ ਨੂੰ ਡਾਈਵਰਸ ਨੌਲੇਜ ਚਾਹੀਦੀ ਹੈ ਇਸ ਦੇ ਲਈ, ਅਤੇ ਆਪਾਂ ਨੂੰ ਇੰਟਰਲਿੰਕ ਕਰਨਾ ਆਉਣਾ ਚਾਹੀਦਾ ਹੈ। ਆਈ ਵਿਲ ਐਕਸਪਲੇਨ ਦੈਟ ਯੂ ਲੇਟਰ, ਬਟ ਫਸਟ ਆਫ ਆਲ ਆਈ ਵਿਲ ਟੈਲ ਯੂ ਕਿ ਪ੍ਰੀਲਿਮਸ ਦੇ ਵਿੱਚ ਜੋ ਹਰੇਕ ਸਬਜੈਕਟ ਦੇ ਲਈ ਇੱਕ ਲਿਮਿਟਿਡ ਕੰਟੈਂਟ ਹੈ ਉਸ ਨੂੰ ਹੀ ਅਸੀਂ ਬਾਰ-ਬਾਰ ਰਿਵਾਈਜ਼ ਕਰਨਾ ਹੈ, ਅਤੇ ਜੋ ਸਾਡੇ ਪਿਛਲੇ ਸਾਲਾਂ ਦੇ ਕੁਐਸਚਨ ਪੇਪਰਸ ਨੇ ਉਹਨਾਂ ਨੂੰ ਅਸੀਂ ਬਾਰ-ਬਾਰ ਦੇਖਣਾ ਹੈ। ਸੋ ਸਟੂਡੈਂਟਸ ਜ਼ਿਆਦਾਤਰ ਗਲਤੀਆਂ ਇਹ ਕਰਦੇ ਨੇ ਕਿ ਉਹ ਕੰਟੈਂਟ ਵਧਾਈ ਜਾਂਦੇ ਨੇ ਬਟ ਰਿਵੀਜ਼ਨ ਨਹੀਂ ਕਰਦੇ। ਸੈਕਿੰਡ ਗਲਤੀ ਉਹ ਇਹ ਕਰਦੇ ਨੇ ਕਿ ਉਹ ਪੜ੍ਹੀ ਜਾ ਰਹੇ ਨੇ ਬਟ ਪ੍ਰੈਕਟਿਸ ਨਹੀਂ ਕਰ ਰਹੇ ਕੁਐਸਚਨਸ ਦੀ। ਇਸ ਐਗਜ਼ਾਮ ਦੇ ਵਿੱਚ ਆਨਸਰ ਰਾਈਟਿੰਗ ਦੀ ਐਸ ਵੈਲ ਐਸ MCQ ਦੀ ਪ੍ਰੈਕਟਿਸ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ ਉਦੋਂ ਸਾਨੂੰ ਜ਼ਿਆਦਾ ਪਤਾ ਲੱਗਦਾ ਹੈ ਕਿ ਸਾਨੂੰ ਕਿੰਨਾ ਕੁ ਸਮਝ ਆਇਆ ਅਤੇ ਸਾਡੀ ਕ੍ਰੀਏਟੀਵਿਟੀ ਕਿੰਨੀ ਕੁ ਹੈ। ਅਤੇ ਜੇ ਸਾਡੇ ਸਾਹਮਣੇ ਐਵੇਂ ਦਾ ਕੁਐਸਚਨ ਆ ਜਾਵੇ ਜੋ ਅਸੀਂ ਕਦੇ ਪੜ੍ਹਿਆ ਵੀ ਨਹੀਂ ਹੈ, ਫਿਰ ਉੱਥੇ ਅਸੀਂ ਆਪਣਾ ਮਾਈਂਡ ਕਿਵੇਂ ਯੂਜ਼ ਕਰਨਾ ਅਤੇ ਸਾਡੀਆਂ ਲਿਮਿਟਿਡ ਰਿਸੋਰਸਿਸ ਨੂੰ ਅਸੀਂ ਕਿਵੇਂ ਯੂਜ਼ ਕਰਨਾ। ਸੋ ਪ੍ਰੈਕਟਿਸ ਇਜ਼ ਵੈਰੀ ਇੰਪੋਰਟੈਂਟ। ਅਤੇ ਤੀਸਰੀ ਗਲਤੀ ਸਟੂਡੈਂਟਸ ਜ਼ਿਆਦਾਤਰ ਇਹ ਕਰਦੇ ਨੇ ਕਿ ਸ਼ਾਇਦ ਕੋਚਿੰਗ ਜੋ ਹੈ ਉਹ ਸਾਨੂੰ ਕਾਫੀ ਜ਼ਿਆਦਾ ਵੀ ਸਾਰਾ ਉਹਦੇ ਉੱਪਰ ਹੀ ਆਪਾਂ ਡਿਪੈਂਡ ਹੋ ਜਾਈਏ। ਨਹੀਂ, ਮੈਂ ਤਾਂ ਇਹੀ ਆਪਣੀ ਜਰਨੀ ਤੋਂ ਸਿੱਖਿਆ ਕਿ ਜੋ ਇਹ ਕੋਚਿੰਗ ਵਗੈਰਾ ਮਟੀਰੀਅਲ ਵਗੈਰਾ ਦੇ ਦਿੰਦੇ ਨੇ, ਟੈਸਟ ਵਗੈਰਾ ਦੇ ਦਿੰਦੇ ਨੇ, ਬਟ ਉਹਨਾਂ ਦਾ ਰੋਲ ਸਿਰਫ 10% ਹੈ। 90% ਜੇ ਇਹ ਐਗਜ਼ਾਮ ਕਲੀਅਰ ਹੋਏਗਾ ਇਟ ਇਜ਼ ਗੋਇੰਗ ਟੂ ਕਲੀਅਰ ਬਿਕੋਜ਼ ਆਫ ਯੂ। ਤੁਹਾਡੇ ਐਫਰਟਸ ਹੀ ਤੁਹਾਨੂੰ ਇਸ ਐਗਜ਼ਾਮ ਦੇ ਵਿੱਚ ਸਕਸੈਸ ਦਿਵਾਉਣਗੇ। ਤੁਹਾਡੇ ਐਫਰਟਸ ਕੀ ਨੇ ਕਿ ਤੁਸੀਂ ਕਿੰਨਾ ਵਧੀਆ ਤਰੀਕੇ ਨਾਲ ਆਪਣੇ ਕਨਸੈਪਟ ਸਟਰੋਂਗ ਕਰ ਰਹੇ ਹੋ, ਕਿੰਨਾ ਵਧੀਆ ਪ੍ਰੈਕਟਿਸ ਕਰ ਰਹੇ ਹੋ ਅਤੇ ਆਪਣੀਆਂ ਗਲਤੀਆਂ ਤੋਂ ਸਿੱਖਦੇ ਜਾ ਰਹੇ ਹੋ ਐਂਡ PYQs ਨੂੰ ਹੀ ਤੁਸੀਂ ਬਾਰ-ਬਾਰ ਪ੍ਰੈਕਟਿਸ ਕਰਨੀ ਆ ਤਾਂ ਕਿ ਤੁਹਾਨੂੰ UPSC ਦੇ ਐਗਜ਼ਾਮ ਦਾ ਪੈਟਰਨ ਸਮਝ ਦੇ ਵਿੱਚ ਆਵੇ। ਕੁਐਸਚਨਸ ਹੂ-ਬ-ਹੂ ਰਿਪੀਟ ਤਾਂ ਨਹੀਂ ਹੁੰਦੇ ਬਟ ਇੱਕ ਥੀਮ ਰਿਪੀਟ ਹੁੰਦਾ ਅਤੇ ਉਹਦੀ ਇੱਕ ਲੈਂਗੁਏਜ ਹੈ ਜੋ ਕੋਈ ਵੀ ਕੋਚਿੰਗ ਵਾਲੇ ਕਾਪੀ ਨਹੀਂ ਕਰ ਪਾਉਂਦੇ। ਸੋ PYQs ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਆਪਣੀ ਇਸ ਜਰਨੀ ਦੇ ਵਿੱਚ PYQs ਐਂਡ ਸਿਲੇਬਸ ਇਹਨਾਂ ਦੋਨਾਂ ਨੂੰ ਆਪਣੇ ਸਿਨੇ ਨਾਲ ਲਾ ਕੇ ਰੱਖਣਾ ਐਂਡ ਤੱਕ ਐਂਡ ਦੇ ਆਰ ਵੈਰੀ ਵੈਰੀ ਇੰਪੋਰਟੈਂਟ। ਫਿਰ ਇਹ ਗੱਲ ਹੋ ਗਈ ਪ੍ਰੀਲਿਮਸ ਦੀ ਕਿ ਇਸ ਦੇ ਵਿੱਚ ਆਪਾਂ ਨੇ ਰਿਵੀਜ਼ਨ ਕਰਨੀ ਹੈ, ਪ੍ਰੈਕਟਿਸ ਕਰਨੀ ਹੈ ਐਂਡ PYQs। ਇਹ 3 ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਉਸ ਤੋਂ ਬਾਅਦ ਫਿਰ ਮੇਰਾ 2023 ਅਤੇ 24 ਦੇ ਵਿੱਚ ਮੈਂ ਮੇਨਸ ਲਿਖਿਆ ਬਟ ਅਗੇਨ ਆਈ ਵਾਸ ਨਾਟ ਏਬਲ ਟੂ ਕੁਆਲੀਫਾਈ ਮੇਨਸ। ਹੁਣ ਉੱਥੇ ਜੋ ਮੈਂ ਸਿੱਖਿਆ ਹੈ ਆਪਣੀ ਗਲਤੀਆਂ ਤੋਂ ਇਹੀ ਕਿ ਉੱਥੇ ਵੀ ਆਪਾਂ ਕੰਟੈਂਟ ਵਧਾਉਣ ਦੇ ਉੱਪਰ ਜ਼ਿਆਦਾ ਫੋਕਸ ਕਰਦੇ ਹਾਂ ਅਤੇ ਪ੍ਰੈਕਟਿਸ ਦੇ ਉੱਪਰ ਫਿਰ ਕਈ ਵਾਰੀ ਘੱਟ ਪ੍ਰੈਕਟਿਸ ਹੋ ਜਾਂਦੀ ਹੈ। ਵੀ ਆਪਾਂ ਉੱਥੇ ਨਾ 9 ਪੇਪਰ ਨੇ ਆਪਣੇ। ਫਸਟ ਪੇਪਰ ਇਜ਼ ਐਸੇ,
ਐਸੇ ਦੇ ਪੇਪਰ ਦੇ ਵਿੱਚ ਅਸੀਂ ਆਪਣੇ ਵਰਡਸ ਦੇ ਵਿੱਚ 2 ਐਸੇ ਲਿਖਣੇ ਹੁੰਦੇ ਹਨ ਤੇ ਮੈਂ 2 ਅਟੈਂਪਟਸ ਦੇ ਵਿੱਚ ਜ਼ਿਆਦਾਤਰ ਇਹ ਦੇਖਦੀ ਸੀ ਵੀ ਮੈਂ ਟਫ ਜਾਂ ਕੋਈ ਟੌਪਿਕ ਚੂਜ਼ ਕਰਾਂ ਤੇ ਉਹਦੇ ਵਿੱਚ ਕੁਝ ਹੈ ਨਾ ਕੋਈ ਹੈਵੀ ਵੋਕੈਬਲਰੀ ਲੈ ਕੇ ਆਵਾਂ, ਕੁਝ ਇਹੋ ਜਿਹੀਆਂ ਐਗਜ਼ਾਮਪਲਸ ਲੈ ਕੇ ਆਵਾਂ ਜੋ ਕਿਸੇ ਨੇ ਸੁਣੀਆਂ ਨਾ ਹੋਣ। ਮੈਨੂੰ ਸੀ ਵੀ ਇਸ ਨਾਲ ਮੇਰਾ ਐਸੇ ਡਿਫਰੈਂਟ ਲੱਗੂਗਾ, ਬਟ ਫਿਰ ਹੌਲੀ ਹੌਲੀ ਸਮਝ ਆਇਆ ਕਿ ਐਵੇਂ ਨਹੀਂ ਕਰਨਾ ਹੈ। ਉਹਨੂੰ ਜਿੰਨਾ ਜ਼ਿਆਦਾ ਆਪਾਂ ਸਿੰਪਲ ਰੱਖਾਂਗੇ ਓਨਾ ਹੀ ਜ਼ਿਆਦਾ ਐਗਜ਼ਾਮੀਨਰ ਲਈ ਠੀਕ ਰਹੇਗਾ। ਤੁਸੀਂ ਆਪਣੇ ਵਿਚਾਰ ਜੋ ਤੁਹਾਨੂੰ ਸਮਝ ਆ ਰਿਹਾ ਹੈ ਉਹਨੂੰ ਉੱਥੇ ਐਕਸਪ੍ਰੈਸ ਕਰਨਾ ਹੈ। ਤੁਸੀਂ ਕਿਸੇ ਨੂੰ ਦਿਖਾਉਣ ਦੇ ਲਈ ਕਿ ਸ਼ਾਇਦ ਮੇਰੇ ਕੋਲ ਕੋਈ ਟਫ ਵੋਕੈਬਲਰੀ ਹੈ ਜਾਂ ਫਿਰ ਕੋਈ ਅੱਛੀ ਐਗਜ਼ਾਮਪਲ ਹੈ, ਉਹ ਚੱਕਰਾਂ 'ਚ ਨਹੀਂ ਪੈਣਾ। ਉਹਨੂੰ ਪਹਿਲਾਂ ਕੁਐਸਚਨ ਨੂੰ ਸਮਝਣਾ ਹੈ, ਜੋ ਉਹਦੀ ਬੇਸਿਕ ਡਿਮਾਂਡ ਹੈ, ਕੋਰ ਡਿਮਾਂਡ, ਉਹਨੂੰ ਸਮਝ ਕੇ ਫਿਰ ਤੁਸੀਂ ਐਸੇ ਦੇ ਉੱਪਰ ਆਪਣੇ ਵਰਡਸ ਲਿਖਣੇ ਨੇ। ਐਗਜ਼ਾਮਪਲਸ ਤੁਸੀਂ ਆਪਣੇ ਆਲੇ ਦੁਆਲੇ ਤੋਂ ਲੈ ਕੇ, ਫੋਰ ਐਗਜ਼ਾਮਪਲ ਆਪਾਂ ਨਿਊਜ਼ਪੇਪਰ ਤੋਂ ਦੇਖਦੇ ਹਾਂ ਜਾਂ ਫਿਰ ਜਿਹੜੀ ਚੀਜ਼ ਆ ਨਾ ਸੋਸ਼ਲ ਮੀਡੀਆ ਦੀ ਕੋਈ ਚੀਜ਼ ਅੱਛੀ ਵਾਇਰਲ ਚੱਲ ਰਹੀ ਹੈ, ਤੁਸੀਂ ਉਹਨੂੰ ਉੱਥੋਂ ਵੀ ਐਗਜ਼ਾਮਪਲ ਲੈ ਸਕਦੇ ਹੋ, ਕਿਉਂਕਿ ਐਗਜ਼ਾਮੀਨਰ ਜਦੋਂ ਉਹਨੂੰ ਪੜ੍ਹੇਗਾ ਉਹ ਰਿਲੇਟ ਕਰ ਪਾਏਗਾ। ਜੇ ਆਪਾਂ ਕੁਝ ਅਜੀਬ ਲਿਖਤਾ ਜੋ ਉਹਨੇ ਕਦੇ ਸੁਣਿਆ ਨਹੀਂ ਲੇਕਿਨ ਆਪਾਂ ਨੂੰ ਲੱਗਦਾ ਕਿ ਸ਼ਾਇਦ ਆਪਾਂ ਨੇ ਕੁਝ ਵੱਖਰਾ ਲਿਖਿਆ, ਉਹ ਚੀਜ਼ਾਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ। ਇਹਨੂੰ ਜਿੰਨਾ ਜ਼ਿਆਦਾ ਹੋ ਸਕੇ ਸਿੰਪਲ ਰੱਖਣਾ ਹੈ ਐਂਡ ਯੂਜ਼ ਗੁੱਡ ਐਗਜ਼ਾਮਪਲਸ, ਰੈਲੇਵੈਂਟ ਐਗਜ਼ਾਮਪਲਸ ਐਂਡ ਆਪਣਾ ਜੋ ਐਸੇ ਹੈ ਉਹਦੇ ਵਿੱਚ ਆਪਣੀ ਪਰਸਨੈਲਿਟੀ ਨੂੰ ਸ਼ੋਅ ਕਰੋ। ਤੁਸੀਂ ਉੱਥੇ ਆਪਣੀਆਂ ਵੈਲਿਊਜ਼ ਨੂੰ ਸ਼ੋਅ ਕਰੋ ਕਿ ਤੁਸੀਂ ਉਸ ਪਰਟੀਕੂਲਰ ਐਸੇ ਤੋਂ ਕੀ ਸਿੱਖ ਸਕਦੇ ਹੋ। ਜਿਵੇਂ ਇਸ ਸਾਲ ਦਾ ਐਸੇ ਜਿਹੜਾ ਸੀਗਾ ਯਾਦ ਕਰ ਸਕਦੀ ਹਾਂ, ਉਹਦੇ ਵਿੱਚ ਆਇਆ ਸੀਗਾ ਕਿ ਜਿਹੜਾ ਵਾਰ ਹੈ ਉਹਨੂੰ ਜਿੱਤਣ ਦਾ ਹੀ ਇੱਕ ਆਰਟ ਆਫ ਵਿਨਿੰਗ, ਲਾਈਕ ਇਟ ਵਾਸ ਲਾਈਕ ਦ ਸਟਲ ਆਰਟ ਆਫ ਵਿਨਿੰਗ ਵਾਰ ਇਜ਼ ਮਤਲਬ ਪਹਿਲੇ ਹੀ ਤੁਸੀਂ ਆਪਣੇ ਦੁਸ਼ਮਣ ਨੂੰ ਹਰਾ ਦੇਣਾ, ਇਸ ਤਰ੍ਹਾਂ ਦੀ ਕੋਈ ਕੋਟੇਸ਼ਨ ਸੀ। ਉਹਦੇ ਵਿੱਚ ਮੈਂ ਆਪਣੀ ਜੋ ਉਸਦੀ ਜੋ ਐਂਡਿੰਗ ਹੈ ਉਸ ਦੇ ਵਿੱਚ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਲਾਈਨ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਆਪਣਾ ਜੋ ਜੇ ਆਪਾਂ ਦੀਨ ਦੇ ਲਈ ਲੜ ਰਹੇ ਹਾਂ ਨਾ, ਕਿਸੇ ਇੱਕ ਛੋਟੇ ਇਨਸਾਨ ਦੇ ਲਈ ਜਾਂ ਜਿਹੜਾ ਕਮਜ਼ੋਰ ਹੈ ਉਸ ਦੇ ਲਈ ਲੜ ਰਹੇ ਹਾਂ, ਸੋ ਆਈ ਯੂਜ਼ ਦੈਟ ਲਾਈਨ ਐਂਡ ਉਸ ਤੋਂ ਬਾਅਦ ਫਿਰ ਉਹ ਮਤਲਬ ਕਿ ਉਹ ਵੈਸੇ ਐਸੇ ਤੋਂ ਥੋੜ੍ਹੀ ਡਿਫਰੈਂਟ ਸੀ ਬਟ ਉਸ ਪਰਸਪੈਕਟਿਵ ਨੂੰ ਉੱਥੇ ਹੀ ਆਪਾਂ ਲਿੰਕ ਕਰਕੇ ਦੇਖ ਸਕੀਏ, ਜਿਸ ਦੇ ਨਾਲ ਉਹ ਮਤਲਬ ਕਿ ਇੱਕ ਨਿਊ ਪਰਸਪੈਕਟਿਵ ਵੀ ਆਇਆ ਅਤੇ ਮੈਂ ਇੱਕ ਉਹਨੂੰ ਇੰਟਰਲਿੰਕ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਟਸ ਲਾਈਕ ਕਿ ਤੁਸੀਂ ਆਪਣਾ ਜੋ ਆਪਣੀ ਲਾਈਫ ਦੇ ਵਿੱਚ ਕੁਛ ਤੁਸੀਂ ਸਿੱਖਿਆ ਐਂਡ ਯੂ ਇੰਟਰਲਿੰਕ ਦੈਟ ਇਨ ਯੋਰ ਕਾਪੀਜ਼, ਦੈਟ ਇਜ਼ ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਜਿਹੜੇ ਆਪਣੇ GS ਦੇ ਆਨਸਰਸ ਹੁੰਦੇ ਨੇ ਉਸ ਦੇ ਵਿੱਚ ਤੁਸੀਂ ਕੀ ਕਰਨਾ ਹੈ, ਹਰੇਕ ਸਬਜੈਕਟ ਦੀ ਆਪਣੀ ਆਪਣੀ ਇੱਕ ਵੋਕੈਬਲਰੀ ਹੈ, ਆਪਣਾ ਕੀਵਰਡ ਹੈ, ਉਸ ਚੀਜ਼ ਨੂੰ ਤੁਸੀਂ ਆਈਡੈਂਟੀਫਾਈ ਕਰਨਾ ਹੈ ਐਂਡ ਉਸ ਤੋਂ ਬਾਅਦ ਤੁਸੀਂ ਉਸਦੀ ਪ੍ਰੈਕਟਿਸ ਕਰਨੀ ਹੈ। ਇਸ ਦੇ ਵਿੱਚ ਜਿੰਨੀ ਜ਼ਿਆਦਾ ਅਸੀਂ ਆਨਸਰ ਰਾਈਟਿੰਗ ਦੀ ਪ੍ਰੈਕਟਿਸ ਕਰਾਂਗੇ ਉਨੇ ਹੀ ਜ਼ਿਆਦਾ ਸਾਡੇ ਅੱਛੇ ਪੁਆਇੰਟਸ ਆਉਂਦੇ ਜਾਣਗੇ ਐਂਡ ਤੁਸੀਂ ਤੁਹਾਡੀ ਮੈਂਟਲ ਸਟੈਮਿਨਾ ਵੀ ਸਟਰੋਂਗ ਹੋਣਾ ਚਾਹੀਦਾ, ਫਿਜ਼ੀਕਲ ਸਟੈਮਿਨਾ ਵੀ ਸਟਰੋਂਗ ਹੋਣਾ ਚਾਹੀਦਾ। ਕੁਐਸਚਨ ਨੂੰ ਦੇਖਣ ਸਾਰ ਤੁਸੀਂ ਆਈਡੈਂਟੀਫਾਈ ਕਰ ਲੈਣਾ ਹੈ ਕਿ ਮੈਂ ਇਸ ਦੇ ਵਿੱਚ ਕਿਵੇਂ ਇੰਟਰੋਡਿਊਸ ਕਰਨਾ, ਕਿਹੜਾ ਡੇਟਾ, ਕਿਹੜੀ ਕੌਮਿਟੀ ਐਂਡ ਨਾਲ ਦੀ ਨਾਲ ਤੁਸੀਂ ਦੇਖ ਲੈਣਾ ਕਿ ਮੈਂ ਇਹਨੂੰ ਕਿਵੇਂ ਡਿਵਾਈਡ ਕਰੂੰਗੀ, ਕਿਹੜੇ ਪੁਆਇੰਟਸ ਦੇ ਵਿੱਚ ਇਹਨੂੰ ਮੈਂ ਡਿਵਾਈਡ ਕਰੂੰਗੀ ਐਂਡ ਐਗਜ਼ਾਮਪਲਸ ਜਿਹੜੀਆਂ ਯੂਜ਼ ਕਰਨੀਆਂ ਨੇ ਜੋ ਕਰੰਟ ਦੇ ਵਿੱਚ ਚੱਲ ਰਹੀਆਂ ਨੇ, ਕੋਈ ਕੌਮਿਟੀ, ਕੋਈ ਸੁਪਰੀਮ ਕੋਰਟ ਦੀ ਜੱਜਮੈਂਟ, ਇਸ ਤਰ੍ਹਾਂ ਦੀ ਚੀਜ਼ਾਂ ਆਪਾਂ ਨੇ ਯੂਜ਼ ਕਰਨੀਆਂ ਨੇ ਐਂਡ ਉਸ ਤੋਂ ਬਾਅਦ ਫਿਰ ਕਨਕਲੂਜਨ ਵੀ ਆਪਣੇ ਕੁਛ ਰੈਡੀਮੇਡਸ ਵੀ ਹੁੰਦੇ ਨੇ, ਕੁਛ ਆਪਣੇ ਆਪਾਂ ਉਸ ਟਾਈਮ ਵੀ ਸੋਚਦੇ ਹਾਂ, ਉਹ ਚੀਜ਼ ਆਪਾਂ ਨੇ ਦੇਖਣੀ ਹੈ। ਅਤੇ ਹੁਣ ਤਾਂ ਜਿਹੜੇ ਕੁਐਸਚਨਸ ਆ ਰਹੇ ਨੇ ਉਹ ਇਸ ਤਰ੍ਹਾਂ ਦੇ ਆ ਰਹੇ ਨੇ ਕਿ ਉੱਥੇ ਹੀ ਸਾਨੂੰ ਸੋਚਣਾ ਪੈਂਦਾ ਹੈ ਕਿ ਕਿਸ ਤਰੀਕੇ ਨਾਲ ਆਪਾਂ ਆਨਸਰ ਕਰਾਂਗੇ, ਆਪਣੇ ਪਹਿਲਾਂ ਤੋਂ ਤਿਆਰ ਨਹੀਂ ਹੁੰਦੇ ਕੁਐਸਚਨਸ। ਸੋ ਉਸ ਐਗਜ਼ਾਮ ਦੇ ਵਿੱਚ 3 ਘੰਟੇ ਤਾਂ ਹੀ ਲਿਖ ਪਾਵਾਂਗੇ ਜੇ ਸਾਡੀ ਪਹਿਲਾਂ ਤੋਂ ਹੀ ਸਿਟਿੰਗ ਹੋਏਗੀ ਅਤੇ ਸਾਨੇ ਇੱਕ ਮੋਡੂਲੇਸ਼ਨ ਦੇ ਵਿੱਚ ਉਹ ਪ੍ਰੈਕਟਿਸ ਕਰੀ ਹੋਏਗੀ, ਸੋ ਉਹ ਕਰਨੀ ਵੀ ਜ਼ਰੂਰੀ ਹੈ। ਸੋ ਇਟਸ ਆਲ ਅਬਾਊਟ ਦੈਟ ਐਂਡ ਸਭ ਤੋਂ ਇੰਪੋਰਟੈਂਟ ਚੀਜ਼ ਮੇਨਸ ਦੇ ਵਿੱਚ ਹੈ ਯੋਰ ਆਪਸ਼ਨਲ ਸਬਜੈਕਟ ਦਾ ਜਿਹੜਾ ਡਿਸੀਜਨ ਹੈ ਉਹ ਬਹੁਤ ਕਰੂਸ਼ੀਅਲ ਹੈ ਕਿ ਤੁਸੀਂ ਕਿਸ ਆਪਸ਼ਨਲ ਨੂੰ ਚੂਜ਼ ਕਰ ਰਹੇ ਹੋ। ਜਿਵੇਂ ਮੇਰਾ ਸਬਜੈਕਟ ਸੀ ਪੋਲੀਟੀਕਲ ਸਾਇੰਸ, ਮੈਂ ਇਹਦੇ ਵਿੱਚ ਗ੍ਰੈਜੂਏਸ਼ਨ ਵੀ ਕਰੀ, ਪੋਸਟ ਗ੍ਰੈਜੂਏਸ਼ਨ ਵੀ ਕਰੀ, ਤਾਂ ਕਰਕੇ ਮੈਂ ਪੋਲੀਟੀਕਲ ਸਾਇੰਸ ਐਂਡ ਇੰਟਰਨੈਸ਼ਨਲ ਰਿਲੇਸ਼ਨ ਨੂੰ ਆਪਣਾ ਆਪਸ਼ਨਲ ਸਬਜੈਕਟ ਚੂਜ਼ ਕੀਤਾ। ਅਤੇ ਉਸ ਤੋਂ ਬਾਅਦ ਮਤਲਬ ਆਪਸ਼ਨਲ ਦਾ ਡਿਸੀਜਨ ਤੁਹਾਡਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਣਾ ਚਾਹੀਦਾ ਹੈ ਕਿ ਮੇਰਾ ਇੰਟਰਸਟ ਕਿਹਦੇ ਵਿੱਚ ਹੈ, ਮੈਨੂੰ ਗਾਈਡੈਂਸ ਕਿਹਦੇ ਵਿੱਚ ਮਿਲ ਸਕਦੀ ਹੈ ਐਂਡ ਮੇਰੇ ਕੋਲ ਮਟੀਰੀਅਲ ਕਿਸ ਚੀਜ਼ ਦਾ ਅਵੇਲੇਬਲ ਹੈ। ਅਤੇ ਤੁਸੀਂ ਉਸਦੇ ਪਿਛਲੇ ਸਾਲਾਂ ਦੇ ਕੁਐਸਚਨਸ ਦੇਖੋ ਕਿ ਤੁਹਾਨੂੰ ਉਹ ਸਮਝ ਆ ਰਿਹਾ ਸਬਜੈਕਟ, ਫਿਰ ਤੁਸੀਂ ਉਹਨੂੰ ਚੂਜ਼ ਕਰੋ ਕਿਉਂਕਿ ਇਹਦੀ ਵੇਟੇਜ ਬਹੁਤ ਹੈ। ਜੇ ਇਹ ਗਲਤ ਫੈਸਲਾ ਲੈ ਲਿਆ ਤਾਂ ਤੁਹਾਡਾ ਮੇਨਸ ਅਤੇ ਤੁਹਾਡਾ ਰੈਂਕ ਉਹਦੇ ਉੱਪਰ ਬਹੁਤ ਵੱਡਾ ਅਸਰ ਹੋ ਸਕਦਾ। ਤਾਂ ਬੜਾ ਸੋਚ ਸਮਝ ਕੇ ਆਪਣੇ ਆਪਸ਼ਨਲ ਨੂੰ ਡਿਸਾਈਡ ਕਰੋ ਐਂਡ ਉਸ ਤੋਂ ਬਾਅਦ ਤੁਸੀਂ ਲੇਟਰ ਔਨ ਇਹ ਸਾਰਾ ਮਤਲਬ ਕਿ ਮੇਨਸ ਦੇ ਵਿੱਚ ਇਹੀ ਹੈ ਕਿ ਲਿਮਿਟਿਡ ਕੰਟੈਂਟ, ਰਿਵੀਜ਼ਨ ਵੀ ਕਰੋ, ਰਿਵੀਜ਼ਨ ਲਿਖ ਕੇ ਜ਼ਿਆਦਾ ਕਰੋ ਅਤੇ ਲਿਖਣ ਦੀ ਪ੍ਰੈਕਟਿਸ ਆਪਣੀ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਇੰਟਰਲਿੰਕ ਕਰਨਾ ਸਿੱਖੋ ਕਿ
ਅਖਬਾਰ ਦੇ ਵਿੱਚ ਜੋ ਚੱਲ ਰਿਹਾ ਇੰਟਰਨੈਸ਼ਨਲ ਇਵੈਂਟ, ਸੁਪਰੀਮ ਕੋਰਟ ਦੀ ਕੋਈ ਜਜਮੈਂਟ, ਕੋਈ ਕਮੇਟੀ ਦੀ ਰਿਕਮੈਂਡੇਸ਼ਨ, ਮੈਂ ਕਿਵੇਂ ਉਸ ਨੂੰ ਆਪਣੇ ਆਨਸਰ ਦੇ ਵਿੱਚ ਲੈ ਕੇ ਆਵਾਂ। ਐਂਡ ਇਸ ਤੋਂ ਇਲਾਵਾ ਆਨਸਰ ਰਾਈਟਿੰਗ ਦੇ ਵਿੱਚ ਟੌਪਰ ਕਾਪੀਜ਼ ਵੀ ਦੇਖੋ ਕਿ ਕਿਸ ਤਰੀਕੇ ਨਾਲ ਟੌਪਰ ਲਿਖ ਰਹੇ ਨੇ। ਜਿਵੇਂ ਮੈਂ ਕੀ ਕਰਦੀ ਸੀ, ਉਹ ਇੱਕ ਕੁਐਸਚਨ ਉਠਾ ਲਿਆ, ਟੌਪਰ ਨੇ ਲਿਖਿਆ ਹੋਇਆ, ਉਸ ਤੋਂ ਪਹਿਲਾਂ ਮੈਂ ਆਪ ਲਿਖਦੀ ਸੀ, ਫਿਰ ਕੰਪੇਅਰ ਕਰਦੀ ਸੀ ਕਿ ਉਹਨੇ ਕਿਵੇਂ ਲਿਖਿਆ ਤੇ ਮੈਂ ਕਿਵੇਂ ਲਿਖਿਆ। ਇਹਦੇ ਨਾਲ ਮੈਂ ਥੋੜ੍ਹਾ ਬਹੁਤ ਆਪਣੇ ਆਪ ਨੂੰ ਇੰਪਰੂਵ ਕੀਤਾ। ਫਿਰ ਦੈਨ I was able to qualify mains this time. I think it happened because I have written a lot of answers this time. ਉਹ 2 ਮਹੀਨੇ ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਮੈਂ ਨਵਾਂ ਕੁਛ ਨਹੀਂ ਪੜ੍ਹਿਆ, ਬਟ ਇੰਨੀ ਜ਼ਿਆਦਾ ਆਨਸਰ ਰਾਈਟਿੰਗ ਕਰੀ ਅਤੇ ਲਿਖ ਕੇ ਨਵੇਂ ਆਈਡੀਆਜ਼ ਕ੍ਰੀਏਟ ਕੀਤੇ, ਕ੍ਰੀਏਟੀਵਿਟੀ, ਇਨੋਵੇਸ਼ਨ ਉੱਥੇ ਹੀ ਕਰੀ। ਮਤਲਬ ਕੁਛ ਐਕਸਟਰਾ ਪੜ੍ਹਨ ਨਾਲੋਂ ਜੋ ਪੜ੍ਹਿਆ ਹੈ ਉਹਨੂੰ ਹੀ ਅਸੀਂ ਕੁਛ ਵੱਖਰੇ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕੀਏ, ਇਸ ਚੀਜ਼ ਦੇ ਉੱਪਰ ਮੈਂ ਕੰਮ ਕੀਤਾ। ਐਂਡ I was able to qualify mains this time. ਐਂਡ ਫਿਰ ਆਪਣੀ ਫਾਈਨਲ ਸਟੇਜ ਹੁੰਦੀ ਹੈ ਪਰਸਨੈਲਿਟੀ ਟੈਸਟ, ਜਿਸ ਨੂੰ ਆਪਾਂ ਇੰਟਰਵਿਊ ਵੀ ਕਹਿ ਦਿੰਦੇ ਹਾਂ। ਇੰਟਰਵਿਊ ਦੀ ਪ੍ਰੈਪਰੇਸ਼ਨ ਜੋ ਹੈ ਐਜ਼ ਕੰਪੇਅਰ ਟੂ ਪ੍ਰੀਲਿਮਸ ਐਂਡ ਮੇਨਸ ਥੋੜ੍ਹੀ ਠੀਕ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਸਾਨੂੰ ਪਤਾ ਹੈ ਕਿ ਇੱਕ ਤਾਂ ਆਪਾਂ ਮੇਨਸ ਲਿਖ ਕੇ ਆਏ ਹੁੰਦੇ ਹਾਂ ਤਾਂ ਨੌਲੇਜ ਤਾਂ ਹੁੰਦੀ ਹੈ। ਇਹ ਆਪਣਾ ਪਰਸਨੈਲਿਟੀ ਦਾ ਟੈਸਟ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਵੈਲਿਊਜ਼, ਵਿਜ਼ਨ ਲੈ ਕੇ ਆ ਰਹੇ ਹੋ ਸਰਵਿਸ ਦੇ ਵਿੱਚ। ਤਾਂ ਉੱਥੇ ਇੰਟਰਵਿਊ ਦੀ ਪ੍ਰੈਪਰੇਸ਼ਨ ਦੇ ਲਈ ਤੁਸੀਂ ਆਪਣਾ ਡੈਫ ਤਿਆਰ ਕਰਨਾ ਹੈ, ਡਿਟੇਲਡ ਐਪਲੀਕੇਸ਼ਨ ਫਾਰਮ, ਜਿਹਦੇ ਵਿੱਚ ਤੁਹਾਡਾ ਬੈਕਗਰਾਊਂਡ ਮੈਂਸ਼ਨਡ ਹੈ, ਤੁਹਾਡੀਆਂ ਹੌਬੀਜ਼, ਤੁਹਾਡੀ ਐਜੂਕੇਸ਼ਨਲ ਕੁਆਲੀਫਿਕੇਸ਼ਨ, ਤੁਸੀਂ ਕਿੱਥੋਂ ਪੜ੍ਹੇ ਹੋ। ਜਿਵੇਂ ਮੈਂ ਖਾਲਸਾ ਕਾਲਜ ਬਾਰੇ ਵੀ ਆਪਣੀ ਪੂਰੀ ਤਿਆਰੀ ਕਰਕੇ ਗਈ ਸੀ ਕਿ ਇਫ ਦੇ ਆਰ ਆਸਕਿੰਗ ਐਨੀ ਕੁਐਸਚਨ ਔਨ ਇਟ, ਉਸ ਤਰ੍ਹਾਂ ਦੀ ਤਿਆਰੀਆਂ ਆਪਣੀਆਂ ਕਰਕੇ ਜਾਣੀਆਂ ਨੇ। ਜੋ ਵੀ ਤੁਹਾਡੇ ਡੈਫ ਦੇ ਵਿੱਚ ਇੱਕ ਵਰਡ ਹੈ ਉਹਦੇ ਉੱਪਰ ਤੁਸੀਂ ਜਿਸ ਤਰ੍ਹਾਂ ਦਾ ਵੀ ਕੁਐਸਚਨ ਪੁੱਛਿਆ ਜਾ ਸਕਦਾ। ਜਿਵੇਂ ਜੇ ਖਾਲਸਾ ਕਾਲਜ ਹੈ ਤਾਂ ਖਾਲਸਾ ਮੂਵਮੈਂਟ ਦੇ ਉੱਪਰ ਜਾਂ ਖਾਲਸਾ ਐਜ਼ ਏ ਵਰਡ ਦੇ ਉੱਪਰ ਜਾਂ ਫਿਰ ਕੁਛ ਵੀ ਹੋਰ ਪੁੱਛ ਸਕਦੇ ਸੀਗੇ, ਉਹ ਪ੍ਰਿਪੇਅਰ ਕਰਕੇ ਜਾਣਾ ਸੀ। ਉਸ ਤੋਂ ਇਲਾਵਾ ਡੈਫ ਤੋਂ ਇਲਾਵਾ ਸੈਕਿੰਡ ਚੀਜ਼ ਜੋ ਹੈ ਨਿਊਜ਼ਪੇਪਰ ਦਾ ਰੋਲ ਇਸ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਹੈ, ਨਾਟ ਓਨਲੀ ਇਨ ਇੰਟਰਵਿਊ, ਪ੍ਰੀਲਿਮਸ ਦੇ ਵਿੱਚ ਵੀ, ਮੇਨਸ ਦੇ ਵਿੱਚ ਵੀ ਅਤੇ ਇੰਟਰਵਿਊ ਦੇ ਵਿੱਚ ਵੀ। ਇੰਟਰਵਿਊ ਦੇ ਵਿੱਚ ਤਾਂ ਆਪਾਂ ਜੋ ਵੀ ਖਬਰ ਚੱਲ ਰਹੀ ਹੈ ਉਹ ਸਵੇਰ ਦੀ ਵੀ ਪੁੱਛ ਸਕਦੇ ਨੇ ਕਿ ਤੁਹਾਡਾ ਇਹਦੇ ਉੱਪਰ ਕੀ ਓਪੀਨੀਅਨ ਹੈ। ਸੋ ਉਹ ਤਾਂ ਆਪਾਂ ਨੂੰ ਕਾਫੀ ਜ਼ਿਆਦਾ ਵਧੀਆ ਤਰੀਕੇ ਨਾਲ ਪ੍ਰਪੇਅਰ ਹੋਣਾ ਚਾਹੀਦਾ। ਜਦੋਂ ਤੁਸੀਂ ਇੰਟਰਵਿਊ ਦੇਣ ਜਾ ਰਹੇ ਹੋ, ਤੁਸੀਂ ਨਿਊਜ਼ ਨੂੰ ਪੜ੍ਹਨਾ ਹੀ ਨਹੀਂ, ਆਪਣਾ ਇੱਕ ਓਪੀਨੀਅਨ ਵੀ ਫਾਰਮ ਕਰਨਾ ਹੈ ਅਤੇ ਨਿਊਜ਼ ਨੂੰ ਪੜ੍ਹ ਕੇ ਤੁਸੀਂ ਇਹ ਵੀ ਦੇਖਣਾ ਕਿ ਇਹ ਪਰਟੀਕੂਲਰ ਜਿਹੜਾ ਟੌਪਿਕ ਚੱਲ ਰਿਹਾ, ਜਿਵੇਂ ਪਾਰਲੀਮੈਂਟ ਦੇ ਵਿੱਚ ਕੋਈ ਬਿੱਲ ਆ ਗਿਆ ਐਂਡ ਇਹ ਬਹੁਤ ਇੰਪੋਰਟੈਂਟ ਬਣ ਜਾਏਗਾ ਟੌਪਿਕ ਫॉर ਯੂਅਰ GS2, ਤੁਸੀਂ ਨਾਲ ਉੱਥੇ ਇੰਟਰਲਿੰਕ ਕਰਨਾ ਸਟਾਰਟ ਕਰ ਦਿਓ ਆਪਣੇ ਸਿਲੇਬਸ ਨਾਲ, ਵੀ ਇਹ ਵਾਲੀ ਜਿਹੜੀ ਖਬਰ ਹੈ ਇਹ ਮੇਰੇ ਇਸ ਪਾਰਟ ਦੇ ਨਾਲ ਮੈਚ ਕਰਦੀ ਹੈ ਅਤੇ ਮੈਂ ਜਦੋਂ ਉਸ ਦਾ ਆਨਸਰ ਲਿਖਾਂਗੀ ਤਾਂ ਉੱਥੇ ਮੈਂ ਇਹਨੂੰ ਲੈ ਕੇ ਆਵਾਂਗੀ। ਚਾਹੇ ਉਹ ਸਿੱਧਾ ਪੁੱਛਣ ਵੀ ਨਾ ਤਾਂ ਵੀ ਤੁਸੀਂ ਉਹਨੂੰ ਯੂਜ਼ ਕਰਨਾ। ਉਹਦੇ ਨਾਲ ਪਤਾ ਲੱਗਦਾ ਕਿ ਆਪਾਂ ਕਰੰਟ ਕਿੰਨੇ ਅਵੇਅਰ ਹਾਂ। ਕਰੰਟ ਅਫੇਅਰ ਮੈਗਜ਼ੀਨਸ ਵੀ ਆਉਂਦੀਆਂ ਨੇ ਇੰਸਟੀਟਿਊਟਸ ਦੀਆਂ, ਲੇਕਿਨ ਜ਼ਿਆਦਾ ਬੈਟਰ ਰਹਿੰਦਾ ਕਿ ਤੁਸੀਂ ਨਿਊਜ਼ਪੇਪਰ ਡੇਲੀ ਪੜ੍ਹੋ। ਉਹ ਵੀ ਮੈਂ ਪੜ੍ਹੀਆਂ ਨੇ ਫॉर ਪ੍ਰੀਲਿਮਸ, ਬਟ ਫॉर ਡੇਲੀ ਨਿਊਜ਼ਪੇਪਰ ਰੀਡਿੰਗ ਆਈ ਥਿੰਕ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਸੋ ਇੰਟਰਵਿਊ ਦੇ ਵਿੱਚ ਨਿਊਜ਼ਪੇਪਰ ਦਾ ਰੋਲ ਬਹੁਤ ਇੰਪੋਰਟੈਂਟ ਹੈ। ਤੀਸਰੀ ਚੀਜ਼ ਹੈ ਆਪਣੀ ਕੌਨਫੀਡੈਂਸ ਦੇ ਉੱਪਰ ਕੰਮ ਕਰਨਾ, ਸਪੀਕਿੰਗ ਸਕਿੱਲਸ ਦੇ ਉੱਪਰ ਕੰਮ ਕਰਨਾ। ਉਹ ਤੁਸੀਂ ਆਪਣੇ ਪੀਅਰ ਗਰੁੱਪ ਦੇ ਵਿੱਚ ਕਰ ਸਕਦੇ ਹੋ, ਕੋਈ ਅੱਛਾ ਟੀਚਰ ਹੈ ਉਹਦੇ ਕੋਲ ਕਰ ਸਕਦੇ ਹੋ, ਬਾਕੀ ਫਿਰ ਆਪਣੇ ਮੌਕਸ ਲੈਂਦੇ ਨੇ ਇੰਸਟੀਟਿਊਟਸ, ਉਹਨਾਂ ਕੋਲ ਜਾ ਕੇ ਕਰ ਸਕਦੇ ਹੋ। ਐਂਡ ਇਹ ਸੀ ਆਪਣੀ ਮਤਲਬ ਕਿ 3 ਸਟੇਜਸ ਆਫ UPSC, ਪ੍ਰੀਲਿਮਸ, ਮੇਨਸ ਐਂਡ ਇੰਟਰਵਿਊ। ਅਤੇ ਮੈਂ ਆਪਣੀ ਜਰਨੀ ਤੋਂ ਇਹ ਚੀਜ਼ ਤਾਂ ਜ਼ਰੂਰ ਸਿੱਖੀ ਹੈ ਕਿ ਇਸ ਦੀ ਪ੍ਰੈਪਰੇਸ਼ਨ ਜੋ ਹੈ ਇਹ ਸਾਨੂੰ ਪ੍ਰੈਸ਼ਰ ਬਹੁਤ ਜ਼ਿਆਦਾ ਦਿੰਦੀ ਹੈ। ਆਪਾਂ ਨੂੰ ਬਹੁਤ ਸਾਰੇ ਚੈਲੰਜਸ ਆਉਂਦੇ ਨੇ, ਬਹੁਤ ਸਾਰੀਆਂ ਚੁਣੌਤੀਆਂ ਆਉਂਦੀਆਂ ਨੇ, ਆਪਾਂ ਕਈ ਵਾਰ ਸੈਲਫ ਡਾਊਟ ਕਰਨ ਲੱਗ ਜਾਂਦੇ ਹਾਂ, ਐਂਗਜ਼ਾਈਟੀ 'ਚ ਜਾਂਦੇ ਹਾਂ। ਤਾਂ ਉਸ ਚੀਜ਼ ਦੇ ਲਈ ਆਪਣੇ ਲਈ ਕਾਮ ਮਾਈਂਡਸੈਟ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਜਿੰਨਾ ਜ਼ਿਆਦਾ ਕਾਮ ਰਹੋਗੇ ਐਂਡ ਤੁਹਾਨੂੰ ਇਹ ਕਲੀਅਰ ਹੋਏਗਾ ਕਿ ਵਾਈ ਆਈ ਐਮ ਡੂਇੰਗ ਦਿਸ, ਤਾਂ ਉਹਦੇ ਨਾਲ ਤੁਹਾਡੀ ਇਹ ਜਰਨੀ ਈਜ਼ੀ ਰਹੇਗੀ। ਅਦਰਵਾਈਜ਼ ਜੇ ਤੁਸੀਂ ਕਿਸੇ ਦੇ ਕਹੇ ਦੇ ਉੱਪਰ ਜਾਂ ਫਿਰ ਤੁਸੀਂ ਇੱਕ ਪੈਨਿਕ ਮੋਡ ਦੇ ਵਿੱਚ ਜਾ ਕੇ ਇਸ ਦੀ ਤਿਆਰੀ ਕਰਨ ਲੱਗ ਗਏ ਤਾਂ ਮੇਬੀ ਉਹਦੇ ਕੁਝ ਕੌਨਸੀਕੁਐਂਸਸ ਹੋ ਸਕਦੇ ਨੇ। ਤਾਂ ਇਸ ਕਰਕੇ ਆਈ ਵੁੱਡ ਸੁਜੈਸਟ ਯੂ ਕਿ ਇਸ ਜਰਨੀ ਦੇ ਵਿੱਚ ਪੈਣ ਤੋਂ ਪਹਿਲਾਂ ਯੂ ਹੈਵ ਟੂ ਬਿਕਮ ਯੂਅਰ ਵੈਰੀ ਬੈਸਟ ਫਰੈਂਡ। ਤੁਸੀਂ ਆਪਣੇ ਖੁਦ ਦੇ ਇੱਕ ਬੈਸਟ ਫਰੈਂਡ ਬਣੋ, ਜਿਹਦੇ ਨਾਲ ਤੁਸੀਂ ਰੋਜ਼ ਇੱਕ ਪੋਜ਼ੀਟਿਵ ਸੈਲਫ ਟਾਕ ਕਰਨੀ ਹੈ। ਆਪਣੇ ਆਪ ਨੂੰ ਰੋਜ਼ ਕਹਿਣਾ ਹੈ ਕਿ ਮੈਂ ਕਰ ਸਕਦੀ ਹਾਂ ਜਾਂ ਮੈਂ ਕਰ ਸਕਦਾ ਹਾਂ, ਅਤੇ ਆਪਣੇ ਆਪ ਨਾਲ ਪੋਜ਼ੀਟਿਵ ਗੱਲਾਂ ਕਰਨੀਆਂ ਨੇ ਕਿ ਇਟਸ ਓਕੇ ਇਫ ਆਈ ਐਮ ਨਾਟ ਰਾਈਟਿੰਗ ਵੈਲ ਟੂਡੇ, ਆਈ ਵਿਲ ਰਾਈਟ ਬੈਟਰ ਟਮੋਰੋ। ਜਿਵੇਂ ਅੱਜ ਇਹ ਸਮਝ ਨਹੀਂ ਆਇਆ, ਕੱਲ੍ਹ ਨੂੰ ਮੈਂ ਬਿਹਤਰ ਕਰਾਂਗਾ। ਇਸ ਤਰ੍ਹਾਂ ਦੇ ਪੋਜ਼ੀਟਿਵ ਮਾਈਂਡਸੈਟ ਦੇ ਲਈ ਤੁਹਾਨੂੰ ਆਪਣੇ ਆਪ ਨਾਲ ਗੱਲ ਕਰਨੀ ਰੋਜ਼ ਜ਼ਰੂਰੀ ਹੈ। ਮੈਂ ਵੀ ਕਰੀ ਹੈ ਅਤੇ I became very best friend of mine and I think that's very important। ਅਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਇਹ ਬਸ ਆਪਣਾ ਧਿਆਨ ਰੱਖਣਾ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ
ਕਿ PYQs ਐਂਡ ਸਿਲੇਬਸ ਦੇ ਆਰ ਵੈਰੀ ਇੰਪੋਰਟੈਂਟ। ਇਸ ਦੀ ਜੋ ਜਰਨੀ ਹੈ ਇਸ ਨੂੰ ਜਿੰਨਾ ਜ਼ਿਆਦਾ ਅਸੀਂ ਸਿੰਪਲੀਫਾਈ ਕਰ ਸਕੀਏ ਓਨਾ ਹੀ ਜ਼ਿਆਦਾ ਬੈਟਰ ਹੈ। ਅਦਰਵਾਈਜ਼ ਮਾਰਕੀਟ 'ਚ ਕੰਟੈਂਟ ਬਹੁਤ ਹੈ, ਬਹੁਤ ਸਾਰੀ ਗਾਈਡੈਂਸ ਅਵੇਲੇਬਲ ਹੈ, ਆਪਾਂ ਡਿਸਟਰੈਕਟ ਹੋ ਸਕਦੇ ਹਾਂ। ਤਾਂ ਉਸ ਚੀਜ਼ ਤੋਂ ਬਚਣ ਦੇ ਲਈ ਤੁਸੀਂ ਬਹੁਤ ਜ਼ਿਆਦਾ ਕੌਸ਼ੀਅਸ ਰਹਿਣਾ ਹੈ ਕਿ ਮੈਂ ਕਿਸ ਚੀਜ਼ ਨੂੰ ਪੜ੍ਹਨਾ ਹੈ ਅਤੇ ਕਿੰਨਾ ਕੁ ਪੜ੍ਹਨਾ ਹੈ ਅਤੇ ਕਿੱਥੇ ਰੁਕਣਾ ਹੈ। ਇਹ ਡਿਸੀਜਨਸ ਵੀ ਤੁਸੀਂ ਲੈਣੇ ਹਨ। And now I think I have shared my journey. Now we will have a two-way interaction as well. ਤੁਸੀਂ ਵੀ ਆਪਣੇ ਸਵਾਲ ਮੈਨੂੰ ਪੁੱਛ ਸਕਦੇ ਹੋ। ਹਾਈ ਦੀਦੀ, ਮੇਰਾ ਨਾਮ ਹਰਮਿਲਨ ਹੈ ਅਤੇ ਮੈਂ ਇੱਕ ਪ੍ਰੋਫੈਸ਼ਨਲ ਐਥਲੀਟ ਹਾਂ ਮਾਈਸੈਲਫ। ਅਤੇ ਮੇਰਾ ਇੰਟਰਸਟ ਸਿਵਲ ਸਰਵਿਸਿਜ਼ ਵੱਲ ਜ਼ਰੂਰ ਹੈ, ਪਰ ਮੈਨੂੰ ਬੇਸਿਕ ਤੋਂ ਸਟਾਰਟ ਕਰਨ ਤੋਂ ਥੋੜ੍ਹੀ ਪ੍ਰੋਬਲਮ ਆਉਂਦੀ ਹੈ ਕਿ ਫਰੋਮ ਵੇਅਰ ਟੂ ਸਟਾਰਟ। ਜਿਵੇਂ ਤੁਸੀਂ ਕਿਹਾ ਕਿ ਸੋਰਸਿਸ ਬਹੁਤ ਨੇ ਮਾਰਕੀਟ ਦੇ ਵਿੱਚ, ਪਰ ਜ਼ੀਰੋ ਤੋਂ ਕਿਵੇਂ ਸਟਾਰਟ ਕਰਨਾ ਉਹ ਮੈਨੂੰ ਸਰ ਹੋਰੀ ਗਾਈਡ ਕਰ ਦਿੰਦੇ ਆ, ਪਰ ਕਿਹੜੀ ਬੁੱਕ ਲੈਣੀ ਆ, ਕਿੱਥੋਂ ਕਰਨਾ, ਉਹ ਮੈਨੂੰ ਥੋੜ੍ਹਾ ਜਿਹਾ ਡਾਊਟ ਰਹਿੰਦਾ ਵੀ ਕਿੱਥੋਂ ਕਰਨਾ ਚਾਹੀਦਾ। ਤੁਸੀਂ ਗ੍ਰੈਜੂਏਸ਼ਨ ਕਰ? ਹਾਂਜੀ, ਮੇਰਾ ਫਾਈਨਲ ਈਅਰ ਹੈ, ਸੋਸ਼ਲ ਸਾਇੰਸ ਆਨਰਸ। ਸੋਸ਼ਲ ਸਾਇੰਸ ਆਨਰਸ, ਓਕੇ। ਵੈਸੇ ਤਾਂ ਆਪਾਂ ਨੂੰ ਗ੍ਰੈਜੂਏਸ਼ਨ ਦੇ ਜਿਹੜੇ ਸਬਜੈਕਟਸ ਨੇ ਹੈ ਨਾ, ਉਹ ਵੀ ਆਪਾਂ ਨੂੰ ਹੈਲਪ ਕਰਦੇ ਨੇ, ਬਟ ਇਫ ਯੂ ਆਰ ਬਿਗਨਿੰਗ ਯੂਰ UPSC ਜਰਨੀ ਤਾਂ ਤੁਹਾਨੂੰ NCERTs ਦਾ ਕਰਨ ਦੀ ਲੋੜ ਨਹੀਂ, ਕਿਉਂਕਿ ਹੁਣ ਤੁਸੀਂ ਉਸ ਦੇ ਨਾਲ ਕਨੈਕਟਡ ਹੋ ਹਿਊਮੈਨਿਟੀਜ਼ ਦੇ ਨਾਲ। ਸੋ ਯੂ ਕੈਨ ਬਿਗਨ ਵਿਦ ਇੱਕ ਤਾਂ ਨਿਊਜ਼ਪੇਪਰ ਰੋਜ਼ ਪੜ੍ਹਨਾ ਸਟਾਰਟ ਕਰ ਦਿਓ। ਉਸ ਤੋਂ ਇਲਾਵਾ ਤੁਸੀਂ ਜਿਹੜੇ ਆਪਣੇ ਬੇਸਿਕ ਸਬਜੈਕਟਸ ਨੇ, ਪਹਿਲੀ ਰੀਡਿੰਗ ਲੈਣੀ ਆ ਹਰੇਕ ਸਬਜੈਕਟ ਦੀ। ਫੋਰ ਐਗਜ਼ਾਮਪਲ ਸਿਲੇਬਸ ਉਠਾ ਲਿਆ, ਉਸ ਦੇ ਵਿੱਚ ਪਤਾ ਲੱਗ ਜਾਏਗਾ ਕਿ ਪੋਲਿਟੀ ਹੈ, ਗਵਰਨੈਂਸ ਹੈ, ਸੋਸ਼ਲ ਜਸਟਿਸ ਹੈ, ਸਾਰੇ ਸਬਜੈਕਟ ਆਈਡੈਂਟੀਫਾਈ ਕਰ ਲਓ। ਫਿਰ ਦੇਖੋ ਕਿ ਪੋਲਿਟੀ ਲਈ ਲਕਸ਼ਮੀਕਾਂਤ ਦੀ ਬੁੱਕ ਹੈ, ਉਹਨੂੰ ਆਪਾਂ ਨੇ ਪੜ੍ਹਨਾ ਅੱਛੇ ਤਰੀਕੇ ਨਾਲ। ਪਹਿਲੀ ਰੀਡਿੰਗ ਦੇ ਵਿੱਚ ਟਾਈਮ ਲੱਗੇਗਾ, ਆਰਾਮ ਨਾਲ ਉਹਨੂੰ ਪੜ੍ਹਨਾ ਹੈ ਅਤੇ ਅੱਛੇ ਤਰੀਕੇ ਨਾਲ ਕਨਸੈਪਟ ਸਮਝਣੇ ਨੇ। ਐਂਡ ਦੈਨ ਫਿਰ ਉਸ ਤੋਂ ਬਾਅਦ ਤੁਸੀਂ ਉਹਨੂੰ ਹਾਈਲਾਈਟ ਵੀ ਕਰਦੇ ਜਾਣਾ, ਕਿਉਂਕਿ ਜਦੋਂ ਤੁਸੀਂ ਸੈਕਿੰਡ ਰੀਡਿੰਗ ਕਰਨੀ ਹੈ ਨਾ, ਤਾਂ ਉਹ 700-800 ਪੇਜਸ ਦੀ ਉਹ ਛੋਟੀ ਆਪਣੇ ਆਪ ਹੀ ਹੋ ਜਾਏਗੀ। ਅੰਡਰਲਾਈਨ ਕਰੋਗੇ, ਇੰਪੋਰਟੈਂਟ ਆਈਡੈਂਟੀਫਾਈ ਕਰੋਗੇ। ਸੋ ਪੋਲਿਟੀ ਲਈ ਲਕਸ਼ਮੀਕਾਂਤ ਹੈ, ਅਤੇ ਹਿਸਟਰੀ ਦੇ ਲਈ ਸਪੈਕਟਰਮ ਦੀ ਬੁੱਕ ਆਉਂਦੀ ਹੈ, ਐਂਡ ਏਂਸ਼ੀਅੰਟ ਅਤੇ ਮੈਡੀਵਲ ਹਿਸਟਰੀ ਦੇ ਲਈ +1+2 ਦੀ NCERT, ਜੋਗ੍ਰਾਫੀ ਲਈ ਵੀ +1+2 NCERT ਤੋਂ ਸਟਾਰਟ ਕਰ ਸਕਦੇ ਹੋ। ਉਸ ਤੋਂ ਇਲਾਵਾ ਆਪਣੇ ਸਾਇੰਸ ਐਂਡ ਟੈਕ ਅਤੇ ਇਨਵਾਇਰਮੈਂਟ ਲਈ ਕੋਈ ਸਟੈਂਡਰਡ ਬੁੱਕ ਨਹੀਂ ਹੈ, ਉਹ ਆਪਾਂ ਨਿਊਜ਼ਪੇਪਰ ਤੋਂ, ਮੈਗਜ਼ੀਨਸ ਤੋਂ ਕਵਰ ਕਰ ਸਕਦੇ ਹਾਂ। ਅਪਾਰਟ ਫਰੋਮ ਦੈਟ ਹੋਰ ਆਪਣੇ ਸਬਜੈਕਟਸ ਕਿਹੜੇ ਨੇ, ਇਫ ਯੂ ਕੈਨ? ਸੋਸ਼ੀਓਲੋਜੀ ਆਪਾਂ ਨੂੰ ਇਸ ਦੇ ਵਿੱਚ ਐਜ਼ ਏ ਆਪਸ਼ਨਲ। ਹਾਂਜੀ, ਤੁਸੀਂ ਆਪਸ਼ਨਲ ਸੋਚ ਰਹੇ ਹੋ ਨਾ? ਆਪਸ਼ਨਲ ਵੀ ਸੋਚ ਰਹੀ ਹਾਂ, ਪਰ ਮੇਰਾ ਪੋਲੀਟੀਕਲ ਸਾਇੰਸ ਦੇ ਵਿੱਚ ਇੰਟਰਸਟ ਜ਼ਿਆਦਾ ਹੈ। ਤਾਂ ਕੋਈ ਗੱਲ ਨਹੀਂ, ਇਹ ਡਿਸੀਜਨ ਜਿਵੇਂ ਮੈਂ ਪਹਿਲਾਂ ਦੱਸਿਆ ਕਰੂਸ਼ੀਅਲ ਹੈ, ਬੜਾ ਸੋਚ ਸਮਝ ਕੇ ਲੈਣਾ ਕਿ ਮੈਂ ਸੋਸ਼ੀਓਲੋਜੀ ਲੈਣਾ ਕਿ ਪੋਲੀਟੀਕਲ ਸਾਇੰਸ। ਦੋਨਾਂ ਦਾ ਸਿਲੇਬਸ ਦੇਖ ਲਓ, ਦੋਨਾਂ ਦੇ PYQs ਦੇਖ ਲਓ, ਐਂਡ ਫਿਰ ਦੇਖੋ ਕਿ ਮੈਨੂੰ ਕਿਹੜੇ ਸਬਜੈਕਟ ਸਮਝ ਆ ਰਿਹਾ, ਜ਼ਿਆਦਾ ਇੰਟਰਸਟਿੰਗ ਲੱਗ ਰਿਹਾ ਅਤੇ ਸਮਝ ਆ ਰਿਹਾ। ਬਿਕੋਜ਼ ਆਪਸ਼ਨਲ ਦੇ ਵਿੱਚ ਆਪਾਂ ਥੋੜ੍ਹਾ ਡੂੰਘਾ ਵੀ ਪੜ੍ਹਦੇ ਹਾਂ, ਜੇ ਆਪਾਂ ਨਾਲ ਇੰਟਰਸਟ ਨਾ ਹੋਇਆ ਫਿਰ ਆਪਾਂ ਬੋਰ ਹੋ ਜਾਵਾਂਗੇ ਅਤੇ ਇਹਨੂੰ ਜ਼ਿਆਦਾ ਪੜ੍ਹਨਾ ਪੈਂਦਾ, ਬਹੁਤ ਜ਼ਿਆਦਾ। ਸੋ ਟੇਕ ਦਿਸ ਡਿਸੀਜਨ ਕਰੂਸ਼ਲੀ। ਸੋਸ਼ੀਓਲੋਜੀ ਦੇ ਲਈ ਤਾਂ ਮੈਨੂੰ ਬੁੱਕਸ ਨਹੀਂ ਪਤਾ ਹੈਗੀਆਂ। ਵੈਸੇ ਆਈ ਥਿੰਕ +1+2 ਦੀ ਵੀ ਇੱਕ ਬੁੱਕ ਹੈ ਸੋਸ਼ੀਓਲੋਜੀ ਦੇ ਉੱਪਰ, ਇਫ ਯੂ ਵਾਂਟ ਟੂ ਸਟਾਰਟ ਫਰੋਮ ਦੇਅਰ। ਬਟ ਜੇ ਤੁਹਾਡਾ ਗ੍ਰੈਜੂਏਸ਼ਨ 'ਚ ਉਹ ਸਬਜੈਕਟ ਹੈ ਦੈਨ ਤੁਸੀਂ ਉੱਥੋਂ ਵੀ ਕੰਟੀਨਿਊ ਕਰ ਸਕਦੇ ਹੋ। ਐਜ਼ ਐਨ ਆਪਸ਼ਨਲ ਤੁਸੀਂ ਕਿਸੇ ਟੋਪਰ ਟਾਕ ਦੀ ਸੁਣ ਕੇ ਕਿਹੜੀਆਂ ਬੁੱਕਸ ਪੜ੍ਹਨੀਆਂ ਨੇ ਰੈਫਰ ਕਰ। ਠੀਕ ਹੈ। ਅਤੇ ਦੀਦੀ PCS ਔਰ UPSC ਦਾ ਤਰੀਕਾ ਸੇਮ ਹੀ ਹੈ ਕਰਨ ਦਾ? ਆਲਮੋਸਟ ਸੇਮ ਹੀ ਹੈ, ਬਹੁਤ ਸਿਮਿਲੈਰਿਟੀਜ਼ ਨੇ ਉਹਦੇ ਵਿੱਚ, ਬਸ ਆਪਸ਼ਨਲ ਨਹੀਂ ਹੁੰਦਾ PCS ਦੇ ਵਿੱਚ। ਅਤੇ ਪ੍ਰੀਲਿਮਸ ਤੋਂ ਤੁਸੀਂ ਦੇਖਿਆ ਹੀ ਹੈ, ਪੈਟਰਨ ਆਲਮੋਸਟ ਸੇਮ ਹੈ। ਮੇਨਸ ਦੇ ਵਿੱਚ ਥੋੜ੍ਹੀ ਜਿਹੀ ਚੇਂਜਸ ਆਉਂਦੀਆਂ ਨੇ, ਬਟ ਸਟਿਲ ਆਨਸਰ ਰਾਈਟਿੰਗ ਦੀ ਪ੍ਰੈਕਟਿਸ ਉਹ 'ਚ ਵੀ ਕਰਨੀ ਹੈ, ਇਹ 'ਚ ਵੀ ਕਰਨੀ ਹੈ। ਜੇ ਤੁਸੀਂ UPSC ਦੀ ਤਿਆਰੀ ਕਰ ਰਹੇ ਹੋ ਤਾਂ PCS ਦੀ ਤਿਆਰੀ ਵੀ ਨਾਲ ਹੋ ਰਹੀ ਹੈ। ਥੈਂਕ ਯੂ, ਆਲ ਦ ਬੈਸਟ। ਥੈਂਕ ਯੂ ਦੀਦੀ, ਮੇਰਾ ਨਾਮ ਲਵਪ੍ਰੀਤ ਹੈ। ਫਸਟ ਆਫ ਆਲ ਕੰਗ੍ਰੈਚੁਲੇਸ਼ਨਸ। ਥੈਂਕ ਯੂ, ਵੈਲਕਮ। ਤੇ ਦੀ ਮੈਂ ਇੱਦਾਂ ਪੁੱਛਣਾ ਸੀਗਾ ਕਿ ਮੈਂ ਇੱਕ ਡਿਫੈਂਸ ਐਸਪੀਰੈਂਟ ਹਾਂ, ਮੈਂ NDA ਕਲੀਅਰਡ ਹਾਂ, SSB ਵੀ ਫੇਸ ਕੀਤਾ ਹੋਇਆ ਮੈਂ, ਬਟ ਉਸ 'ਚ ਮੈਂ ਕਾਫੀ ਟੋਪਰ ਟਾਕਸ ਸੁਣੀਆਂ ਨੇ, ਤਾਂ ਉਹ ਕਹਿੰਦੇ ਨੇ ਕਿ ਮੋਸਟਲੀ 20 ਆਵਰਸ ਦੀ ਸਟੱਡੀ ਜਾਂ ਫਿਰ ਕੁਛ 10 ਆਵਰਸ 12 ਆਵਰਸ, ਉਹ ਚੀਜ਼ ਹੁੰਦੀ ਨਹੀਂ ਆ, ਵੀ ਆਪਾਂ ਕੰਟੀਨਿਊਸ ਨਹੀਂ ਪੜ੍ਹ ਸਕਦੇ। ਉਹਦੇ ਬਾਰੇ ਕੁਛ ਦੱਸੋਗੇ ਕਿ ਕਿੱਦਾਂ ਤੁਸੀਂ ਟਾਈਮ ਮੈਨੇਜ ਕੀਤਾ UPSC ਲਈ? ਤੁਹਾਡਾ ਟਾਈਮ ਟੇਬਲ ਕਿੱਦਾਂ ਸੀਗਾ, ਕਿੱਦਾਂ ਤੁਸੀਂ ਸਾਰਾ ਕੁਝ ਮੈਨੇਜ ਕੀਤਾ? ਦੈਟਸ ਅ ਵੈਰੀ ਗੁੱਡ ਕੁਐਸਚਨ ਕਿ ਆਪਾਂ ਨੂੰ ਟਾਈਮ ਦੇ ਉੱਪਰ ਕਿਵੇਂ ਆਪਾਂ ਮੈਨੇਜ ਕਰਨਾ ਹੈ। ਫਸਟ ਆਫ ਆਲ ਤਾਂ ਇਹ ਗੱਲ ਹੈ ਕਿ ਆਪਾਂ ਨੂੰ ਕੋਈ ਕਹਿ ਦਿੰਦਾ ਕਿ 10 ਘੰਟੇ ਪੜ੍ਹਨੇ, 12 ਘੰਟੇ ਪੜ੍ਹਨੇ, 20 ਘੰਟੇ ਪੜ੍ਹਨੇ, ਇਹ ਚੱਕਰਾਂ 'ਚ ਆਪਾਂ ਨਹੀਂ ਪੈਣਾ ਹੈਗਾ। ਆਪਾਂ ਨੇ ਟਾਈਮ ਪਹਿਲਾਂ ਨਹੀਂ ਆਪਣਾ ਮੈਨੇਜ ਕਰਨਾ, ਆਪਾਂ ਨੇ ਇਹ ਦੇਖਣਾ ਕਿ ਮੇਰੀਆਂ ਪ੍ਰਾਇਰਿਟੀਜ਼ ਕੀ ਨੇ। ਫੋਰ ਐਗਜ਼ਾਮਪਲ, ਮੈਂ ਅੱਜ ਦੇ ਦਿਨ ਦੇ ਵਿੱਚ ਇਸ ਪਰਟੀਕੂਲਰ ਬੁੱਕ ਦੇ 5 ਚੈਪਟਰਸ ਕਰਨੇ ਨੇ ਅਤੇ ਇੱਕ ਟੈਸਟ ਵੀ ਲਗਾਉਣਾ ਹੈ ਅਤੇ ਇੱਕ ਨਿਊਜ਼ਪੇਪਰ ਵੀ ਪੜ੍ਹਨਾ ਹੈ, ਤਾਂ ਮੇਰੇ ਇਹ 3 ਟਾਸਕ ਮੈਂ ਡਿਸਾਈਡ ਕਰ ਲਏ। ਹੁਣ ਉਹ ਟਾਸਕ ਦੇ ਅਕੋਰਡਿੰਗ ਮੈਂ ਟਾਈਮ ਨੂੰ ਮੈਨੇਜ ਕਰਾਂਗੀ। ਮਤਲਬ ਟਾਈਮ ਮੇਰੀ ਸੈਕੰਡਰੀ ਚੀਜ਼ ਹੈ ਅਤੇ ਜੋ ਮੇਰੇ ਟਾਰਗੇਟਸ ਨੇ ਉਹ ਮੇਰੀ ਪ੍ਰਾਇਮਰੀ ਚੀਜ਼ ਹੈ। ਅਤੇ ਜੇ ਮੈਂ ਹਰ ਰੋਜ਼ 6 ਘੰਟੇ ਪੜ੍ਹ ਰਹੀ ਹਾਂ ਨਾ ਕੰਸਿਸਟੈਂਟਲੀ,
ਤਾਂ ਵੀ ਉਸ ਦੇ ਨਾਲ ਵੀ ਆਪਣਾ ਰਿਜ਼ਲਟ ਸੇਮ ਹੀ ਹੈ। ਬਟ ਜੇ ਆਪਾਂ ਇੱਕ ਦਿਨ 20 ਘੰਟੇ ਪੜ੍ਹ ਲਏ, ਅਗਲੇ ਦਿਨ ਆਪਾਂ ਬਿਲਕੁਲ ਨਹੀਂ ਪੜ੍ਹੇ, ਫਿਰ 2 ਘੰਟੇ ਹੋ ਗਿਆ, ਫਿਰ ਉਹ ਕੰਸਿਸਟੈਂਸੀ ਨਹੀਂ ਹੈ। ਸੋ ਦਾ ਆਨਸਰ ਇਜ਼ ਕੰਸਿਸਟੈਂਸੀ। ਜੇ ਤੁਸੀਂ ਰੋਜ਼ ਓਨੇ ਹੀ ਘੰਟੇ ਪੜ੍ਹਦੇ ਹੋ ਤਾਂ ਉਹਦੇ ਨਾਲ ਉਹ ਬਿਲਡ ਹੋ ਜਾਂਦਾ। ਸੋ 2 ਚੀਜ਼ਾਂ ਨੇ, ਨੰਬਰ 1 ਪ੍ਰਾਇਓਰਟਾਈਜ਼ ਯੂਅਰ ਟਾਰਗੇਟਸ, ਨੰਬਰ 2 ਕੰਸਿਸਟੈਂਸੀ। ਠੀਕ ਹੈ, ਹਜੇ ਤੁਹਾਨੂੰ ਟਾਈਮ ਵੀ ਲੱਗੇਗਾ। ਫਸਟ ਆਫ ਆਲ ਤੁਸੀਂ 2 ਘੰਟੇ ਦੀ ਸਿਟਿੰਗ ਬਣਾਓ, ਗ੍ਰੈਜੂਅਲੀ ਉਹਨੂੰ 4 ਘੰਟੇ 'ਤੇ ਲੈ ਕੇ ਆਓ, 6 ਘੰਟੇ, ਫਿਰ 8 ਘੰਟੇ, ਫਿਰ ਜਦ ਤੁਹਾਨੂੰ ਪਤਾ ਲੱਗੇਗਾ ਮੈਂ ਇਹ ਵੀ ਕਰਨਾ ਉਹ ਵੀ ਕਰਨਾ, ਆਪਣੇ ਆਪ ਹੀ ਉਹ ਟਾਈਮ ਇਨਕਰੀਜ਼ ਹੋ ਜਾਏਗਾ। ਓਕੇ। ਤੇ ਦੀ ਇੱਕ ਕੁਐਸਚਨ ਹੋਰ ਸੀਗਾ ਕਿ ਜਿੱਦਾਂ ਤੁਸੀਂ UPSC ਕਲੀਅਰ ਕੀਤਾ ਤੇ ਮੇਰੇ ਮਾਈਂਡ 'ਚ ਇਹ ਡਾਊਟ ਹੈ ਕਿ ਉਹਦੇ 'ਚ ਮੈਥਸ ਕਿੰਨਾ ਕੁ ਆਉਂਦਾ? ਓਕੇ, CSAT ਦਾ ਐਗਜ਼ਾਮ ਸੁਣਿਆ? ਹਾਂਜੀ ਸੁਣਿਆ ਤਾਂ। ਉਹਦੇ ਵਿੱਚ ਮੈਥਸ ਆਉਂਦਾ ਹੈ। ਠੀਕ ਹੈ, ਤੇ ਉਹਦੇ ਵਿੱਚ ਆਪਾਂ ਵੈਸੇ ਬਹੁਤ ਸਿੰਪਲ ਲੈਵਲ ਦਾ ਮੈਥ ਆਉਂਦਾ, ਬਟ ਹੁਣ ਉਹਨਾਂ ਨੇ ਥੋੜ੍ਹਾ ਜਿਹਾ ਲੈਵਲ ਟਫ ਕਰ ਦਿੱਤਾ ਹੈ। ਤੇ ਆਪਣੀ ਮੈਥ ਦੇ ਆਪਣਾ ਸਟਰੋਂਗ ਹੋਣਾ ਚਾਹੀਦਾ। ਉਹਦੇ 'ਚ ਰੀਡਿੰਗ ਕੰਪਰੀਹੈਂਸ਼ਨ ਵੀ ਹੈ, ਰੀਜ਼ਨਿੰਗ ਵੀ ਹੈ, ਮੈਥ ਦੇ ਕੁਐਸਚਨਸ ਵੀ ਨੇ। ਤੇ ਜਦੋਂ CSAT ਦਾ ਪੇਪਰ ਆਉਂਦਾ ਨਾ ਤਾਂ ਉਹਦੇ ਵਿੱਚ ਆਪਣਾ ਜੇ ਮੈਥ ਅੱਛਾ ਹੋਏਗਾ, 10th ਤੱਕ ਦਾ ਵੀ ਕਹਿੰਦੇ ਨੇ ਬੇਸਿਕ ਲੈਵਲ, ਪਰਮੂਟੇਸ਼ਨ, ਕੰਬੀਨੇਸ਼ਨ, ਉਹ ਸਾਰੇ ਜਿਹੜੇ ਟੌਪਿਕਸ ਨੇ ਉਹ ਤੁਸੀਂ ਤਿਆਰ ਕਰਨੇ ਨੇ। ਥੈਂਕ ਯੂ ਦੀ, ਕੰਗ੍ਰੈਚੁਲੇਸ਼ਨਸ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਵਜੋਤ ਹੈ। ਅਤੇ ਦੀਦੀ ਮੈਨੂੰ ਨਾ ਇੱਕ ਕਨਫਿਊਜ਼ਨ ਹੈ, ਜਿਵੇਂ ਆਪਾਂ ਇਕਨੋਮਿਕ ਸਬਜੈਕਟ ਹੈ ਉਹਨੂੰ ਬਹੁਤ ਡਾਇਨਾਮਿਕ ਮੰਨਿਆ ਜਾਂਦਾ ਹੈ, ਆਪਾਂ ਕਰੰਟ ਬੇਸ 'ਤੇ ਵੀ ਪੜ੍ਹਦੇ ਹਾਂ ਅਤੇ ਉਹ ਰੋਜ਼ ਚੇਂਜ ਹੁੰਦੀ ਆ। ਕੋਈ ਤੁਸੀਂ ਸਪੈਸੀਫਿਕ ਟੋਪਿਕ ਦੱਸ ਦਿਓ ਵੀ ਜਿਹੜੇ ਆਪਾਂ ਜਿਨ੍ਹਾਂ 'ਤੇ ਵੱਧ ਫੋਕਸ ਕਰੀਏ ਇਕਨੋਮੀ ਖਾਤਰ, ਜਿਹੜੇ ਆਪਾਂ ਨੂੰ ਪ੍ਰੀਲਿਮਸ ਅਤੇ ਮੇਨਸ ਦੇ ਵਿੱਚ ਹੈਲਪ ਕਰਨ, ਕਿਉਂਕਿ ਉਹ ਰੋਜ਼ ਚੇਂਜ ਹੁੰਦੀ ਆ, ਡਿਫੀਕਲਟ ਵੀ ਲੱਗਦੀ ਆ। ਤੁਸੀਂ ਟੋਪਿਕ ਦੱਸ ਦਿਓ ਵੀ ਕਿਹਨਾਂ 'ਤੇ ਵੱਧ ਫੋਕਸ ਕਰੋ। ਓਕੇ, ਜੋ ਇਕਨੋਮਿਕਸ ਦਾ ਸਬਜੈਕਟ ਹੈ ਨਾ, ਵੈਸੇ ਹਾਂ ਉਹ ਮਤਲਬ ਕਿ ਉਹਦੇ ਵਿੱਚ ਵੀ ਚੇਂਜਸ ਆਉਂਦੀਆਂ ਨੇ, ਬਟ ਜਿਵੇਂ ਆਪਣੀ ਨਾ ਜਿਹੜੀ ਮੋਨੀਟਰੀ ਪੋਲਿਸੀ ਹੈ ਅਤੇ ਫਿਸਕਲ ਪੋਲਿਸੀ ਹੈ, ਬੈਂਕਿੰਗ ਦਾ ਹੋ ਗਿਆ, ਐਂਡ ਉਸ ਤੋਂ ਇਲਾਵਾ ਜਿਹੜੇ ਆਪਣੇ ਲਾਅ ਆਫ ਡਿਮਾਂਡ ਐਂਡ ਸਪਲਾਈ ਹੈ, ਇਹ ਜੋ ਬਹੁਤ ਜ਼ਿਆਦਾ ਬੇਸਿਕ ਕੰਸੈਪਟ ਹੈ, ਪਹਿਲਾਂ ਤਾਂ ਉਹ ਆਪਣੇ ਬਹੁਤ ਅੱਛੇ ਹੋਣੇ ਚਾਹੀਦੇ ਨੇ। ਹਰੇਕ ਸਬਜੈਕਟ ਦਾ ਨਾ ਇੱਕ ਸਟੈਟਿਕ ਪਾਰਟ ਹੈ, ਇੱਕ ਕਰੰਟ ਪਾਰਟ ਹੈ। ਜੋ ਸਟੈਟਿਕ ਪਾਰਟ ਹੈ ਉਹ ਚੇਂਜ ਨਹੀਂ ਹੁੰਦਾ, ਉਹ ਆਪਣੇ ਫਾਊਂਡੇਸ਼ਨ ਨੇ, ਉਹ ਅੱਛੇ ਤਰੀਕੇ ਨਾਲ ਕਲੀਅਰ ਹੋਣੇ ਚਾਹੀਦੇ ਨੇ ਕੌਨਸੈਪਟਸ। ਠੀਕ ਹੈ, ਉਸ ਤੋਂ ਇਲਾਵਾ ਜਿਹੜਾ ਕਰੰਟ ਹੈ ਇਕਨੋਮਿਕਸ ਦਾ, ਉਹ ਆਪਾਂ ਨੇ ਜੋ ਇਕਨੋਮਿਕ ਸਰਵੇ ਆਉਂਦਾ ਹੈ, ਇੱਕ ਯੂਨੀਅਨ ਬਜਟ ਆਉਂਦਾ ਹੈ, ਉਹ ਵੀ ਆਪਾਂ ਨੇ ਅੱਛੇ ਤਰੀਕੇ ਨਾਲ ਤਿਆਰ ਕਰਨਾ ਹੈ। ਉਹ ਜ਼ਿਆਦਾ ਕੰਮ ਆਉਂਦਾ ਆਪਣੇ ਮੇਨਸ ਦੇ ਵਿੱਚ। ਮੇਨਸ ਦੇ ਵਿੱਚ ਕੁਐਸਚਨਸ ਆਉਂਦੇ ਨੇ ਇਕਨੋਮਿਕਸ ਦੇ ਉੱਪਰ, ਉਹ ਡਾਇਰੈਕਟ ਇਕਨੋਮਿਕ ਪੋਲਿਸੀਜ਼ ਦੇ ਉੱਪਰ ਬਹੁਤ ਡਾਇਵਰਸ ਅਤੇ ਡਾਇਨਾਮਿਕ ਕੁਐਸਚਨਸ ਆਉਂਦੇ ਨੇ। ਉੱਥੇ ਆਪਾਂ ਇਕਨੋਮਿਕ ਸਰਵੇ ਅਤੇ ਯੂਨੀਅਨ ਬਜਟ ਨੂੰ ਯੂਜ਼ ਕਰ ਸਕਦੇ ਹਾਂ। ਥੈਂਕ ਯੂ। ਗੁੱਡ ਮਾਰਨਿੰਗ ਮੈਮ। ਗੁੱਡ ਮਾਰਨਿੰਗ ਮੈਮ, ਮੇਰਾ ਇਹ ਕੁਐਸਚਨ ਹੈ ਕਿ ਜਿਵੇਂ ਜਦ ਆਪਾਂ ਪ੍ਰੈਪਰੇਸ਼ਨ ਮਤਲਬ ਕਰ ਰਹੇ ਹੁੰਦੇ ਹਾਂ ਕੋਈ ਟੌਪਿਕ ਦੀ, ਤਾਂ ਮਤਲਬ ਮੇਰੀ ਇਹ ਪਰਸਨਲ ਪ੍ਰੋਬਲਮ ਆ ਕਿ ਮਤਲਬ ਆਈ ਡੋਂਟ ਨੋ ਵੇਅਰ ਟੂ ਸਟਾਪ, ਖਾਸ ਕਰ ਜੇ ਐਬਸਟਰੈਕਟ ਕੋਈ ਸਬਜੈਕਟ ਹੋਵੇ ਜਾਂ ਉਹਦਾ ਟੌਪਿਕ ਦਾ ਐਸੈਂਸ ਹੋਵੇ, ਲਾਈਕ ਮਤਲਬ ਜੇ ਕੋਈ ਉਹਦੀ ਲਿਮਿਟ ਵੀ ਹੈਗੀ ਆ, ਆਈ ਫੀਲ ਲਾਈਕ ਅਨਸੈਟਿਸਫੈਕਟਰੀ ਕਿ ਹਲੇ ਪੂਰਾ ਨਹੀਂ ਹੋਇਆ ਉਹ। ਸੋ ਲਾਈਕ ਵੈਨ ਸ਼ੁਡ ਆਈ ਐਕਚੁਅਲੀ ਸਟਾਪ? ਸੌਰੀ। ਓਕੇ, ਸੋ ਵੈਨ ਵੀ ਸ਼ੁੱਡ ਸਟਾਪ। ਓਕੇ, ਇਹਦਾ ਜੋ ਆਨਸਰ ਹੈ ਉਹ ਸਾਨੂੰ PYQs ਦੇਣਗੇ, ਰਾਈਟ। ਸੋ ਜਿਵੇਂ ਫੋਰ ਐਗਜ਼ਾਮਪਲ ਮੈਂ ਕੋਈ ਟੌਪਿਕ ਉਠਾਇਆ, ਲੈਟ ਅਸ ਸੇ ਕਿ ਜਿਵੇਂ ਆਪਾਂ ਕੋਈ ਪੋਲਿਟੀ ਦਾ ਸੁਪਰੀਮ ਕੋਰਟ ਦਾ ਚੈਪਟਰ ਹੈ, ਰਾਈਟ। ਹੁਣ ਉਹਦੇ ਵਿੱਚ ਆਪਾਂ ਨੂੰ ਪ੍ਰੀਲਿਮਸ ਦੇ ਲਈ ਤਾਂ ਉਹ ਪੁੱਛ ਰਹੇ ਨੇ ਕਿ ਉਸ ਦੀਆਂ ਪਾਵਰਸ ਜਾਂ ਕੁਝ ਆਰਟੀਕਲਸ ਵਗੈਰਾ ਤਿਆਰ ਹੋਣੇ ਚਾਹੀਦੇ ਨੇ। ਉਹਦੀ ਜੋ ਤਿਆਰੀ ਹੈ, ਮੈਨੂੰ ਕਿਵੇਂ ਪਤਾ ਲੱਗੇਗਾ ਕਿ ਪ੍ਰੀਲਿਮਸ ਲਈ ਮੈਂ ਸਿਰਫ ਇੰਨਾ ਹੀ ਪੜ੍ਹਨਾ ਹੈ? ਤੁਸੀਂ ਪਿਛਲੇ ਸਾਲਾਂ ਦੇ ਕੁਐਸਚਨਸ ਦੇਖੋ, ਉਹ ਕਿੱਦਾਂ ਦੇ ਆਰ ਆਸਕਿੰਗ ਅਬਾਊਟ ਆਰਟੀਕਲਸ, ਦੇ ਆਰ ਆਸਕਿੰਗ ਦੇਅਰ ਪਾਵਰਸ, ਹੈ ਨਾ, ਇਹ ਪੁੱਛ ਰਹੇ ਨੇ। ਤਾਂ ਉਹ ਮੇਰੀਆਂ ਅੱਛੇ ਤਰੀਕੇ ਨਾਲ ਤਿਆਰ ਹੋਣੀਆਂ ਚਾਹੀਦੀਆਂ ਨੇ। ਐਂਡ ਜਦੋਂ ਆਪਾਂ ਮੇਨਸ ਦੀ ਗੱਲ ਕਰਦੇ ਹਾਂ, ਹੈ ਨਾ, ਉਹਦੇ ਵਿੱਚ ਉਹ ਆਰਟੀਕਲ 21 ਹੋ ਗਿਆ, ਹੈ ਨਾ, ਸੁਪਰੀਮ ਕੋਰਟ ਦੀਆਂ ਕੋਈ ਜਜਮੈਂਟ ਹੋ ਗਈਆਂ ਜੋ ਕਾਫੀ ਜ਼ਿਆਦਾ ਚੱਲ ਰਹੀਆਂ ਨੇ, ਆਪਾਂ ਨੇ ਉਹ ਤਿਆਰ ਕਰਨੀਆਂ ਨੇ, ਰਾਈਟ। ਜਦੋਂ ਤੁਸੀਂ ਪਿਛਲੇ ਸਾਲਾਂ ਦੇ ਕੁਐਸਚਨਸ ਦੇਖਦੇ ਹੋ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੈਂ ਕਿੱਥੇ ਕੁ ਰੁਕਣਾ ਹੈ। ਇਹਦੇ ਵਿੱਚ ਆਪਾਂ ਨੇ ਮਾਸਟਰੀ ਨਹੀਂ ਗੇਨ ਕਰਨੀ, ਆਪਾਂ ਨੂੰ ਇੱਕ ਬੇਸਿਕ ਲੈਵਲ ਦੀ ਸਮਝ ਆ ਗਈ, ਹੈ ਨਾ, ਉਸ ਤੋਂ ਬਾਅਦ ਉਹਨੂੰ ਆਪਾਂ ਨੇ ਬਾਰ-ਬਾਰ ਰਿਵਾਈਜ਼ ਕਰਨਾ। ਸੋ ਪਹਿਲਾ ਇਹਦਾ ਆਨਸਰ ਹੈ ਯੂਜ਼ਿੰਗ PYQs। ਸੈਕਿੰਡ ਇਹਦਾ ਆਨਸਰ ਹੈ ਕਿ ਮੈਂ ਅੱਜ ਤਾਂ ਇਹਨੂੰ ਇੰਨਾ ਪੜ੍ਹ ਰਹੀ ਹਾਂ ਕਿ ਜਦੋਂ ਮੈਂ ਸੈਕਿੰਡ ਰੀਡਿੰਗ ਲਊਂਗੀ ਮੈਂ ਇੰਨਾ ਹੀ ਰਿਵਾਈਜ਼ ਕਰ ਪਾਊਂਗੀ। ਜੇ ਤੁਸੀਂ ਹੁਣੀ ਇੱਕ ਟੌਪਿਕ ਦੇ 10-15 ਪੇਜ ਦੇ ਨੋਟ ਬਣਾ ਲਏ, ਅਗਲੀ ਵਾਰੀ ਕੀ ਤੁਸੀਂ ਉਹ 10-15 ਪੇਜ ਫਿਰ ਤੋਂ ਪੜ੍ਹ ਪਾਓਗੇ? ਨਹੀਂ ਨਾ। ਸੋ ਆਲਵੇਜ਼ ਐਨਸ਼ੋਰ ਕਿ ਮੇਰੇ 1 ਜਾਂ 2 ਜਾਂ 3 ਪੇਜਸ ਦੇ ਨੋਟ ਬਣ ਜਾਣ, ਵੀ ਮੇਰੀ ਰਿਵੀਜ਼ਨ ਵੀ ਸੌਖੀ ਰਹੇ। ਸੋ ਰਿਵੀਜ਼ਨ ਫਰੈਂਡਲੀ ਵੀ ਰੱਖਣਾ ਆਪਣੀ ਪ੍ਰੈਪਰੇਸ਼ਨ ਨੂੰ, ਵੀ ਮੈਂ ਇਹਨੂੰ ਮੁੜ ਕੇ ਆ ਕੇ ਦੁਬਾਰਾ ਪੜ੍ਹਨਾ, ਰਿਵਾਈਜ਼ ਕਰਨਾ, ਅਤੇ PYQs ਦੇ ਉੱਪਰ ਵੀ ਧਿਆਨ ਦੇਣਾ ਵੀ ਕਿੰਨਾ ਪੜ੍ਹਨਾ। ਓਕੇ ਮੈਮ, ਇੱਕ ਸੈਕਿੰਡ ਕੁਐਸਚਨ ਵੀ ਹੈਗਾ about newspaper reading. I do read newspaper, but I think I like often forget about it. ਤਾਂ ਮਤਲਬ ਮੈਂ ਉਹਨੂੰ ਕਿਵੇਂ ਮਤਲਬ ਉਹਦੇ ਨੋਟਸ ਪ੍ਰਿਪੇਅਰ ਕਰਾਂ ਜਾਂ ਜਿਵੇਂ ਮਤਲਬ ਮੈਨੂੰ ਯਾਦ ਰਵੇ? ਨਿਊਜ਼ਪੇਪਰ ਰੀਡ ਕਰਨਾ ਅਤੇ ਉਹਦੇ ਨੋਟਸ ਬਣਾਉਣੇ, ਇਹ ਇੱਕ
ਮਤਲਬ ਕਿ ਕਾਫੀ ਜ਼ਿਆਦਾ ਮਤਲਬ ਫ੍ਰੀਕੁਐਂਟਲੀ ਆਸਕਡ ਕੁਐਸਚਨ ਹੈ। ਸੋ ਨਿਊਜ਼ਪੇਪਰ ਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਆਪਣਾ ਇਹ ਆਈਡੈਂਟੀਫਾਈ ਕਰਨਾ ਕਿ ਸਭ ਕੁਝ ਨਹੀਂ ਪੜ੍ਹਨਾ ਹੈ। ਉਹਦੇ ਵਿੱਚ ਕੁਝ ਮੇਨ ਚੀਜ਼ਾਂ ਨੇ, ਜਿਵੇਂ ਫਰੰਟ ਪੇਜ ਹੈ, ਐਡੀਟੋਰੀਅਲ ਹੈ। ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਇੱਕ ਨਿਊਜ਼ ਆ ਰਹੀ ਹੈ ਤੇ ਉਹ ਮੇਰੇ ਸਿਲੇਬਸ ਨਾਲ ਮੈਚ ਕਰ ਰਹੀ ਹੈ ਜਾਂ ਮੇਰੇ ਆਪਸ਼ਨਲ ਦੇ ਵਿੱਚ ਮੈਨੂੰ ਕੰਮ ਆ ਜਾਏਗੀ, ਉਹਨੂੰ ਜਾਂ ਤਾਂ ਉੱਥੇ ਅੰਡਰਲਾਈਨ ਕਰ ਲਓ, ਕਲਿੱਪਿੰਗ ਲੈ ਸਕਦੇ ਹੋ, ਜਾਂ ਉਹਦੀ ਕੋਈ ਇੱਕ ਅੱਛਾ ਪੁਆਇੰਟ ਹੈ ਉਹ ਆਪਣੇ ਜਿੱਥੇ ਤੁਹਾਡੇ ਸਟੈਟਿਕ ਨੋਟਸ ਬਣੇ ਹੋਏ ਨੇ ਨਾ ਉਹਦੇ ਵਿੱਚ ਥੋੜੀ ਜਿਹੀ ਜਗ੍ਹਾ ਛੱਡਦੇ ਆਪਾਂ ਨੋਟਸ, ਉੱਥੇ ਤੁਸੀਂ ਐਡ ਕਰ ਸਕਦੇ ਹੋ। ਜਿਵੇਂ ਆਹ ਪਰਟੀਕੂਲਰ ਚੱਲ ਰਿਹਾ, ਜਿਵੇਂ ਵਿਮਨ ਰਿਜ਼ਰਵੇਸ਼ਨ ਦਾ ਬਿੱਲ ਹੈ ਨਾ, ਉਹਦੇ ਉੱਪਰ ਡਿਬੇਟ ਚੱਲ ਰਹੀ ਸੀ ਪਾਰਲੀਮੈਂਟ 'ਚ, ਤੁਸੀਂ ਇਹਨੂੰ ਕਿੱਥੇ ਯੂਜ਼ ਕਰ ਸਕਦੇ ਹੋ। GS2 ਦੇ ਵਿੱਚ ਯੂਜ਼ ਕਰ ਸਕਦੇ ਹੋ, PSIR ਦਾ ਆਪਸ਼ਨ ਵਾਲਾ ਉੱਥੇ ਯੂਜ਼ ਕਰ ਸਕਦੇ ਹੋ, ਹੈ ਨਾ। ਸੋ ਉਹ ਜਿਹੜੀ ਨਿਊਜ਼ ਹੈ ਉਹਦਾ ਐਡੀਟੋਰੀਅਲ ਦੇਖੋ, ਉਹਦੇ ਵਿੱਚ ਤੁਹਾਨੂੰ ਅੱਛੇ ਪੁਆਇੰਟਸ ਵੀ ਮਿਲਣਗੇ, ਉਹਦੇ ਨੋਟਸ ਤੁਸੀਂ ਸਟੈਟਿਕ ਨੋਟਸ 'ਚ ਕਵਰ ਕਰ ਲੈਣੇ ਨੇ। ਐਂਡ ਇਹਦਾ ਆਨਸਰ ਇਹੀ ਹੈ, ਜਦੋਂ ਤੁਸੀਂ ਆਪਣੇ ਨੋਟਸ ਨੂੰ ਦੁਬਾਰਾ ਰਿਵਾਈਜ਼ ਕਰੋਗੇ ਤੁਹਾਡੇ ਦਿਮਾਗ 'ਚ ਆ ਹੀ ਜਾਊਗਾ ਵੀ ਇਹ ਚੱਲ ਰਿਹਾ ਸੀ ਨਿਊਜ਼ 'ਚ। ਅਤੇ ਇੱਕ ਹੋਰ ਗੱਲ ਵੀ ਹੈ, ਨਾਲ ਜਦੋਂ ਆਪਾਂ ਪ੍ਰੈਕਟਿਸ ਕਰਦੇ ਰਹਾਂਗੇ ਨਾ, ਆਨਸਰ ਲਿਖਦੇ ਰਹਾਂਗੇ ਡੇਲੀ, ਤਾਂ ਆਪਾਂ ਆਪਣੇ ਆਪ ਹੀ ਮੱਲੋ ਮੱਲੀ ਯਾਦ ਹੋ ਜਾਂਦਾ। ਲਿਖ ਕੇ ਵੀ ਪ੍ਰੈਕਟਿਸ ਕਰਨੀ ਹੈ। ਓਕੇ, Thank you. I have a question. ਯੈਸ। Many congratulations first of all, Thank you so Simran, much. for achieving this AIR 15 rank. On behalf of commerce students, I am a professor of commerce, right? So on behalf of the first year especially, BCom first year. So students commerce they ne. And they really want to go for PCS or some other examinations. ਤੇ ਤੁਸੀਂ ਕਿਵੇਂ, how do you suggest us ਕਿ ਅਸੀਂ ਉਹਨਾਂ ਦੇ mentors ਹਾਂ, we want to teach them extra apart from the studies ਜਿਹੜੀਆਂ ਉਹਨਾਂ ਨੂੰ ਚਾਹੀਦੀਆਂ ਚੀਜ਼ਾਂ for these purposes. Can you guide us? ਵੈਸੇ ਮੈਮ ਤੁਸੀਂ ਸਾਨੂੰ ਗਾਈਡ ਕਰ ਸਕਦੇ ਹੋ, ਬਟ ਸਟਿਲ ਆਈ ਵਿਲ ਟਰਾਈ ਟੂ ਆਨਸਰ ਦਿਸ। ਲਾਈਕ ਵੈਸੇ ਇਹ ਮੈਟਰ ਨਹੀਂ ਕਰਦੀ ਕਿ ਤੁਸੀਂ ਕਿਸ ਸਟਰੀਮ 'ਚੋਂ, BCom, BSc, BA, ਤੁਸੀਂ ਤਿਆਰੀ ਨਾਲ ਕਰ ਸਕਦੇ ਹੋ। ਗ੍ਰੈਜੂਏਸ਼ਨ ਦੇ ਸਬਜੈਕਟਸ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ, ਉੱਥੇ ਵੀ ਆਪਾਂ ਤਿਆਰੀ ਵਧੀਆ ਕਰਨੀ ਹੈ, ਅੱਛੇ ਮਾਰਕਸ ਲੈਣੇ ਨੇ, ਅਤੇ ਉਹਦੀ ਸਟੱਡੀ ਵੀ ਕਿਤੇ ਨਾ ਕਿਤੇ ਕੰਮ ਆ ਸਕਦੀ ਹੈ। ਫੋਰ ਐਗਜ਼ਾਮਪਲ ਜੇ ਕਾਮਰਸ ਦੇ ਵਿੱਚ ਹੀ ਉਹਨੂੰ ਕੋਈ ਆਪਸ਼ਨਲ ਅੱਛਾ ਲੱਗ ਰਿਹਾ ਸਟੂਡੈਂਟ ਨੂੰ, ਅਕਾਊਂਟੈਂਸੀ, ਬਿਜ਼ਨਸ ਔਰ ਐਨੀ ਅਦਰ, ਹੈ ਨਾ, ਉਹ ਉਸ ਸਬਜੈਕਟ ਦੇ ਵਿੱਚ ਅੱਛੀ ਨੌਲੇਜ ਗੇਨ ਕਰੇ, ਉਹਦੀ ਗ੍ਰੈਜੂਏਸ਼ਨ ਦੇ ਵਿੱਚ ਹੈਲਪ ਕਰੇਗਾ। ਅਪਾਰਟ ਫਰੋਮ ਦੈਟ ਜਿਹੜਾ ਉਹਦਾ ਐਕਸਟਰਾ ਟਾਈਮ ਹੈ, ਆਪਾਂ ਨਿਊਜ਼ਪੇਪਰ ਆਪਣੀ ਕਲਾਸਰੂਮਸ ਦੇ ਵਿੱਚ ਡਿਸਕਸ ਕਰ ਸਕਦੇ ਹਾਂ ਕਿ ਦਿਸ ਇਜ਼ ਹੈਪਨਿੰਗ ਇਨ ਨਿਊਜ਼, ਅਤੇ ਆਪਾਂ ਕਰੰਟ ਅਫੇਅਰਸ ਨੂੰ ਡਿਸਕਸ ਕਰੀਏ। ਉਸ ਤੋਂ ਇਲਾਵਾ ਜਿਹੜੀ ਬਾਕੀ ਦੀ ਤਿਆਰੀ ਹੈ ਜੋ ਸਟੂਡੈਂਟ ਦੀ ਹੈ ਰਿਗਾਰਡਿੰਗ GS ਸਬਜੈਕਟ, ਜਿਹੜੇ ਹੋਰ ਸਬਜੈਕਟਸ ਨੇ, ਉਹਦੇ ਵਿੱਚ ਤਾਂ ਸਟੂਡੈਂਟ ਨੇ ਆਪਣੇ ਆਪ ਕਰਨਾ ਹੈ, ਉਹਨੂੰ ਟਾਈਮ ਦੇਣਾ, ਅਤੇ ਉਹਨੂੰ ਸਟੱਡੀ ਟਿਪਸ ਤਾਂ ਤੁਸੀਂ ਟੀਚਰਸ ਓਬਵੀਅਸਲੀ ਦੇ ਹੀ ਸਕਦੇ ਆ ਕਿ ਹਾਊ ਟੂ ਮੈਨੇਜ ਯੂਅਰ ਟਾਈਮ, ਅਤੇ ਜੋ ਆਪਣੇ ਅਪਾਰਟ ਫਰੋਮ ਸਟੱਡੀਜ਼ ਵੀ ਆਪਣੇ ਮਾਈਂਡਸੈਟ ਨੂੰ ਕਿਵੇਂ ਮੇਨਟੇਨ ਕਰਨਾ, ਉਹਦੇ ਉੱਪਰ ਆਪਾਂ ਟੀਚਰਸ ਅੱਛੇ ਤਰੀਕੇ ਨਾਲ ਹੈਲਪ ਕਰ ਸਕਦੇ ਹਾਂ। Any specific area for general knowledge? ਕਿਉਂਕਿ ਅਸੀਂ observe ਕੀਤਾ ਜਿਹੜੇ ਕਾਮਰਸ ਦੇ ਸਟੂਡੈਂਟਸ ਹੁੰਦੇ ਨੇ ਜ਼ਿਆਦਾਤਰ ਫੋਕਸ ਟੁਵਰਡ CA ਐਂਡ ਅਦਰ ਏਰੀਆਜ਼ ਹੁੰਦੇ ਨੇ, ਸੋ ਜਨਰਲ ਨੌਲੇਜ ਨੂੰ ਜ਼ਿਆਦਾ ਟਾਈਮ ਨਹੀਂ ਦੇ ਪਾਉਂਦੇ। ਸੋ ਉਹਨਾਂ ਲਈ ਕੁਝ ਖਾਸ ਜਿਵੇਂ ਕੋਈ ਜਨਰਲ ਨੌਲੇਜ ਇੰਪਰੂਵਮੈਂਟ ਵਾਸਤੇ? ਵਨ ਇਜ਼ ਨਿਊਜ਼ਪੇਪਰ ਮੈਮ। ਅਪਾਰਟ ਫਰੋਮ ਦੈਟ ਉਹ ਜਿਵੇਂ ਇਹ ਆਪਣੇ UPSC ਦੇ ਜੋ ਸਟੈਂਡਰਡ ਬੁੱਕਸ ਨੇ, ਥੋੜ੍ਹਾ ਉਹਨਾਂ ਨੂੰ ਪੜ੍ਹਨਾ ਸਟਾਰਟ ਕਰ ਦੇਣ, ਜਾਂ ਫਿਰ ਜੋ ਇਹਦੇ UPSC ਦੇ ਕੁਐਸਚਨਸ ਹੁੰਦੇ ਨੇ ਨਾ, PYQs, ਉਹ ਜਦੋਂ ਪ੍ਰੈਕਟਿਸ ਕਰਦੇ ਨੇ ਉਹਦੇ ਨਾਲ ਵੀ ਕਾਫੀ ਨੌਲੇਜ ਆ ਜਾਂਦੀ ਹੈ। ਯੈਸ, ਥੈਂਕ ਯੂ ਬੇਟਾ, God bless you. ਥੈਂਕ ਯੂ। Good morning, ma'am. My name is Shubneet Tillon. I want to ask about answer writing. Like if we are not taking coaching and we are writing answers all by ourselves, so we do not have any guidance for that. How to assess ourselves? How we are writing, at what level we are. ਓਕੇ, ਇਫ ਯੂ ਆਰ ਰਾਈਟਿੰਗ ਬਾਈ ਯੋਰ ਓਨ ਸੈਲਫ, ਉੱਥੇ ਫਿਰ ਤੁਸੀਂ ਖੁਦ ਦੇ ਆਪ ਹੀ ਸੈਲਫ ਇਵੈਲੂਏਟ ਕਰ ਰਹੇ ਹੋ, ਰਾਈਟ। ਸੋ ਤੁਸੀਂ ਲਾਈਕ PYQs ਲਿਖ ਰਹੇ ਹੋ ਜਾਂ ਫਿਰ ਕੋਈ ਹੋਰ ਵੀ ਲਿਖ ਸਕਦੇ ਹੋ ਜਿਵੇਂ ਕੋਚਿੰਗ ਤੋਂ ਕੁਛ? Like we are not taking coaching in that scenario. Okay, so you are just picking the questions and writing them. ਉਸ ਤੋਂ ਇਲਾਵਾ ਤੁਸੀਂ ਕੀ ਕਰਨਾ ਹੈ, ਜਦੋਂ ਤੁਸੀਂ ਆਨਸਰ ਲਿਖ ਲਿਆ, then try to see ਕਿ ਪੁੱਛਿਆ ਕੀ ਸੀਗਾ, ਹੈ ਨਾ, what was the main demand of the question, ਕਿ ਤੁਸੀਂ ਉਹ ਐਡਰੈਸ ਕੀਤੀ ਆਪਣੇ ਕੁਐਸਚਨ 'ਚ। ਐਂਡ ਇਹ ਵੀ ਦੇਖੋ ਕਿ ਤੁਸੀਂ ਉਹਨੂੰ ਸਟਰਕਚਰ ਕਿਵੇਂ ਕੀਤਾ। ਜਿਵੇਂ GS ਦੇ ਕੁਐਸਚਨਸ ਦੇ ਵਿੱਚ 3-4 ਪਾਰਟਸ ਹੁੰਦੇ ਨੇ, ਰਾਈਟ। ਸੋ ਤੁਸੀਂ ਉਹਨੂੰ ਕਿਵੇਂ ਡਿਵਾਈਡ ਕਰ ਰਹੇ ਹੋ, ਕਿਵੇਂ ਆਪਣੇ ਪੁਆਇੰਟਸ ਲੈ ਕੇ ਆ ਰਹੇ ਹੋ। ਬਟ ਜਦੋਂ ਤੁਸੀਂ ਖੁਦ ਇਵੈਲੂਏਟ ਕਰ ਰਹੇ ਹੋ ਨਾ, ਤਾਂ ਥੋੜ੍ਹੀ ਜਿਹੀ ਐਵੇਂ ਹੁੰਦਾ ਕਿ ਆਪਾਂ ਨੂੰ ਨਹੀਂ ਪਤਾ ਹੁੰਦਾ, ਆਪਾਂ ਨੇਰੇ 'ਚ ਹੁੰਦੇ ਹਾਂ। ਸੋ ਯੂ ਕੈਨ ਟੇਕ ਹੈਲਪ ਫਰੋਮ ਅਦਰ ਸੋਰਸਿਸ। ਨੰਬਰ 1 ਸੋਰਸ ਇਜ਼ ਟੋਪਰ ਕਾਪੀਜ਼। ਤੁਸੀਂ ਟੋਪਰ ਕਾਪੀਜ਼ ਨਾਲ ਕੰਪੇਅਰ ਕਰਕੇ ਦੇਖੋ ਆਪਣੇ ਆਨਸਰ ਨੂੰ, ਕੀ ਤੁਸੀਂ ਉਹਨਾਂ ਦੀ ਤਰ੍ਹਾਂ ਲਿਖ ਪਾ ਰਹੇ ਹੋ। ਉਹਨਾਂ ਤੋਂ ਕੁਝ ਜਿਵੇਂ ਉਹ ਡਾਇਗ੍ਰਾਮਸ ਬਣਾ ਰਹੇ ਨੇ, ਦੇ ਆਰ ਰਾਈਟਿੰਗ ਗੁੱਡ ਪੁਆਇੰਟਸ, ਹੈ ਨਾ, ਉਹਨਾਂ ਤੋਂ ਆਪਾਂ ਪਿਕ ਕਰ ਸਕਦੇ ਹਾਂ। ਬਾਕੀ ਇਸ ਤੋਂ ਇਲਾਵਾ ਤੁਸੀਂ ਕੋਈ ਪੀਅਰ ਗਰੁੱਪ ਵੀ ਫਾਰਮ ਕਰ ਸਕਦੇ ਹੋ, ਫਿਰ ਤੁਸੀਂ ਇੱਕ ਦੂਜੇ ਦੀ ਇਵੈਲੂਏਸ਼ਨ ਕਰ ਸਕਦੇ ਹੋ।
ਤੇ ਇਸ ਤੋਂ ਇਲਾਵਾ ਆਈ ਥਿੰਕ ਥੋੜੀ ਬਹੁਤ ਇਵੈਲੂਏਸ਼ਨ ਇਹਦੇ ਵਿੱਚ ਕਰਵਾਉਣੀ ਪੈਂਦੀ ਹੈ ਵੈਨ ਯੂ ਆਰ ਗੋਇੰਗ ਟੂ ਰਾਈਟ ਫॉर ਮੇਨਸ, ਜਦੋਂ ਤੁਸੀਂ ਮੇਨਸ ਲਿਖੋਗੇ, ਤਾਂ ਕਿ ਤੁਹਾਨੂੰ ਥੋੜਾ ਬਹੁਤ ਤਾਂ ਨੌਲੇਜ ਹੋਵੇ ਹਾਊ ਅਦਰਸ ਆਰ ਰਾਈਟਿੰਗ। ਉਦੋਂ ਤੁਹਾਨੂੰ ਮਾਡਲ ਆਨਸਰਸ ਵੀ ਮਿਲਦੇ ਨੇ ਇੰਸਟੀਟਿਊਟ ਵਾਲਿਆਂ ਦੇ, ਤੇ ਫਿਰ ਤੁਹਾਨੂੰ ਉਹ ਚੈਕਿੰਗ ਤਾਂ ਉਹਨਾਂ ਦੀ ਨਹੀਂ ਕੁਝ ਮਤਲਬ ਸਭ ਦੀ ਕਿਸੇ ਦੀ ਵਧੀਆ ਹੁੰਦੀ ਹੈ, ਕਿਸੇ ਦੀ ਨਹੀਂ ਹੁੰਦੀ, ਬਟ ਮਾਡਲ ਆਨਸਰਸ ਮਿਲਦੇ ਨੇ, ਦੂਸਰੇ ਸਟੂਡੈਂਟਸ ਦਾ ਆਨਸਰ ਮਿਲ ਜਾਂਦਾ ਕਿ ਉਹ ਕਿਵੇਂ ਲਿਖ ਰਹੇ ਨੇ। ਸੋ ਯੂ ਸ਼ੁੱਡ ਬੀ ਅਵੇਅਰ ਆਫ ਵਟ ਇਜ਼ ਹੈਪਨਿੰਗ ਇਨ ਕੰਪੀਟੀਸ਼ਨ, ਮਤਲਬ ਬਿਲਕੁਲ ਵੀ ਹਨੇਰੇ 'ਚ ਨਹੀਂ ਰਹਿਣਾ ਵੀ ਮੈਂ ਸਿਰਫ ਆਪਣੇ ਹੀ ਆਨਸਰ ਦੇਖ ਰਹੀ ਹਾਂ। ਯੂ ਹੈਵ ਟੂ ਸੀ ਕਿ ਕੰਪੀਟੀਸ਼ਨ ਦੇ ਵਿੱਚ ਕਿਵੇਂ ਲਿਖਿਆ ਜਾ ਰਿਹਾ, ਸੋ ਦੈਟ ਯੂ ਕੈਨ ਮਤਲਬ ਆਪਣਾ ਲੈਵਲ ਉਹਨਾਂ ਵਰਗਾ ਕਰ ਲਓ। ਬਿਲकुल कॉपी नहीं करनी, सिर्फ इंस्पायर होना है। हेलो दीदी, मेरा नाम दिलप्रीत है और मैं भी नाभा तो हाँ। एक्चुअली मेरा क्वेश्चन थोड़ा डिफरेंट है कि ਜਦੋਂ ਤੁਸੀਂ ਸੋਚਿਆ ਕਿ ਮੈਂ UPSC ਦੀ ਤਿਆਰੀ ਕਰਨੀ ਹੈ, ਮਤਲਬ ਤੁਹਾਨੂੰ ਪਹਿਲਾਂ ਤੋਂ ਹੀ ਸਟਰੋਂਗ ਫੀਲਿੰਗ ਸੀ ਕਿ ਹਾਂ ਮੈंने ਇਹੀ ਕਰਨਾ ਹੈ, ਜਾਂ ਫਿਰ ਕੁਝ ਔਰ ਆਪਸ਼ਨ ਸੀਗੀਆਂ ਕਿ ਲਾਈਕ ਕਿ ਹਾਂ ਦੇਖਦੇ ਆਂਗੇ ਕਿ ਚਲੋ ਕੋਈ ਕਰਦੇ ਕਰਦੇ ਦੇਖਦੇ ਹਾਂ, ਫਿਰ ਥੋੜਾ ਇੰਟਰਸਟ ਆਇਆ? ਨਹੀਂ, ਮੈਂ ਮਤਲਬ ਜਦੋਂ ਮੈਂ ਗ੍ਰੈਜੂਏਸ਼ਨ ਸ਼ੁਰੂ ਕਰੀ ਉਦੋਂ ਤਾਂ ਮੈਨੂੰ ਪੂਰਾ ਹੀ ਸੀਗਾ ਵੀ ਮੈਂ ਇਹੀ ਐਗਜ਼ਾਮ ਦੇਣਾ ਤੇ ਪਹਿਲੇ ਅਟੈਂਪਟ ਹੀ ਕਲੀਅਰ ਕਰਨਾ, ਬਟ ਜਿਵੇਂ ਜਿਵੇਂ ਅਟੈਂਪਟਸ ਫਿਰ ਜਿਵੇਂ ਜਿਵੇਂ ਅਟੈਂਪਟਸ ਵੱਧਦੇ ਗਏ, ਫਿਰ ਥੋੜ੍ਹਾ ਜਿਹਾ ਮੈਨੂੰ ਹੋਇਆ ਕਿ ਸ਼ਾਇਦ ਆਪਾਂ ਨੂੰ ਥੋੜ੍ਹਾ ਡਾਇਵਰਸੀਫਾਈਡ ਵੀ ਸੋਚਣਾ ਚਾਹੀਦਾ। ਮੈਂ ਆਪਣੀ ਮਾਸਟਰਸ ਕਰਨੀ ਸਟਾਰਟ ਕਰਤੀ ਸੀ ਪੋਲੀਟੀਕਲ ਸਾਇੰਸ ਦੀ, ਅਤੇ ਫਿਰ ਮੈਂ UGC ਨੈਟ ਦਾ ਐਗਜ਼ਾਮ ਵੀ ਦਿੱਤਾ ਸੀ, ਮਤਲਬ ਕਿ ਵੈਸੇ ਉਹ ਐਜ਼ ਏ ਮਤਲਬ ਪਲਾਨ B ਦੀ ਤਰ੍ਹਾਂ ਸੋਚ ਰਹੀ ਸੀ ਵੀ ਜੇ ਕੁਛ ਵੀ ਨਾ ਬਣਿਆ ਦੈਨ ਆਈਲ ਡੂ ਦਿਸ। ਬਾਕੀ ਪੰਜਾਬ ਲੈਵਲ ਦੇ ਐਗਜ਼ਾਮਸ ਵੀ ਮੈਂ ਸੋਚਣੇ ਸਟਾਰਟ ਕਰਤੇ ਸੀ ਇਨ ਮਾਈ 3rd ਅਟੈਂਪਟ, ਬਟ ਮਤਲਬ ਮੇਰੇ ਮਨ ਦੇ ਵਿੱਚ ਇਹੀ ਸੀਗਾ ਵੀ ਕਰਨਾ ਤਾਂ ਇਹੀ ਹੈ, ਦੈਟ ਵਾਜ਼ ਵੈਰੀ ਕਲੀਅਰ। ਮੇਰਾ ਕੁਐਸਚਨ ਹੈ, ਬਹੁਤ ਅੱਛਾ ਦੱਸ ਰਹੇ ਹੋ ਤੁਸੀਂ ਸਾਰਿਆਂ ਨੂੰ। ਇੱਕ ਚੀਜ਼ ਇਹ ਦੱਸਣੀ ਹੈ ਕਿ ਤੁਸੀਂ ਡਿਸਟਰੈਕਸ਼ਨ ਤੋਂ ਕਿਵੇਂ ਬਚਣਾ ਹੈਗਾ, ਅਤੇ ਜਦੋਂ ਤੁਸੀਂ ਤਿਆਰੀ ਕਰ ਰਹੇ ਹੋ ਤੁਹਾਡੇ ਰਿਲੇਟਿਵਸ, ਤੁਹਾਡੇ ਰਿਸ਼ਤੇਦਾਰ, ਆਂਢੀ ਗੁਆਂਢੀ, ਨੇਬਰਸ, ਉਹ ਕਹਿੰਦੇ ਨੇ ਛੱਡ ਔਖਾ ਹੋ ਗਿਆ, ਰਹਿਣ ਦੇ, 2 ਸਾਲ ਹੋ ਗਏ ਹੈ ਨਾ, ਤੇਰੇ ਤੋਂ ਨਹੀਂ ਹੋਣਾ। ਉਸ ਸਾਈਕੋਲੋਜੀ ਨੂੰ ਕਿਵੇਂ ਹੈਂਡਲ ਕਰਨਾ ਹੈ ਅਤੇ ਡਿਸਟਰੈਕਸ਼ਨ ਤੋਂ ਕਿਵੇਂ ਬਚ ਕੇ ਆਪਾਂ ਇਹ ਅਚੀਵ ਕਰਨਾ ਹੈਗਾ, ਉਹ ਜ਼ਰੂਰ ਦੱਸੋ। ਓਕੇ ਸਰ, ਓਕੇ। ਸੋ ਡਿਸਟਰੈਕਸ਼ਨਸ ਨਾ, ਜਿਵੇਂ ਸਰ ਨੇ ਦੱਸਿਆ, ਆਪਾਂ ਨੂੰ 2 ਤਰ੍ਹਾਂ ਦੀਆਂ ਆਉਂਦੀਆਂ ਨੇ। ਇੱਕ ਤਾਂ ਐਕਸਟਰਨਲ ਡਿਸਟਰੈਕਸ਼ਨ ਹੈ, ਜਿਵੇਂ ਰਿਸ਼ਤੇਦਾਰ ਹੋ ਗਏ, ਆਪਣੇ ਉੱਪਰ ਡਾਊਟਸ ਕਰਨ ਲੱਗ ਜਾਂਦੇ ਨੇ, ਕਈ ਵਾਰ ਆਪਣੇ ਪੈਰੈਂਟਸ ਵੀ ਡਾਊਟ ਕਰਨ ਲੱਗ ਜਾਂਦੇ ਨੇ। ਇੱਕ ਮੋਬਾਈਲ ਫੋਨ ਵੀ ਬਹੁਤ ਵੱਡੀ ਡਿਸਟਰੈਕਸ਼ਨ ਹੈ, ਰਾਈਟ। ਅਤੇ ਇੱਕ ਉਹ ਤਾਂ ਮਤਲਬ ਕਿ ਫਿਰ ਵੀ ਹੈਂਡਲ ਹੋ ਜਾਂਦੀਆਂ ਨੇ, ਵੀ ਉਹਨਾਂ ਨੂੰ ਜੇ ਆਪਣਾ ਕਲੀਅਰ ਗੋਲ ਹੈ ਨਾ, ਮੇਰਾ ਫੋਕਸ ਕਲੀਅਰ ਹੈ ਕਿ ਮੈਂ ਇਹੀ ਕਰਨਾ, ਤਾਂ ਬਿਲਕੁਲ ਵੀ ਪਰਵਾਹ ਨਹੀਂ ਹੁੰਦੀ ਕਿ ਬਾਹਰ ਕੀ ਚੱਲ ਰਿਹਾ। ਇੱਕ ਇੰਟਰਨਲ ਡਿਸਟਰੈਕਸ਼ਨ ਜੋ ਹੁੰਦੀ ਆ, ਉਹਦੇ ਨਾਲ ਲੜਨਾ ਜ਼ਿਆਦਾ ਜ਼ਰੂਰੀ ਹੈ। ਆਪਾਂ ਖੁਦ ਦੇ ਉੱਪਰ ਵੀ ਡਾਊਟ ਕਰਨ ਲੱਗ ਜਾਂਦੇ ਹਾਂ, ਜਦ ਤੱਕ ਆਪਾਂ ਉਹਨਾਂ ਦੀ ਗੱਲਾਂ ਨਾ, ਇੱਕ ਤਾਂ ਹੁੰਦਾ ਆਪਾਂ ਸੁਣ ਲਈ, ਇਗਨੋਰ ਕਰਤੀ, ਕਈ ਵਾਰ ਆਪਾਂ ਸੁਣ ਕੇ ਮੰਨ ਵੀ ਲੈਂਦੇ ਹਾਂ ਕਿ ਸ਼ਾਇਦ ਮੇਰੇ 'ਚ ਕੋਈ ਕਮੀ ਹੈ ਜਾਂ ਮੈਂ ਗਲਤ ਰਸਤਾ ਚੂਜ਼ ਕਰ ਲਿਆ। ਜਦੋਂ ਉਹ ਵਾਲਾ ਫੇਸ ਆਉਂਦਾ ਇੰਟਰਨਲ ਡਿਸਟਰੈਕਸ਼ਨਸ, ਵੀ ਮੈਂ ਆਪਣੇ ਉੱਪਰ ਡਾਊਟ ਕਰ ਰਹੀ ਹਾਂ, ਐਂਗਜ਼ਾਇਟੀ 'ਚ ਜਾ ਰਹੀ ਹਾਂ, ਜਾਂ ਮੇਰੇ ਤੋਂ ਨਹੀਂ ਹੋਣਾ, ਮੈਂ ਇਹ ਚੀਜ਼ਾਂ ਕਰ ਰਹੀ ਹਾਂ, ਉਦੋਂ ਥੋੜ੍ਹਾ ਜਿਹਾ ਆਪਾਂ ਜ਼ਿਆਦਾ ਟੁੱਟਦੇ ਹਾਂ। ਉਸ ਟਾਈਮ ਅਗੇਨ ਤੁਸੀਂ ਇਹ ਧਿਆਨ ਰੱਖਣਾ ਕਿ ਮੈਂ ਆਪਣਾ ਫੋਕਸ ਫਿਰ ਤੋਂ ਪ੍ਰੈਪਰੇਸ਼ਨ ਦੇ ਉੱਪਰ ਹੀ ਲੈ ਕੇ ਆਵਾਂ। ਜਦੋਂ ਮੈਨੂੰ ਇਸ ਤਰ੍ਹਾਂ ਦੇ ਥਾਟਸ ਆਉਂਦੇ ਸੀ, ਤਾਂ ਮੇਰਾ ਇੱਕ ਤਾਂ ਰਸਤਾ ਇਹ ਹੁੰਦਾ ਸੀ ਵੀ ਮੈਂ ਹੋਰ ਤਿਆਰੀ ਕਰਾਂ, ਮੈਂ ਕੁਐਸਚਨ ਪ੍ਰੈਕਟਿਸ ਕਰ ਲੈਂਦੀ ਸੀ, ਉਹਦੇ ਨਾਲ ਮਾਈਂਡ ਫਿਰ ਤੋਂ ਫੋਕਸਡ ਹੋ ਜਾਂਦਾ ਸੀ। ਜਾਂ ਫਿਰ ਮੈਂ ਥੋੜ੍ਹਾ ਜਿਹਾ ਰਿਲੈਕਸ ਕਰ ਲੈਣਾ, ਆਪਣੇ ਹੌਬੀਜ਼ ਦੇ ਉੱਪਰ ਫੋਕਸ ਕਰ ਲੈਣਾ। ਬਟ ਅਗੇਨ ਐਂਡ ਅਗੇਨ ਆਪਣੇ ਆਪ ਨੂੰ ਉਹੀ ਜੋ ਮੈਂ ਪਹਿਲਾਂ ਕਿਹਾ, ਪੋਜ਼ੀਟਿਵ ਸੈਲਫ ਟਾਕ, ਉਹ ਤੁਸੀਂ ਰੋਜ਼ ਕਰਨੀ ਹੈ, ਹਰ ਰੋਜ਼ ਆਪਣੇ ਆਪ ਨਾਲ ਗੱਲ ਕਰਨੀ ਹੈ ਕਿ ਮੇਰਾ ਗੋਲ ਕੀ ਹੈ, ਅਤੇ ਮੈਂ ਉਹਦੇ ਉੱਪਰ ਕਿਵੇਂ ਜਾ ਰਹੀ ਹਾਂ, ਅਤੇ ਮੈਂ ਕਿਵੇਂ ਆਪਣੇ ਆਪ ਨੂੰ ਇੰਪਰੂਵ ਕਰ ਰਹੀ ਹਾਂ। ਐਵਰੀ ਡੇ ਯੂ ਹੈਵ ਟੂ ਡੂ ਅ ਪੋਜ਼ੀਟਿਵ ਸੈਲਫ ਟਾਕ, ਉਹ ਬਹੁਤ ਕੰਮ ਆਉਂਦੀ ਹੈ for remaining focused and ensuring consistency in your preparation. Ma'am, my name is Dilpreet and it's been a year I'm into civil service examination preparation and my question is ਜਿੱਦਾਂ ਮੈਂ observe ਕੀਤਾ like previous year questions also ਤੇ PCS ਦਾ ਜਿਹੜਾ ਹੁਣ mains ਨਿਕਲ ਕੇ ਗਿਆ ਕਿ anyhow UPSC and PCS a bit predictable, ਜਿੱਦਾਂ ਆਪਾਂ ਨਿਊਜ਼ਪੇਪਰ ਦੀਆਂ ਕੋਈ ਵੀ ਆਪਾਂ ਦੇਖ ਲਈਏ ਨਿਊਜ਼ਸ ਹੁੰਦੀਆਂ ਨੇ, they end up being the question in the mains or either in the prelims. ਸਰ ਤੁਸੀਂ ਕੀ ਚਾਹੁੰਦੇ ਹੋ ਵੀ ਇੱਦਾਂ ਹੁੰਦਾ ਆ ਐਕਚੁਅਲ ਦੇ ਵਿੱਚ ਵੀ? ਜਿੱਦਾਂ ਮੈਂ ਤਾਂ ਜਿੱਦਾਂ ਆਬਜ਼ਰਵ ਕੀਤਾ, ਮੈਨੂੰ ਲੱਗਦਾ ਕਿ ਜਿੱਦਾਂ ਆਪਾਂ ਦੇਖਦੇ ਹਾਂ ਨਿਊਜ਼ਪੇਪਰ ਦੀਆਂ ਜਿੰਨੀਆਂ ਵੀ ਨਿਊਜ਼ਸ ਨੇਗੀਆਂ, ਉਹਨਾਂ ਦੇ ਰਿਲੇਟਡ ਹੀ ਕੋਈ ਫੰਡਾਮੈਂਟਲ ਆ ਜਾਂਦਾ ਜਾਂ ਉਹਨਾਂ ਦੇ ਰਿਲੇਟਡ ਹੀ ਕੋਈ ਨਿਊਜ਼ ਉਹ ਆਪਾਂ ਨੂੰ ਪੁੱਛ ਲੈਂਦੇ। ਵੈਰੀ ਗੁੱਡ ਆਬਜ਼ਰਵੇਸ਼ਨ। ਇਹੀ ਹੁੰਦਾ, ਇਟਸ ਪ੍ਰਿਡਿਕਟੇਬਲ। ਜੋ ਨਿਊਜ਼ ਦੇ ਵਿੱਚ ਚੱਲ ਰਿਹਾ ਹੈ ਉਹ
ਆਪਣਾ ਪ੍ਰੀਲਿਮਸ ਦੇ ਵਿੱਚ ਵੀ ਪੁੱਛਿਆ ਜਾਂਦਾ ਤੇ ਮੇਨਸ ਦੇ ਵਿੱਚ ਵੀ ਪੁੱਛਿਆ ਜਾਂਦਾ। ਜਿਵੇਂ ਕੋਈ ਨਿਊਜ਼ ਚੱਲ ਰਹੀ ਹੈ, ਇਫ ਇਟ ਇਜ਼ ਹੈਪਨਿੰਗ ਔਨ ਲਾਈਕ ਲੈਟ ਅਸ ਸੇ ਕੋਈ ਪਾਰਲੀਮੈਂਟ ਦੇ ਵਿੱਚ ਸਪੀਕਰ ਦੇ ਉੱਪਰ ਕੋਈ ਡਿਬੇਟ ਚੱਲ ਰਹੀ ਹੈ ਤਾਂ ਸਪੀਕਰ ਦਾ ਫੰਡਾਮੈਂਟਲ ਪੁੱਛ ਲੈਣਗੇ ਰਾਈਟ ਇਨ ਪ੍ਰੀਲਿਮਸ। ਤੇ ਜਦੋਂ ਉਹ ਮੇਨਸ ਦੇ ਵਿੱਚ ਉਹ ਉਸ ਦੇ ਉੱਪਰ ਕੁਐਸਚਨ ਪੁੱਛ ਲੈਣਗੇ ਵਾਟ ਇਜ਼ ਦ ਸਿਗਨੀਫਿਕੈਂਸ ਆਫ ਸਪੀਕਰ ਇਨ ਇੰਡੀਅਨ ਪਾਰਲੀਮੈਂਟ। ਸੋ ਜੋ ਨਿਊਜ਼ ਦੇ ਵਿੱਚ ਚੱਲ ਰਿਹਾ ਤਾਂ ਹੀ ਮੈਂ ਕਿਹਾ ਨਾ ਨਿਊਜ਼ਪੇਪਰ ਦਾ ਬਹੁਤ ਇੰਪੋਰਟੈਂਟ ਰੋਲ ਹੈ। ਤੁਸੀਂ ਪੜ੍ਹਨਾ ਵੀ ਹੈ, ਇਕੱਲਾ ਪੜ੍ਹਨਾ ਨਹੀਂ ਹੈਗਾ, ਉਸ ਪਰਟੀਕੂਲਰ ਨਿਊਜ਼ ਦੇ ਪਿੱਛੇ ਦਾ ਜੋ ਫੰਡਾਮੈਂਟਲ ਪਾਰਟ ਹੈ ਉਹਨੂੰ ਕਵਰ ਕਰਨਾ ਤੇ ਉਸ ਦੇ ਨਾਲ ਰਿਲੇਟਡ ਹੋਰ ਵੀ ਜੋ ਤੁਸੀਂ ਉਸ ਤੋਂ ਸਿੱਖ ਸਕਦੇ ਹੋ ਲਾਈਕ ਐਡੀਟੋਰੀਅਲਸ ਆਉਂਦੇ ਨੇ, ਉਹਨਾਂ ਦੇ ਕਨਕਲੂਜਨਸ ਆਉਂਦੇ ਨੇ ਹੈ ਨਾ, ਉਹਨਾਂ ਤੋਂ ਤੁਹਾਨੂੰ ਵੇ ਫਾਰਵਰਡ ਮਿਲਦਾ ਹੈ ਕਿ ਇਸ ਪਰਟੀਕੂਲਰ ਪ੍ਰੋਬਲਮ ਦਾ ਸੋਲਿਊਸ਼ਨ ਕੀ ਹੈ। ਸੋ ਨਿਊਜ਼ਪੇਪਰ ਤੋਂ ਕਾਫੀ ਸਾਰਾ ਪੇਪਰ ਪ੍ਰਿਡਿਕਟ ਹੋ ਸਕਦਾ ਹੈ ਐਂਡ ਇਟ ਇਜ਼ ਪ੍ਰਿਡਿਕਟੇਬਲ। ਸੋ ਆਈ ਥਿੰਕ ਯੂ ਹੈਵ ਅ ਵੈਰੀ ਗੁੱਡ ਆਬਜ਼ਰਵੇਸ਼ਨ। ਥੈਂਕ ਯੂ। ਐਂਡ ਮੈਮ ਅਨਦਰ ਕੁਐਸਚਨ ਇਜ਼ ਜਿੱਦਾਂ ਐਡੀਟੋਰੀਅਲ ਪੇਜ ਆਉਂਦਾ ਆਪਣੇ ਨਿਊਜ਼ਪੇਪਰਸ ਦੇ ਵਿੱਚ, ਜਿੱਦਾਂ ਦ ਹਿੰਦੂ ਹੋ ਗਿਆ ਐਂਡ ਇੰਡੀਅਨ ਐਕਸਪ੍ਰੈਸ, ਉਹਨਾਂ ਦੇ ਐਡੀਟੋਰੀਅਲਸ ਰਿਲੇਟਿਵਲੀ ਬਹੁਤ ਗੁੱਡ ਹੁੰਦੇ ਨੇ ਤੇ ਜਦੋਂ ਆਪਾਂ ਉਹ ਸਟੱਡੀ ਕਰਦੇ ਹਾਂ ਉਹਨਾਂ ਦੇ ਵਿੱਚ ਬਹੁਤ ਫੈਕਟਸ ਹੁੰਦੇ ਨੇ ਤੇ ਬਹੁਤ ਪੋਲੀਟੀਕਲ ਵੀ ਹੁੰਦੇ ਨੇ, ਤਾਂ ਹਾਊ ਵੁੱਡ ਵੀ ਡਿਸਟਿੰਗੁਇਸ਼ ਬਿਟਵੀਨ ਦੈਮ ਵੀ ਵਾਟ ਇਜ਼ ਇੰਪੋਰਟੈਂਟ ਐਂਡ ਵਾਟ ਇਜ਼ਨਟ? ਯੂ ਹੈਵ ਟੂ ਸਟਾਰਟ ਫਿਲਟਰਿੰਗ ਆਊਟ, ਫਿਲਟਰ ਆਊਟ ਕਰਨਾ ਸ਼ੁਰੂ ਕਰ ਦਿਓ। ਜਿਹੜੀਆਂ ਆਪਣੀਆਂ ਜ਼ਿਆਦਾ ਹੀ ਐਕਸਟ੍ਰੀਮ ਨਿਊਜ਼ ਨੇ, ਪੋਲਰਾਈਜ਼ਡ ਨਿਊਜ਼ ਨੇ, ਉਹਨਾਂ ਨੂੰ ਇਗਨੋਰ ਕਰੋ। ਜਿਹੜੀਆਂ ਆਪਣੇ ਕੋਲ ਇੰਪੋਰਟੈਂਟ ਨੇ, ਜਦੋਂ ਅਸੀਂ UPSC ਜਾਂ PCS ਦੀ ਤਿਆਰੀ ਕਰਦੇ ਹਾਂ, ਕੁਐਸਚਨਸ ਦੇਖਦੇ ਹਾਂ ਤਾਂ ਆਪਾਂ ਨੂੰ ਸਮਝ ਆ ਜਾਂਦਾ ਕਿ ਨਿਊਜ਼ਪੇਪਰ 'ਚ ਕੀ ਪੜ੍ਹਨਾ ਹੈ ਤੇ ਕੀ ਛੱਡਣਾ ਹੈ। ਜਿਹੜੀਆਂ ਆਪਣੀਆਂ ਕਮੇਟੀਜ਼ ਹੋ ਗਈਆਂ ਜਾਂ ਜਜਮੈਂਟਸ ਹੋ ਗਈਆਂ, ਕੋਈ ਇੰਟਰਨੈਸ਼ਨਲ ਇਵੈਂਟ ਹੋ ਰਹੀ ਹੈ, ਆਪਣੇ ਦੇਸ਼ ਦਾ ਕੋਈ ਬਹੁਤ ਵੱਡਾ ਇਸ਼ੂ ਹੈ, ਵਿਮਨ ਦੇ ਉੱਪਰ ਕੋਈ ਇਸ਼ੂ ਹੈ, ਚਿਲਡਰਨ ਦੇ ਉੱਪਰ ਕੋਈ ਇਸ਼ੂ ਹੈ, ਕਿਸੇ ਦੇ ਉੱਪਰ ਡਿਬੇਟ ਚੱਲ ਰਹੀ ਹੈ, ਯੂ ਹੈਵ ਟੂ ਕਵਰ ਦੈਟ। ਬਟ ਜੇ ਕੋਈ ਵੈਸੀ ਕੋਈ ਪੋਲੀਟੀਕਲ ਨਿਊਜ਼ ਹੈ ਨਾ ਜੋ ਪੋਲਰਾਈਜ਼ਡ ਹੈ, ਸਿਰਫ ਐਕਸਟ੍ਰੀਮਨੈਸ ਦੇ ਉੱਪਰ ਹੈ, ਉਹਦੇ ਵਿੱਚ ਵੀ ਆਪਾਂ ਉਸ ਡਿਬੇਟ ਦੇ ਵਿੱਚ ਨਹੀਂ ਪੈਣਾ, ਬਟ ਉਹਦੀ ਜੋ ਫੰਡਾਮੈਂਟਲ ਚੀਜ਼ ਹੈ ਉਹ ਵੀ ਆਪਾਂ ਆਈਡੈਂਟੀਫਾਈ ਕਰ ਸਕਦੇ ਹਾਂ। ਲਾਈਕ ਹੁਣ ਜਿਵੇਂ ਆਪਾਂ ਪੋਲੀਟਿਕਸ ਦੇ ਵਿੱਚ ਡਿਫੈਕਸ਼ਨ ਵਾਲਾ ਕੇਸ ਚੱਲ ਰਿਹਾ, ਲਾਈਕ ਇਟ ਇਜ਼ ਹੈਪਨਿੰਗ, ਸੋ ਐਂਟੀ ਡਿਫੈਕਸ਼ਨ 52nd ਅਮੈਂਡਮੈਂਟ, ਉਹਨੂੰ ਤੁਸੀਂ ਕਵਰ ਕਰੋ, ਠੀਕ ਹੈ। ਆਪਾਂ ਉਸ ਐਕਸਟ੍ਰੀਮ ਪੋਲਰਾਈਜ਼ਡ ਡਿਬੇਟ ਦੇ ਵਿੱਚ ਨਹੀਂ ਪੈਣਾ, ਉਹਦੇ ਨੀਚੇ ਵਾਲੀ ਜਿਹੜੀ ਫੰਡਾਮੈਂਟਲ ਬੇਸਿਕ ਆਸਪੈਕਟ ਹੈ ਉਹਨੂੰ ਲੱਭ ਕੇ ਕਵਰ ਕਰਨਾ ਹੈ। ਮੈਮ ਜਿੱਦਾਂ ਆਪਾਂ ਆਨਸਰ ਰਾਈਟਿੰਗ ਕਰਦੇ ਹਾਂ, ਐਸੇਜ਼ ਲਾ ਲਓ ਜਾਂ ਆਪਣੇ GS ਲਿਖਦੇ ਹਾਂ, ਮੋਸਟ ਆਫ ਦ ਹੁਣ ਵੀ PCS 'ਚ ਦੇਖਿਆ ਗਿਆ ਕਿ ਬੱਚਿਆਂ ਦੇ ਪੇਪਰ ਪੂਰੇ ਨਹੀਂ ਹੋਏ, ਤਾਂ ਤੁਸੀਂ ਉਹ ਆਪਦਾ ਟਾਈਮ ਮੈਨੇਜਮੈਂਟ ਐਗਜ਼ਾਮ ਦੇ ਵਿੱਚ ਆਨਸਰ ਰਾਈਟਿੰਗ ਦੇ ਵਿੱਚ ਕਿੱਦਾਂ ਕੀਤੀ? ਸੋ ਟਾਈਮ ਮੈਨੇਜਮੈਂਟ ਉਸ ਟਾਈਮ ਐਗਜ਼ਾਮ ਦੇ ਵਿੱਚ ਕਰਨ ਦੇ ਲਈ ਤੁਸੀਂ ਜੋ ਪਹਿਲਾਂ ਜੋ ਪ੍ਰੈਕਟਿਸ ਕੀਤੀ ਹੈ ਉਹਦਾ ਬਹੁਤ ਇੰਪੋਰਟੈਂਟ ਰੋਲ ਹੈ। ਸੋ ਤੁਸੀਂ ਪਹਿਲਾਂ ਹੀ 3 ਘੰਟੇ ਦੇ ਵਿੱਚ ਲਿਖਣ ਦੀ ਪ੍ਰੈਕਟਿਸ ਕਰਨੀ ਹੈ ਕਿ ਮੇਰਾ ਪੇਪਰ ਕੰਪਲੀਟ ਹੋ ਜਾਵੇ। ਬਿਗਨਿੰਗ ਦੇ ਵਿੱਚ ਟਾਈਮ ਜ਼ਿਆਦਾ ਲੱਗਦਾ ਜਦੋਂ ਆਪਾਂ ਘਰੇ ਜਾਂ ਆਪਣੇ ਉਸ ਟੈਸਟ ਵਾਲੇ ਇਨਵਾਇਰਮੈਂਟ ਦੇ ਵਿੱਚ ਪ੍ਰੈਕਟਿਸ ਕਰਦੇ ਹਾਂ, ਬਟ ਵਿਦ ਪ੍ਰੈਕਟਿਸ ਉਹ ਪੂਰਾ ਹੋ ਜਾਂਦਾ ਹੈ। ਲਾਈਕ ਆਪਾਂ ਇਹ ਕੁਐਸਚਨ ਬਾਈ ਕੁਐਸਚਨ ਵੀ ਕਰ ਸਕਦੇ ਹਾਂ। 10 ਮਾਰਕਰ ਨੂੰ 7 ਮਿੰਟਸ, 15 ਮਾਰਕਰਸ ਨੂੰ 11 ਮਿੰਟਸ, ਹੈ ਨਾ, ਵਾਚ ਰੱਖ ਕੇ ਆਪਾਂ ਕਰ ਸਕਦੇ ਹਾਂ। ਬਟ ਮੇਰੀ ਮਤਲਬ ਪਰਸਨਲ ਇਹੀ ਸੀਗੀ ਕਿ ਮੈਨੂੰ ਬਾਰ-ਬਾਰ ਘੜੀ ਦੇਖਣ ਨਾਲ ਨਾ ਮੇਰਾ ਬੈਲੈਂਸ ਟੁੱਟ ਜਾਂਦਾ ਸੀ। ਸੋ ਆਈ ਵੁੱਡ ਲਾਈਕ ਕਿ ਪਹਿਲੇ ਅੱਧੇ ਘੰਟੇ ਦੇ ਵਿੱਚ ਮੈਂ ਆਹ 4 ਕੁਐਸਚਨ ਕਰ ਲੈਣੇ ਨੇ, ਫਿਰ ਨੈਕਸਟ ਵਾਲੇ ਅੱਧੇ ਘੰਟੇ 'ਚ ਮੈਂ ਉਹ ਕੁਐਸਚਨਸ ਕਰ ਲੈਣੇ ਨੇ। ਸੋ ਆਈ ਵਾਸ ਮਤਲਬ ਕਿ ਬਲਕ ਦੇ ਵਿੱਚ ਲੈ ਕੇ ਚੱਲਦੀ ਸੀ, ਐਵੇਂ ਡਿਵਾਈਡ ਕਰਦੀ ਸੀ। ਅਤੇ ਇਸ ਤੋਂ ਇਲਾਵਾ ਮੈਂ ਆਪਣੇ ਪੇਪਰ ਦੇ ਵਿੱਚ ਆਹ ਆਈਡੈਂਟੀਫਾਈ ਵੀ ਕਰ ਲੈਂਦੀ ਸੀ ਕਿ ਪਹਿਲਾਂ ਜੋਗ੍ਰਾਫੀ ਦੇ ਕਰਨੇ ਨੇ, ਫਿਰ ਸੋਸਾਇਟੀ ਦੇ ਕਰਨੇ ਨੇ, ਫਿਰ ਹਿਸਟਰੀ ਦੇ ਕਰਨੇ ਨੇ, ਜਿਵੇਂ GS1 'ਚ, ਕਿ ਉਹ ਮੈਨੂੰ ਮਤਲਬ ਕਿ ਉਹ ਜ਼ਿਆਦਾ ਸਮਝ ਆ ਰਹੀ ਹੈ। ਇਸ ਤਰੀਕੇ ਨਾਲ ਆਪਾਂ ਫਿਲਟਰ ਆਊਟ ਕਰ ਲੈਣਾ। ਓਕੇ, ਥੈਂਕ ਯੂ ਸੋ ਮਚ। ਜੀ ਐਕਚੁਅਲੀ ਨਾ ਮੇਰੇ ਕੁਐਸਚਨ ਹੈਗੇ ਆ ਇੱਕ ਤਾਂ ਰਿਵੀਜ਼ਨ ਨੂੰ ਲੈ ਕੇ, ਕਿਉਂਕਿ ਮੈਨੂੰ ਲੱਗਦਾ ਕਿ ਬਾਰ-ਬਾਰ ਇੱਕ ਚੀਜ਼ ਨੂੰ ਪੜ੍ਹਨਾ ਉਹ ਥੋੜ੍ਹਾ ਜਿਹਾ ਬੋਰਿੰਗ ਹੋ ਜਾਂਦਾ ਹੈ, ਅਤੇ ਤੁਹਾਡੀ ਰਿਵੀਜ਼ਨ ਸਟ੍ਰੈਟਜੀ ਕੀ ਹੈ ਕਿ ਤੁਹਾਨੂੰ ਉਹ ਬਾਰ-ਬਾਰ ਜਿਹੜੀ ਬੋਰਿੰਗ ਚੀਜ਼ ਹੈ ਉਹਨੂੰ ਵੀ ਬਾਰ-ਬਾਰ ਤੁਸੀਂ ਕਵਰ ਕਰ ਰਹੇ ਹੋ, ਅਤੇ PSR ਦੀ ਸਟ੍ਰੈਟਜੀ ਇੱਕ ਵਾਰ ਮੈਨੂੰ ਥੋੜ੍ਹੀ ਜਿਹੀ ਕਲੀਅਰ ਕਰ ਦਿਓ। ਅਤੇ ਤੀਜਾ ਮੇਰਾ ਮੇਨ ਹੈ ਕਿ ਜੋ ਮੇਨਸ ਦੇ ਕੁਐਸਚਨ ਹੈ ਨਾ ਉਹ ਮੈਨੂੰ ਥੋੜ੍ਹੇ ਸਮਝ ਨਹੀਂ ਆਉਂਦੇ, ਮੈਨੂੰ ਲੱਗਦਾ ਕਿ ਉਹਨਾਂ ਡਿਫੀਕਲਟੀ ਹੁੰਦੀ, ਮੈਨੂੰ ਐਕਚੁਅਲੀ ਕੋਰ ਸਬਜੈਕਟ ਮਤਲਬ ਕੋਰ ਜੋ ਪ੍ਰੋਬਲਮ ਹੈ ਉਹ ਸਮਝਣ 'ਚ ਥੋੜ੍ਹੀ ਦਿੱਕਤ ਹੁੰਦੀ ਹੈ। ਓਕੇ, ਸੋ 3 ਕੁਐਸਚਨਸ ਨੇ ਤੁਹਾਡੇ ਨਾ। ਫਸਟ ਕੁਐਸਚਨ ਇਜ਼ ਰਿਗਾਰਡਿੰਗ ਰਿਵੀਜ਼ਨ, ਵੀ ਰਿਵੀਜ਼ਨ ਕਿਵੇਂ ਕਰਨੀ ਹੈ। ਹਾਂ, ਇਹ ਬੋਰਿੰਗ ਹੁੰਦੀ ਹੈ ਆਪਣੀ ਨਾ। ਇਹ ਜਿਵੇਂ ਪ੍ਰੀਲਿਮਸ ਦੀ ਆਪਾਂ ਰਿਵੀਜ਼ਨ ਦੀ ਸਟ੍ਰੈਟਜੀ ਦੇਖਦੇ ਹਾਂ। ਸੋ ਪਹਿਲੀ ਰੀਡਿੰਗ ਦੇ ਵਿੱਚ ਤਾਂ ਆਪਾਂ ਕਨਸੈਪਟ ਸਮਝ ਰਹੇ ਹਾਂ, ਠੀਕ ਹੈ, ਉਹਦਾ ਇੰਟਰਸਟਿੰਗ ਫੇਸ ਹੈ। ਅਗਲੀ ਰੀਡਿੰਗ ਦੇ ਵਿੱਚ ਆਪਾਂ ਸਿਰਫ ਉਹੀ ਨੋਟ ਕਰ ਰਹੇ ਹਾਂ ਜੋ ਇੰਪੋਰਟੈਂਟ ਹੈ। ਓਕੇ, ਜੇ ਆਪਾਂ ਇਕੱਲੀ ਰਿਵੀਜ਼ਨ ਹੀ ਕਰ ਰਹੇ ਹਾਂ, ਪ੍ਰੈਕਟਿਸ ਨਹੀਂ ਕਰ ਰਹੇ, ਤਾਂ ਡੈਫੀਨੇਟਲੀ ਉਹ ਬੋਰਿੰਗ ਲੱਗਦਾ। ਪਰ ਜਦੋਂ ਆਪਾਂ ਪ੍ਰੈਕਟਿਸ ਵੀ ਕਰ ਰਹੇ ਹਾਂ ਨਾ, ਉਦੋਂ ਆਪਾਂ ਨੂੰ ਕਾਫੀ ਸਾਰੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ ਕਿ ਮੈਂ ਇਸ ਪਰਟੀਕੂਲਰ ਟੌਪਿਕ ਦੇ ਵਿੱਚ ਰਿਵੀਜ਼ਨ ਕਰਨੀ ਮੇਰੀ ਪਈ ਹੈ। ਜਦੋਂ ਮੈਨੂੰ ਪਤਾ ਲੱਗਦਾ ਨਾ ਮੈਂ ਟੈਸਟ ਲਿਖ ਰਹੀ ਹਾਂ ਵੀ ਆਹ ਚੀਜ਼ ਤਾਂ ਮੈਨੂੰ ਆਉਂਦੀ ਨਹੀਂ, ਫਿਰ ਮੇਰਾ ਹੋਰ ਮਤਲਬ ਕੀ ਹੁੰਦਾ ਵੀ ਮੈਂ ਰਿਵੀਜ਼ਨ ਕਰਨੀ ਹੈ। ਸੋ ਵਿਦ ਪ੍ਰੈਕਟਿਸ ਉਹ ਬੋਰਿੰਗ ਨਹੀਂ ਲੱਗੂਗਾ। ਤੀਸਰੀ ਚੀਜ਼ ਇਹ ਹੈ ਕਿ ਤੁਸੀਂ ਰਿਵੀਜ਼ਨ ਦੇ ਵਿੱਚ ਵੀ ਕ੍ਰੀਏਟੀਵਿਟੀ ਲੈ ਕੇ ਆਓ। ਫੋਰ ਐਗਜ਼ਾਮਪਲ ਖਾਲੀ ਪੇਜ ਦੇ ਉੱਪਰ ਉਹ ਟੌਪਿਕ ਨੂੰ ਲਿਖ ਕੇ ਦੇਖੋ ਮੈਨੂੰ ਕਿੰਨਾ ਯਾਦ ਹੈ, ਜੋ ਰਹਿ ਗਿਆ ਉਹ ਫਿਰ ਤੁਸੀਂ ਰਿਵਾਈਜ਼ ਕਰੋ, ਜਾਂ ਫਿਰ ਤੁਸੀਂ ਬੋਲ ਕੇ ਰਿਵਾਈਜ਼ ਕਰੋ, ਜਾਂ ਫਿਰ ਕਿਸੇ ਨਾਲ ਡਿਸਕਸ ਕਰਕੇ ਰਿਵਾਈਜ਼ ਕਰੋ। ਤਾਂ ਰਿਵੀਜ਼ਨ ਨੂੰ ਵੱਖ-ਵੱਖ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੋ।
ਠੀਕ ਹੈ, ਐਂਡ ਮੇਕ ਦੈਟ ਇੰਟਰਸਟਿੰਗ। ਜੀ। ਤੇ ਸੈਕੰਡ ਕੁਐਸਚਨ ਸੀ ਤੁਹਾਡਾ PSIR ਦੀ ਸਟ੍ਰੈਟਜੀ। ਸੋ PSIR ਜੋ ਸਬਜੈਕਟ ਹੈ ਬਹੁਤ ਜ਼ਿਆਦਾ ਡਾਇਨਾਮਿਕ ਹੈ, ਬਟ ਇਹਨੂੰ ਆਪਾਂ ਨੇ ਕੀ ਕਰਨਾ ਹੈ, ਸਿਲੇਬਸ, ਹਰੇਕ ਸਿਲੇਬਸ ਤੋਂ ਆਪਾਂ ਨੇ ਟੌਪਿਕ ਨੂੰ ਮੈਚ ਕਰਕੇ ਪਿਛਲੇ ਸਾਲਾਂ ਦੇ ਕੁਐਸਚਨ ਕਿਹੜੇ ਪੁੱਛੇ ਗਏ ਨੇ ਉਹ ਆਈਡੈਂਟੀਫਾਈ ਕਰ ਲਏ। ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਟੌਪਿਕ 'ਚ ਆਪਾਂ ਨੇ ਆਹ ਸਾਰੀਆਂ ਕਰਨੀਆਂ ਨੇ। ਜਿਵੇਂ ਕੰਪੈਰੇਟਿਵ ਪੋਲਿਟਿਕਸ ਹੈ, ਸਿਲੇਬਸ ਸਿਰਫ ਇੰਨਾ ਵਰਡ ਹੈ, ਬਟ ਜਦੋਂ PYQs ਦੇਖਦੇ ਹਾਂ ਆਪਾਂ ਦੇਖਦੇ ਹਾਂ ਬਿਹੇਵੀਅਰਲ ਅਪਰੋਚ ਪੁੱਛਦੇ ਨੇ, ਪੋਸਟ ਬਿਹੇਵੀਅਰਲ ਅਪਰੋਚ ਪੁੱਛਦੇ ਨੇ, ਅੱਜ ਕੱਲ੍ਹ ਤਾਂ ਇੰਟਰਪ੍ਰੀਟਿਵ ਅਪਰੋਚ, ਨਵੇਂ ਅਪਰੋਚਸ ਵੀ ਪੁੱਛਣ ਲੱਗ ਗਏ। ਫਿਰ ਆਪਣੇ ਨੋਟਸ ਦੇ ਵਿੱਚ ਕੱਲੇ ਟੌਪਿਕ ਦੇ ਉੱਪਰ ਤਿਆਰ ਹੋਣਾ ਚਾਹੀਦਾ, ਬੇਸਿਕ ਨੋਟਸ। ਉਹ ਪੂਰੇ ਵਧੀਆ ਵੀ ਨਹੀਂ ਹੋਣੇ ਚਾਹੀਦੇ, ਬਹੁਤ ਬੇਸਿਕ, ਸਾਰੇ ਟੌਪਿਕ ਦੇ ਬੇਸਿਕ ਨੋਟਸ ਤਿਆਰ ਕਰ ਲੈਣੇ ਨੇ। ਉਹ ਤੁਸੀਂ ਕਿਸੇ ਬੁੱਕ ਤੋਂ ਕਰ ਸਕਦੇ ਹੋ, ਕਿਸੇ ਇੰਸਟੀਟਿਊਟ ਦੇ ਨੋਟਸ ਤੋਂ ਕਰ ਸਕਦੇ ਹੋ, ਜਾਂ ਕਿਸੇ ਟੌਪਰ ਦੇ ਨੋਟਸ ਵੀ ਮਿਲ ਜਾਣਗੇ ਟੈਲੀਗ੍ਰਾਮ 'ਤੇ, ਉੱਥੋਂ ਉਠਾ ਸਕਦੇ ਹੋ। ਹਰੇਕ ਟੌਪਿਕ ਦੇ ਉੱਪਰ ਤੁਹਾਡੇ ਕੋਲ ਨੋਟਸ ਹੋਣੇ ਚਾਹੀਦੇ ਨੇ, ਪਹਿਲੀ ਗੱਲ। ਦੂਸਰੀ ਗੱਲ ਹੈਗੀ ਆ ਸਟਾਰਟ ਰਾਈਟਿੰਗ PYQs, ਹਾਂ, ਓਨਲੀ PYQs। ਚਾਹੇ ਬਾਰ ਉਹੀ ਸੇਮ ਚੀਜ਼ ਲਿਖ ਰਹੇ ਹੋ, ਬਟ ਹਮੇਸ਼ਾ ਟਰਾਈ ਕਰੋ ਕਿ ਮੈਂ ਵੱਖਰੇ ਤਰੀਕੇ ਨਾਲ ਲਿਖਾਂ, ਮੈਂ ਆਪਣੇ ਆਨਸਰ ਦੇ ਵਿੱਚ ਇੰਟਰਲਿੰਕੇਜ ਲੈ ਕੇ ਆਵਾਂ, ਵੀ ਆਪਣਾ ਜੋ ਟੌਪਿਕ ਹੈ ਉਹਨੂੰ ਮੈਂ ਪੈਰਾਗ੍ਰਾਫਸ ਦੇ ਵਿੱਚ ਲਿਖਣਾ। PSIR ਦੇ ਵਿੱਚ ਨਾ ਮਤਲਬ ਕਿ ਇਹ ਹੈ ਕਿ ਤੁਸੀਂ ਉਹਨੂੰ ਐਕਸਪਲੇਨ ਵੀ ਕਰਨਾ। GS2 ਦੇ ਵਿੱਚ ਤਾਂ ਸਿਰਫ ਆਪਾਂ ਜਜਮੈਂਟ ਪਾ ਕੇ ਛੱਡ ਦਿੰਦੇ ਹਾਂ, ਇਹਦੇ ਵਿੱਚ ਆਪਾਂ ਨੇ ਉਹਦੀ ਪਿੱਛੇ ਵਾਲੀ ਸਿਗਨੀਫੀਕੈਂਸ ਵੀ ਲਿਖਣੀ ਆ, ਵੀ ਇਹ ਪਰਟੀਕੂਲਰ ਚੀਜ਼ ਮੈਂ ਕਿਉਂ ਲੈ ਕੇ ਆ ਰਿਹਾ, ਅਤੇ ਜੋ ਕੁਐਸਚਨ 'ਚ ਪੁੱਛਿਆ ਗਿਆ ਹੈ ਉਹਨੂੰ ਉਹਦੇ ਨਾਲ ਇੰਟਰਲਿੰਕ ਕਰਨਾ। ਸੋ ਇੰਟਰਲਿੰਕ ਦੀ ਸਕਿੱਲ ਇਹ ਸਿੱਖੀ ਜਾਊਗੀ ਵਿਦ ਪ੍ਰੈਕਟਿਸ ਓਨਲੀ, ਠੀਕ ਹੈ। ਬਸ ਇਹੀ ਦੋ ਚੀਜ਼ਾਂ ਨੇ, PYQs ਦੀ ਪ੍ਰੈਕਟਿਸ ਕਰੋ, ਅਤੇ ਜੇ ਫਿਰ ਹੌਲੀ ਕੋਈ ਟੈਸਟ ਸੀਰੀਜ਼ ਵੀ ਜੁਆਇਨ ਕਰ ਲਿਓ। ਇਹ PSIR ਦੀ ਸਟ੍ਰੈਟਜੀ ਹੈ। ਤੀਸਰਾ ਕੁਐਸਚਨ ਸੀਗਾ ਰਿਗਾਰਡਿੰਗ GS ਦੇ ਕੁਐਸਚਨ ਸਮਝ ਨਹੀਂ ਆਉਂਦੇ। ਮੈਨੂੰ ਸਮਝ ਨਹੀਂ ਆਉਂਦੇ ਵੀ ਮੇਨ ਕੋਰ ਪੁੱਛਦੇ ਕਿ ਨਹੀਂ, ਕਿਉਂਕਿ ਡਾਇਰੈਕਟ ਕੁਐਸਚਨ ਤਾਂ ਹੁੰਦੇ ਨਹੀਂ, ਮੈਨੂੰ ਤੁਹਾਨੂੰ ਪਤਾ ਹੈ। ਹਾਂ, ਉਹ ਡਾਇਰੈਕਟ ਕੁਐਸਚਨ ਨਹੀਂ ਹੁੰਦੇ, ਉੱਥੇ ਹੀ ਆਪਾਂ ਨੂੰ ਥੋੜ੍ਹਾ ਦੇਖਣਾ ਪੈਂਦਾ। ਆਪਾਂ ਉਹਦੇ ਵਿੱਚ ਨਾ ਕੀਵਰਡਸ ਆਈਡੈਂਟੀਫਾਈ ਕਰ ਲਓ ਕਿ ਇਸ ਕੁਐਸਚਨ ਦੇ ਵਿੱਚ ਆਹ ਪਰਟੀਕੂਲਰ ਕੀਵਰਡ ਹੈ ਅਤੇ ਇਹਦੇ ਉੱਪਰ ਆਹ ਵਾਲਾ ਚੀਜ਼ ਪੁੱਛੀ ਜਾ ਰਹੀ ਹੈ, ਠੀਕ ਹੈ। ਜਿਵੇਂ ਕੌਨਸਟੀਟਿਊਸ਼ਨਲ ਮੋਰੈਲਿਟੀ ਹੋ ਗਿਆ, ਵੈਸੇ ਅੱਜ ਕੱਲ੍ਹ ਇੰਨੇ ਵੀ ਸਿੱਧੇ ਕੁਐਸਚਨ ਨਹੀਂ ਆ ਰਹੇ, ਫਿਰ ਉਹਨੂੰ ਤੁਸੀਂ ਡਿਵਾਈਡ ਕਰ ਲਓ, ਠੀਕ ਹੈ। ਪਹਿਲੇ ਪੇਜ ਦੇ ਉੱਪਰ ਇੱਕ ਡਿਮਾਂਡ ਐਡਰੈਸ ਕਰ ਲਈ, ਦੂਸਰੇ ਪੇਜ 'ਤੇ ਦੂਸਰੀ ਡਿਮਾਂਡ ਐਡਰੈਸ ਕਰ ਲਈ, ਐਂਡ ਇਟ ਵਿਲ ਹੈਪਨ ਓਨਲੀ ਵਿਦ ਪ੍ਰੈਕਟਿਸ। ਪਹਿਲਾਂ ਮੈਨੂੰ ਵੀ ਨਹੀਂ ਸਮਝ ਆਉਂਦਾ ਸੀ, ਬਟ ਜਦੋਂ ਆਪਾਂ ਲਿਖੀ ਜਾਂਦੇ ਹਾਂ ਫਿਰ ਆਪਾਂ ਨੂੰ ਸਮਝ ਆ ਜਾਂਦਾ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਮੇਰਾ ਕੁਐਸਚਨ ਇਹ ਹੈ ਵੀ ਤੁਹਾਡੇ ਫਸਟ ਤੇ ਤੁਹਾਡੇ ਫੋਰਥ ਅਟੈਂਪਟ 'ਚ ਕੀ ਫਰਕ ਰਿਹਾ, ਜੋ ਤੁਸੀਂ ਫੀਲ ਕੀਤਾ, ਤੁਹਾਡੀਆਂ ਮਿਸਟੇਕਸ, ਚੇਂਜਸ ਆਏ ਤੁਹਾਡੇ 'ਚ, ਵੀ ਉਹ ਤੁਸੀਂ ਕੀ, ਵੀ ਜੋ ਬਿਗਨਰ ਅਸੀਂ ਅਵੋਇਡ ਕਰ ਸਕਦੇ ਹਾਂ। ਓਕੇ, ਮਤਲਬ ਫਸਟ ਤੇ ਫੋਰਥ ਅਟੈਂਪਟ ਦੇ ਵਿੱਚ ਵੈਸੇ ਮੈਂ ਉਹ ਟਿਪਸ ਦੱਸੀਆਂ ਨੇ, ਹੈ ਨਾ, ਮੈਂ ਦੁਬਾਰਾ ਦੱਸਦੀ ਹਾਂ। ਮੇਰੇ ਦੇ ਵਿੱਚ ਇੱਕ ਤਾਂ ਡਿਫਰੈਂਸ ਇਹ ਆਇਆ ਕਿ ਮੈਂ ਮਾਈਂਡਸੈਟ ਆਪਣਾ ਥੋੜ੍ਹਾ ਕਾਮ ਰੱਖਿਆ। ਜਦੋਂ ਆਪਾਂ ਬਿਗਨਰ ਦੇ ਵਿੱਚ ਹੁੰਦੇ ਹਾਂ ਤਾਂ ਜੋਸ਼ ਜ਼ਿਆਦਾ ਹੁੰਦਾ ਹੈ ਨਾ, ਕਿ ਮੈਂ ਇਹ ਵੀ ਕਰਨਾ ਹੈ, ਉਹ ਵੀ ਕਰਨਾ ਹੈ, ਬਟ ਇਹਦੇ ਵਿੱਚ ਜਿੰਨਾ ਜ਼ਿਆਦਾ ਆਪਾਂ ਕਾਮ ਰਹਾਂਗੇ, ਹੈ ਨਾ, ਕਰਨੀਆਂ ਸਾਰੀਆਂ ਚੀਜ਼ਾਂ ਨੇ, ਬਟ ਸਿੰਪਲ ਤਰੀਕੇ ਨਾਲ ਕਰਨਾ ਹੈ। ਹਰੇਕ ਚੀਜ਼ ਦੇ ਵਿੱਚ ਡੈਪਥ ਦੇ ਵਿੱਚ ਨਹੀਂ ਜਾਣਾ ਹੈਗਾ, ਓਕੇ, ਜਿੰਨਾ ਕੁ ਆਪਾਂ ਨੂੰ ਲੋੜ ਹੈ, ਕਿਉਂਕਿ ਇਹ 'ਚ ਕਰਨਾ ਬਹੁਤ ਹੈ ਨਾ, ਸਿਲੇਬਸ ਬਹੁਤ ਜ਼ਿਆਦਾ ਹੈ, ਐਂਡ ਇਫ ਵੀ ਵਿਲ ਵੇਸਟ ਆਰ ਟਾਈਮ ਔਨ ਫਿਊ ਥਿੰਗਸ ਓਨਲੀ ਤਾਂ ਸਾਰਾ ਕੁਝ ਸ਼ੋ ਪਿੱਛੇ ਰਹਿ ਜਾਂਦਾ। ਸੋ ਇਟਸ ਆਲ ਅਬਾਊਟ ਕਿ ਇੱਕ ਅੱਛੀ ਸਟ੍ਰੈਟਜੀ ਬਣਾਉਣੀ ਆ, ਸਿਸਟਮ ਦੇ ਵਿੱਚ ਤਿਆਰੀ ਕਰਨੀ ਹੈ, ਕਿ ਹਰੇਕ ਸਬਜੈਕਟ ਦੀ ਇੱਕ ਬੁੱਕ ਹੈ, ਉਹਦੀ ਬਾਰ ਰਿਵੀਜ਼ਨ ਕਰਨੀ ਹੈ, ਨਿਊਜ਼ਪੇਪਰ ਦੇ ਨਾਲ ਮੈਂ ਚੀਜ਼ਾਂ ਰਿਲੇਟ ਕਰਨੀਆਂ ਨੇ, ਐਂਡ ਪ੍ਰੈਕਟਿਸ ਕਰਨੀ ਆ ਜ਼ਿਆਦਾ ਤੋਂ ਜ਼ਿਆਦਾ। ਸੋ ਆਈ ਹੈਵ ਲਰਨਡ ਵਨ ਥਿੰਗ ਇਜ਼ ਹੈਵਿੰਗ ਕਾਮ ਮਾਈਂਡਸੈਟ। ਨੰਬਰ 2 ਇਜ਼ PYQs ਬਹੁਤ ਇੰਪੋਰਟੈਂਟ ਨੇ। ਅਤੇ ਤੀਸਰੀ ਚੀਜ਼ ਹੈਗੀ ਹੈ ਕਿ ਰਿਵੀਜ਼ਨ ਆਪਣੀ ਵਧੀਆ ਤਰੀਕੇ ਨਾਲ ਕਰਨੀ ਹੈ। ਰਿਵੀਜ਼ਨ ਜਿਵੇਂ ਪਹਿਲਾਂ ਵੀ ਉਹ ਲੜਕੀ ਨੇ ਕੁਐਸਚਨ ਪੁੱਛਿਆ, ਉਹਦੇ ਵਿੱਚ ਆਪਾਂ ਨੇ ਕ੍ਰੀਏਟੀਵਿਟੀ ਲੈ ਕੇ ਆਉਣੀ ਹੈ, ਕਿ ਮੈਂ ਜਦੋਂ ਦੁਬਾਰਾ ਤੋਂ ਟੌਪਿਕ ਨੂੰ ਪੜ੍ਹ ਰਹੀ ਹਾਂ ਤਾਂ ਮੈਂ ਇੱਕ ਨਵੀਂ ਸੋਚ ਨਾਲ ਪੜ੍ਹ ਰਹੀ ਹਾਂ, ਅਤੇ ਜੋ ਕਰੰਟ ਦੇ ਵਿੱਚ ਚੱਲ ਰਿਹਾ ਉਹਨੂੰ ਵੀ ਲਿੰਕ ਕਰ ਰਹੀ ਹਾਂ ਆਪਣੇ ਉਸ ਟੌਪਿਕ ਦੇ ਨਾਲ। ਸੋ ਇੰਟਰਲਿੰਕ ਕਰਨਾ ਜੋ ਹੈ ਉਹ ਵੀ ਮੈਂ ਆਪਣੇ ਫੋਰਥ ਅਟੈਂਪਟ ਦੇ ਵਿੱਚ ਸਿੱਖਿਆ। ਸਤਿ ਸ਼੍ਰੀ ਅਕਾਲ ਮੈਮ, ਥੈਂਕ ਯੂ ਸੋ ਮਚ ਫॉर योर ਟਾਈਮ। ਮੇਰਾ ਸਵਾਲ ਤੁਹਾਨੂੰ ਇਹੀ ਆ ਕਿ ਤੁਹਾਡੀ ਲਾਈਫ 'ਚ ਕਿਹੜੀ ਇਹੋ ਜਿਹੀ ਡੇਲੀ ਹੈਬਿਟ ਸੀਗੀ ਜਿਹਨੇ ਤੁਹਾਡੀ ਲਾਈਫ ਨੂੰ ਸਭ ਤੋਂ ਜ਼ਿਆਦਾ ਇੰਪਰੂਵ ਕਰਿਆ? ਓਕੇ, ਵੈਸੇ ਬਹੁਤ ਸਾਰੀਆਂ ਹੈਬਿਟਸ ਨੇ ਮੇਰੀਆਂ ਡੇਲੀ ਦੀਆਂ, ਜਿਵੇਂ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨਾ, ਗੁਰੂ ਘਰ ਜਾਣਾ ਅਤੇ ਪਾਠ ਕਰਨਾ। ਇਹ ਤਾਂ ਮਤਲਬ ਕਿ ਸਪਿਰਿਚੁਅਲ ਜਿਹੜੀ ਹੈਗੀ ਆ ਉਹਦੇ ਵਿੱਚ ਉਹ ਮੈਨੂੰ ਕਾਫੀ ਇਨਫਲੂਐਂਸ ਕਰਦੀਆਂ ਨੇ, ਐਂਡ ਉਹ ਹਜੇ ਵੀ ਚੇਂਜ ਨਹੀਂ ਹੋਈਆਂ। ਬਟ UPSC ਦੀ ਜਰਨੀ ਦੇ ਵਿੱਚ ਜੇ ਮੈਂ ਕਹਾਂ ਤਾਂ ਇਟ ਵਾਜ਼ ਲਾਈਕ, ਮੈਂ ਆਪਣੇ ਦਿਨ ਦੀ ਸ਼ੁਰੂਆਤ ਜਦੋਂ ਮੈਂ ਪੜ੍ਹਨ ਦੀ ਸ਼ੁਰੂਆਤ ਕਰਦੀ ਹਾਂ ਨਾ, ਤਾਂ ਸਭ ਤੋਂ ਪਹਿਲਾਂ ਮੈਂ ਕੋਈ 5 ਕੁਐਸਚਨਸ ਲਾਉਂਦੀ ਹੁੰਦੀ ਸੀ PYQs, ਆਹ ਵਾਲੇ ਅਟੈਂਪਟ 'ਚ ਸਪੈਸ਼ਲੀ। ਪ੍ਰੀਲਿਮਸ ਵੇਲੇ 5 MCQs, ਮੇਨਸ ਵੇਲੇ 5
ਕੁਐਸਚਨ ਆਨਸਰ। ਤੇ ਉੱਥੋਂ ਮੈਂ ਸ਼ੁਰੂਆਤ ਕਰਦੀ ਸੀ ਤਾਂ ਮੈਨੂੰ ਟਾਈਮ ਹੀ ਨਹੀਂ ਮਿਲਦਾ ਸੀ ਵੀ ਮੈਂ ਡਿਸਟਰੈਕਟ ਹੋਵਾਂ ਜਾਂ ਫਿਰ ਮੈਂ ਅੱਜ ਮਤਲਬ ਕਿ ਐਵੇਂ ਸੋਚਾਂ ਕਿ ਅੱਜ ਮੈਂ ਪੜ੍ਹਨਾ ਨਹੀਂ ਹੈਗਾ। ਮਤਲਬ ਔਨ ਸਾਰ ਟੇਬਲ ਦੇ ਉੱਪਰ ਸਭ ਤੋਂ ਪਹਿਲਾਂ ਪ੍ਰੈਕਟਿਸ ਹੀ ਕਰ ਰਹੀ ਹਾਂ 5 ਕੁਐਸਚਨ। ਤਾਂ ਉਹਦੇ ਨਾਲ ਕੀ ਹੁੰਦਾ ਸੀ, ਇੱਕ ਤਾਂ ਆਪਣਾ ਮਾਈਂਡ ਐਕਟਿਵ ਹੋ ਜਾਂਦਾ ਅਤੇ ਡਿਸਟਰੈਕਟ ਨਹੀਂ ਹੁੰਦਾ, ਅਤੇ ਫਿਰ ਸਾਰਾ ਦਿਨ ਦੀ ਇੱਕ ਸਟ੍ਰੈਟਜੀ ਵਧੀਆ ਬਣ ਜਾਂਦੀ ਹੈ। ਆਈ ਥਿੰਕ ਆਪਣਾ ਜਿਹੜਾ ਪਹਿਲਾ ਸਟੈਪ ਹੁੰਦਾ ਨਾ ਦਿਨ ਦਾ ਜਾਂ ਜਰਨੀ ਦਾ ਜਾਂ ਕੁਛ ਵੀ ਚੀਜ਼, ਜੇ ਆਪਾਂ ਉਸ ਨੂੰ ਹੈਂਡਲ ਕਰ ਲਿਆ ਤਾਂ ਬਾਕੀ ਸਾਰੇ ਸਟੈਪ ਆਪ ਹੀ ਹੈਂਡਲ ਹੋ ਜਾਂਦੇ ਨੇ। ਸੋ ਯੋਰ ਫਰਸਟ ਸਟੈਪ ਇਜ਼ ਵੈਰੀ ਇੰਪੋਰਟੈਂਟ। ਥੈਂਕ ਯੂ ਸੋ ਮਚ ਮੈਮ। ਮੋਰਨਿੰਗ ਮੈਮ ਮੇਰੀ ਪਰਸਨਲ ਪ੍ਰੋਬਲਮ ਕਹਿ ਲਓ ਵੀ ਲੈਂਥ ਦੇ ਵਿੱਚ ਆਉਂਦੀ ਹੈ, ਵੀ ਲੈਂਥ ਮੈਟਰ ਕਰਦੀ ਆ ਉਸ ਟਾਈਮ 'ਤੇ ਕੁਐਸਚਨਸ ਦੇ ਵਿੱਚ ਜਾਂ ਨਹੀਂ, ਕਿਉਂਕਿ ਸ਼ੁਰੂ ਤੋਂ ਜਿੱਦਾਂ ਸਕੂਲ ਟਾਈਮ ਦੇ ਵਿੱਚ ਜਾਂ ਫਿਰ ਕਾਲਜਿਸ ਦੇ ਵਿੱਚ ਬੇਸਿਕਲੀ ਇਹ ਚੀਜ਼ ਹੁੰਦੀ ਆ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੈਂਥ ਦੇ ਵਿੱਚ ਲਿਖੀਏ ਸੋ ਜ਼ਿਆਦਾ ਤੋਂ ਜ਼ਿਆਦਾ ਮਾਰਕਸ ਮਿਲ ਸਕੇ। ਓਕੇ, ਹਾਂ, ਇਹ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਐਵੇਂ ਹੁੰਦਾ ਵੀ ਜ਼ਿਆਦਾ ਲੰਬਾ ਲਿਖੀਏ ਤਾਂ ਜ਼ਿਆਦਾ ਮਾਰਕਸ ਮਿਲਦੇ ਨੇ, ਬਟ UPSC ਦੇ ਵਿੱਚ ਟਾਈਮ ਵੀ ਨਹੀਂ ਹੁੰਦਾ ਅਤੇ ਸਪੇਸ ਵੀ ਘੱਟ ਹੁੰਦੀ ਆ। ਆਪਾਂ ਓਨਾ ਕੀ ਲਿਖ ਸਕਦੇ ਹਾਂ ਜਿੰਨਾ ਕੁ ਆਪਾਂ ਨੂੰ ਸਮਾਂ ਅਤੇ ਸਪੇਸ ਗਿਵਨ ਹੈ। ਤਾਂ ਉਹਦੇ ਵਿੱਚ ਤਾਂ ਆਪਣਾ ਮੇਨ ਟਾਰਗੇਟ ਹੁੰਦਾ ਵੀ ਜਿਹੜੇ ਕੁਐਸਚਨ 'ਚ ਪੁੱਛਿਆ ਗਿਆ ਮੇਰੀ ਬੇਸਿਕ ਡਿਮਾਂਡ ਐਡਰੈਸ ਹੋ ਗਈ। ਜੇ ਉਹ ਇੱਕ ਪੇਜ ਦੇ ਵਿੱਚ ਵੀ ਹੋ ਜਾਂਦੀ ਹੈ ਤਾਂ ਵੀ ਠੀਕ ਹੈ, ਬਟ ਸਟਿਲ ਇੱਥੇ ਆਪਾਂ ਨੂੰ ਜਿੰਨੀ ਸਪੇਸ ਗਿਵਨ ਹੈ ਨਾ ਉਹਨੂੰ ਪੂਰੀ ਆਪਾਂ ਯੂਜ਼ ਕਰੀਏ। ਉਹਦੇ ਵਿੱਚ ਆਪਾਂ ਜੋ ਪੁੱਛਿਆ ਗਿਆ ਕੱਲੀ ਚੀਜ਼ ਨੂੰ ਲੱਭ ਕੇ ਉਹਨੂੰ ਐਡਰੈਸ ਕਰੀਏ। ਸੋ ਹੁਣ ਆਪਾਂ ਲੈਂਥ ਦੇ ਚੱਕਰਾਂ 'ਚ ਨਹੀਂ ਪੈਣਾ। ਜਦੋਂ ਵਿੱਚ ਪੈ ਜਾਓਗੇ ਨਾ ਉਦੋਂ ਪਤਾ ਲੱਗੇਗਾ ਕਿ ਲੈਂਥ ਮੈਟਰ ਨਹੀਂ ਕਰਦੀ, ਤੁਹਾਡਾ ਜੋ ਤੁਸੀਂ ਪ੍ਰੈਜ਼ੈਂਟ ਕਰ ਰਹੇ ਹੋ, ਜੋ ਤੁਹਾਡਾ ਕੰਟੈਂਟ ਹੈ ਉਹ ਮੈਟਰ ਕਰ ਰਿਹਾ। ਜਦੋਂ ਫੇਲੀਅਰ ਹੁੰਦਾ ਉਦੋਂ ਖਾਸ ਕਰਕੇ ਮੈਂ ਜਦੋਂ ਫਸਟ ਟਾਈਮ ਅਟੈਂਪਟ ਕੀਤਾ ਸੀ ਮੈਂ ਫੇਲ ਹੋਈ। ਉਸ ਟਾਈਮ ਮੇਰਾ ਨਹੀਂ ਉਹ ਕਲੀਅਰ ਹੋਇਆ ਅਤੇ ਕਾਫੀ ਬੱਚਿਆਂ ਨੇ ਮਜ਼ਾਕ ਉਡਾਇਆ, ਈਵਨ ਦੋ ਆਪਣੇ ਸਿਬਲਿੰਗਸ, ਫੈਮਿਲੀ ਮੈਂਬਰਸ, ਸਭ ਨੇ ਕਿਹਾ ਕਿ ਛੱਡ ਦੇ ਬਸ ਕੋਈ ਫਾਇਦਾ ਨਹੀਂ। ਉਸ ਤੋਂ ਬਾਅਦ ਸੈਕਿੰਡ ਅਟੈਂਪਟ ਦਿੱਤਾ, ਉਹ ਪਾਸ ਹੋਏ, ਬਟ ਇੰਟਰਵਿਊ 'ਚ ਕਿਸੇ ਨਾ ਕਿਸੇ ਗੱਲ ਕਰਕੇ ਰਹਿ ਗਏ ਆਪਾਂ। ਅਤੇ ਜਦੋਂ ਆਪਾਂ ਕਲੀਅਰ ਕਰ ਲੈਂਦੇ ਹਾਂ ਉਹੀ ਬੰਦੇ ਆਪਾਂ ਨੂੰ ਆ ਕੇ ਬਹੁਤ ਜ਼ਿਆਦਾ ਮੁਬਾਰਕਾਂ ਦਿੰਦੇ ਨੇ, ਸਾਰਾ ਕਰਦੇ ਨੇ, ਬਟ ਉਹੀ ਪਹਿਲਾਂ ਆਪਣਾ ਮਜ਼ਾਕ ਉਡਾ ਰਹੇ ਨੇ। ਤਾਂ ਉਦੋਂ ਗੁੱਸਾ ਵੀ ਆਉਂਦਾ, ਸ਼ਾਇਦ ਤੁਹਾਨੂੰ ਵੀ ਕਈ ਵਾਰ ਆਇਆ ਹੋਏਗਾ, ਮੇ ਬੀ, ਕਿਉਂਕਿ ਤੁਹਾਡੀ ਵੀ ਜਰਨੀ ਸੀ। ਤੁਸੀਂ ਉਹ ਗੁੱਸੇ ਨੂੰ ਕਿਵੇਂ ਓਵਰਕਮ ਕੀਤਾ ਕਿ ਉਹਨਾਂ ਨੂੰ ਕੋਈ ਜਵਾਬ ਦਿੱਤਾ ਜਾਂ ਨਹੀਂ ਦਿੱਤਾ? ਮੇਰੇ ਮਾਈਂਡ 'ਚ ਉਹਨਾਂ ਨੂੰ ਜਵਾਬ ਦੇਣਾ ਤੁਸੀਂ ਆਪਣੀ ਬਿਹਤਰ ਤਿਆਰੀ ਦੇ ਨਾਲ, ਠੀਕ ਹੈ। ਉਹਨਾਂ ਦੀ ਗੱਲਾਂ ਦੇ ਉੱਪਰ ਤੁਸੀਂ ਫਸਟ ਆਫ ਆਲ ਇਗਨੋਰ ਇਟ, ਐਂਡ ਸੈਕਿੰਡ ਥਿੰਗ ਇਜ਼ ਤੁਸੀਂ ਸਿਰਫ ਆਪਣੀ ਪ੍ਰੈਪਰੇਸ਼ਨ ਦੇ ਉੱਪਰ ਧਿਆਨ ਦਿਓ। ਤੁਸੀਂ ਜੋ ਕਰ ਰਹੇ ਹੋ ਤੁਹਾਡੀ ਜਰਨੀ, ਐਵੇਂ ਨਾ ਸੋਚੋ ਕਿ ਆਈ ਐਮ ਫੇਲਿੰਗ। ਤੁਸੀਂ ਫੇਲ ਨਹੀਂ ਹੋ ਰਹੇ ਹੋ, ਤੁਸੀਂ ਸਿੱਖ ਰਹੇ ਹੋ। ਤੁਸੀਂ ਆਪਣੇ ਪਹਿਲੇ ਅਟੈਂਪਟ 'ਚ ਕੁਛ ਅਚੀਵ ਕੀਤਾ ਹੈ ਨਾ, ਉਹ ਤੁਹਾਡਾ ਫੇਲੀਅਰ ਨਹੀਂ ਹੈ, ਉਹ ਤੁਹਾਡੀ ਅਚੀਵਮੈਂਟ ਹੈ। ਤੁਸੀਂ ਬਾਕੀ ਜਿਹੜੇ ਤੁਹਾਡੇ 'ਤੇ ਹੱਸ ਰਹੇ ਨੇ, ਜੋ ਕੁਛ ਵੀ ਨਹੀਂ ਕਰ ਰਹੇ, ਉਹਨਾਂ ਤੋਂ 100 ਗੁਣਾ ਬਿਹਤਰ ਹੋ। ਯੂ ਆਰ ਡੂਇੰਗ ਸਮਥਿੰਗ ਐਂਡ ਲਰਨਿੰਗ ਸਮਥਿੰਗ। ਅਤੇ ਜੋ ਵੀ ਤੁਸੀਂ ਆਹ 2 ਅਟੈਂਪਟਸ ਦੇ ਵਿੱਚ ਕੁਛ ਵੀ ਕਰਿਆ ਨਾ, ਇਹ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਕੰਮ ਜ਼ਰੂਰ ਆਏਗਾ। ਅਤੇ ਜਦੋਂ ਤੁਸੀਂ ਸਕਸੀਡ ਹੋਵੋਗੇ ਨਾ, ਇਹ ਜੋ ਵੀ ਤੁਸੀਂ ਇਹ 2 ਮਤਲਬ ਜਿਨ੍ਹਾਂ ਨੂੰ ਤੁਸੀਂ ਫੇਲੀਅਰ ਕਹਿ ਰਹੇ ਹੋ, ਤੁਸੀਂ ਪਿੱਛੇ ਮੁੜ ਕੇ ਕਨੈਕਟ ਕਰੋਗੇ ਡੋਟਸ, ਤੁਸੀਂ ਦੇਖੋਗੇ ਵੀ ਉਹਨਾਂ ਦੇ ਕਰਕੇ ਜੋ ਮੈਂ ਉੱਥੇ ਸਿੱਖਿਆ ਸੀ ਉਹਦੇ ਕਰਕੇ ਅੱਜ ਮੈਂ ਸਕਸੈਸਫੁਲ ਹਾਂ। ਸੋ ਯੂ ਆਰ ਨਾਟ ਫੇਲਿੰਗ, ਯੂ ਆਰ ਗੋਇੰਗ ਟੂ ਸਕਸੀਡ, ਐਂਡ ਉਹਨਾਂ ਦਾ ਜਵਾਬ ਤੁਹਾਡੀ ਸਕਸੈਸ ਹੀ ਦੇਗੀ। ਥੈਂਕ ਯੂ। ਅਤੇ ਅਗਲਾ ਕੁਐਸਚਨ ਇਹ ਹੈ ਕਿ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਇੱਕ ਆਪਸ਼ਨ B ਵੀ ਰੱਖਿਆ ਸੀਗਾ UGC ਨੈਟ, ਅਤੇ ਉਹ ਰੱਖਣਾ ਜ਼ਰੂਰੀ ਹੈ ਜਾਂ ਫਿਰ ਆਪਾਂ ਆਪਣੀ ਇੱਕ ਲਾਈਨ 'ਤੇ ਚੱਲ ਸਕਦੇ ਹਾਂ? ਉਹ ਤਾਂ ਮੈਂ ਵੈਸੇ ਹੀ ਰੱਖ ਲਿਆ ਸੀ, ਵੈਸੇ ਕੁਦਰਤੀ ਰਸਤੇ 'ਚ ਆ ਗਿਆ ਓਪਰਚੁਨਿਟੀ ਐਂਡ ਆਈ ਗੇਵ ਦੈਟ ਐਗਜ਼ਾਮ। ਬਾਕੀ ਉਸ ਟਾਈਮ ਅਸੀਂ ਸਾਰੇ ਮਤਲਬ ਹਰਮਨ ਸਰ ਸੀਗੇ ਅਤੇ ਬਾਕੀ ਮੇਰੀਆਂ ਕਲਾਸਮੇਟਸ ਸੀਆਂ, ਅਸੀਂ ਸਾਰਿਆਂ ਨੇ ਸੋਚਿਆ ਵੀ ਦੇ ਦਿੰਦੇ ਹਾਂ। ਮੇਰੀ ਮਤਲਬ ਇੱਕ ਪ੍ਰਾਇਰਿਟੀ ਤਾਂ ਇਹੀ ਸੀ ਕਿ UPSC ਹੀ ਦੇਣਾ ਹੈ। ਬਟ ਜੇ ਤੁਹਾਨੂੰ ਰਸਤੇ 'ਚ ਕੋਈ ਹੋਰ ਓਪਰਚੁਨਿਟੀ ਆ ਜਾਵੇ ਜਿੱਥੇ ਤੁਹਾਡੀ ਇਹ NDA ਦੀ ਜੋ ਨੌਲੇਜ ਹੈ ਉਹ ਕੰਮ ਆ ਸਕਦੀ ਹੈ, ਤਾਂ ਗੋ ਫॉर ਇਟ। ਅਦਰਵਾਈਜ਼ ਤੁਸੀਂ ਆਪਣਾ ਇੱਕੋ ਹੀ ਗੋਲ ਰੱਖੋ। 10th ਮੇਰਾ ਵਿਜ਼ਨ ਸੀ UPSC, ਬਟ ਹੌਲੀ ਹੌਲੀ ਜਦੋਂ +1 'ਚ ਆਏ, ਹਿਊਮੈਨਿਟੀਜ਼ 'ਚ ਆਏ, ਉਦੋਂ ਹਰ ਕੋਈ ਕਹਿੰਦਾ ਸੀਗਾ ਕਿ ਮੈਂ UPSC ਕਰਨੀ ਹੈ। ਫਿਰ ਮੇਰਾ ਮਾਈਂਡ ਸੈਟ ਇਹ ਹੈ ਕਿ ਜਿੱਧਰ ਸਾਰੇ ਜਾ ਰਹੇ ਨੇ ਮੈਨੂੰ ਉੱਧਰ ਨਹੀਂ ਜਾਣਾ, ਪਤਾ ਨਹੀਂ ਕਿਉਂ, ਬਟ ਹੈ। ਸੋ ਉਸ ਕਰਕੇ ਮੈਂ ਡਿਫੈਂਸ ਦੀ ਲਾਈਨ ਚੂਜ਼ ਕੀਤੀ। ਬਟ ਇਸ ਟਾਈਮ ਵੀ ਕਿਤੇ ਨਾ ਕਿਤੇ ਦਿਮਾਗ 'ਚ ਇਹ ਚੀਜ਼ ਆ ਜਾਂਦੀ ਹੈ ਕਿ ਜੇ ਡਿਫੈਂਸ ਨਹੀਂ ਤਾਂ UPSC ਸਿਵਲ ਸਰਵਿਸਿਜ਼ ਤਾਂ ਪੱਕਾ ਹੀ। ਐਂਡ YouTube ਅਤੇ ਟੈਲੀਗ੍ਰਾਮ ਆਪਣੇ ਕੋਲ ਫ਼ੋਨ ਤਾਂ ਹੈ ਅਤੇ ਇੰਟਰਨੈਟ ਕਨੈਕਸ਼ਨ ਵੀ ਹੈ ਨਾ। ਸੋ ਉੱਥੋਂ ਤੁਸੀਂ ਕੁਛ ਵੀ ਕਿਤੋਂ ਵੀ ਕੋਈ ਵੀ ਗਾਈਡੈਂਸ ਲੈ ਸਕਦੇ ਹੋ ਜਿੱਥੇ ਤੁਹਾਨੂੰ ਸਮਝ ਆ ਰਿਹਾ। ਥੈਂਕ ਯੂ ਜੀ। ਮੈਮ ਮਾਈ ਨੇਮ ਇਜ਼ ਅਰਮਾਨਦੀਪ ਸਿੰਘ। ਹਾਂਜੀ ਮੈਮ, ਮੈਂ ਤੁਹਾਡੇ ਕੋਲੋਂ ਇਹ ਚੀਜ਼ ਪੁੱਛਣਾ ਚਾਹੁੰਦਾ ਕਿ ਇੰਟਰਨੈਸ਼ਨਲ ਰਿਲੇਸ਼ਨ ਐਂਡ ਨੈਸ਼ਨਲ ਇਸ਼ੂਜ਼ ਆ ਜਿਹੜੇ, ਉਹਨਾਂ ਨੂੰ ਆਪਾਂ ਕਿਵੇਂ ਯਾਦ ਕਰ ਸਕਦੇ ਅਤੇ ਜੀਓਪੋਲਿਟਿਕਸ ਬਾਰੇ ਦੱਸੋ ਮੈਨੂੰ ਥੋੜ੍ਹਾ ਜਿਹਾ। ਓਕੇ, ਹਾਂਜੀ, ਇਹ ਕਾਫੀ ਇੰਟਰਸਟਿੰਗ ਸਬਜੈਕਟ ਹੈ, ਜੀਓਪੋਲਿਟਿਕਸ ਐਂਡ ਇੰਟਰਨੈਸ਼ਨਲ ਰਿਲੇਸ਼ਨਸ। ਸੋ ਸਭ ਤੋਂ ਪਹਿਲਾਂ ਤਾਂ ਜੋ ਚੱਲ ਰਿਹਾ ਕਰੰਟ ਦੇ ਵਿੱਚ ਉਹਦੇ ਬਾਰੇ ਪਹਿਲਾਂ ਅਵੇਅਰਨੈਸ ਹੋਵੇ, ਹੈ ਨਾ। ਇਹਦੇ ਵਿੱਚ ਨਾ ਤੁਸੀਂ ਕੀ ਕਰਨਾ ਹੈ,
ਕੋਈ ਅੱਛੀਆਂ ਵੈਬਸਾਈਟਸ ਵੀ ਰੈਫਰ ਕਰ ਸਕਦੇ ਹੋ, ਜਿਵੇਂ ORF ਹੋ ਗਈ, ਹੈ ਨਾ। ਇਸ ਤੋਂ ਇਲਾਵਾ ਤੁਹਾਡਾ ਇੱਕ ਪੀਅਰ ਗਰੁੱਪ ਵੀ ਹੋਏਗਾ, ਤੁਸੀਂ ਆਪਸ ਦੇ ਵਿੱਚ ਡਿਸਕਸ ਕਰੋ। ਤੁਹਾਡਾ ਆਪਸ਼ਨਲ ਜਾਂ ਸਬਜੈਕਟ ਹੈ ਪੋਲੀਟੀਕਲ ਸਾਇੰਸ? ਮੈਮ ਮੈਂ UPSC CDS ਐਗਜ਼ਾਮੀਨੇਸ਼ਨ ਦੀ ਪ੍ਰੀਪਰੇਸ਼ਨ ਕਰ ਰਿਹਾ, ਜਿਵੇਂ ਕਿ ਉਹ ਸਿਸਟਰ ਨੇ ਬੋਲਿਆ ਕਿ NDA ਕਰ ਰਹੇ ਆ, ਉਹ 12th ਤੋਂ ਬਾਅਦ ਹੁੰਦੀ ਹੈ, ਲੇਕਿਨ ਜੋ CDS ਹੈ ਉਹ ਗ੍ਰੈਜੂਏਸ਼ਨ ਤੋਂ ਬਾਅਦ ਹੁੰਦੀ ਹੈ। ਹਾਂਜੀ, ਤੇ ਜਿਵੇਂ ਕਿ ਉਹ ਇੰਟਰਵਿਊਜ਼ ਦੇ ਅੰਦਰ ਤੇ ਆਪਣਾ ਉਹ ਵੀ UPSC ਦਾ ਐਗਜ਼ਾਮ ਹੀ ਹੈ, ਤੇ ਉਹਦੇ ਅੰਦਰ ਇੰਟਰਨੈਸ਼ਨਲ ਰਿਲੇਸ਼ਨ ਤੇ ਨੈਸ਼ਨਲ ਇਸ਼ੂਜ਼ ਬਾਰੇ ਉਹ ਜ਼ਿਆਦਾ ਪੁੱਛਦੇ ਆ। ਤੇ ਮੈਂ ਤੇ ਜੀਓਪੋਲਿਟਿਕਸ ਤਾਂ ਡਿਫੈਂਸ ਦੇ ਅੰਦਰ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੈ, ਤੇ ਇਸ ਕਰਕੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਉਸ ਦੇ ਰਿਲੇਟਡ ਮੈਨੂੰ ਥੋੜਾ ਗਾਈਡੈਂਸ ਦਿਓ। ਓਕੇ, ਸੋ ਫਸਟ ਇਜ਼ ਨਿਊਜ਼ਪੇਪਰ, ਠੀਕ ਹੈ। ਤੁਸੀਂ ਰੋਜ਼ ਆਪਣਾ ਜਿਹੜਾ ਵਰਲਡ ਵਾਲਾ ਪੇਜ ਹੈ ਨਾ, ਉਹਨੂੰ ਅੱਛੇ ਤਰੀਕੇ ਨਾਲ ਪੜ੍ਹਨਾ ਐਂਡ ਉਸ ਤੋਂ ਬਾਅਦ ਨਾ ਹਰੇਕ ਕੰਟਰੀ ਬਾਰੇ ਆਪਣਾ ਇੰਡੀਆ ਦੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨਸ ਨੇ ਉਹ ਤੁਹਾਡੇ ਪਹਿਲਾਂ ਨੋਟਸ ਤਿਆਰ ਕਰ ਲਓ, ਤੇ ਤੁਹਾਡੇ ਦਿਮਾਗ ਦੇ ਵਿੱਚ ਹੋਣੇ ਚਾਹੀਦੇ ਨੇ ਕਿ ਇੰਡੀਆ ਦੇ ਪਾਕਿਸਤਾਨ ਨਾਲ ਕਿਵੇਂ ਨੇ, ਇੰਡੀਆ ਦੇ ਆਪਣੇ ਨੇਬਰਹੁੱਡ ਦੇ ਵਿੱਚ USA ਦੇ ਨਾਲ, ਵੈਸਟ ਏਸ਼ੀਆ 'ਚ ਕੀ ਚੱਲ ਰਿਹਾ, ਪੂਰੇ ਜੋ ਵਰਲਡ ਮੈਪ ਹੈ ਨਾ ਉਹਨੂੰ ਆਪਣੇ ਦਿਮਾਗ ਦੇ ਵਿੱਚ ਬਣਾ ਕੇ ਰੱਖੋ। ਮੈਪਿੰਗ ਤੁਹਾਡੀ ਟਿਪਸ ਦੇ ਉੱਪਰ ਹੋਣੀ ਚਾਹੀਦੀ ਹੈ। ਕੋਈ ਵੀ ਇਸ਼ੂ ਚੱਲ ਰਿਹਾ ਨਾਲ ਦੀ ਨਾਲ ਤੁਸੀਂ ਉਹਨੂੰ ਲੋਕੇਟ ਕਰ ਲਓ। ਜਦੋਂ ਆਪਾਂ ਵਿਜ਼ੂਅਲ ਇਮੇਜ ਬਣਾਉਂਦੇ ਹਾਂ ਉਦੋਂ ਆਪਾਂ ਨੂੰ ਜ਼ਿਆਦਾ ਕਲੈਰਿਟੀ ਹੁੰਦੀ ਹੈ। ਤੇ ਕੁਛ ਨਾ ਇਹਦੇ ਵਿੱਚ ਇਹ ਹੁੰਦਾ ਕਿ ਇੱਕ ਨੈਸ਼ਨਲ ਇੰਟਰਸਟ ਕਰਕੇ ਇੱਕ ਟਰਮ ਹੈ, ਉਹ ਸਾਨੂੰ ਇੱਕ ਉਹ ਸਮਝ ਲਈ ਇਹਨੇ ਵੀ ਹਰੇਕ ਨੇਸ਼ਨ ਦਾ ਆਪਣਾ ਆਪਣਾ ਇੱਕ ਇੰਟਰਸਟ ਹੈ, ਵੀ ਉਹਨੇ ਆਹ ਡਿਸੀਜਨ ਇਸ ਕਰਕੇ ਲਿਆ। USA ਵੈਸਟ ਏਸ਼ੀਆ 'ਚ ਕਿਉਂ ਆ ਰਿਹਾ, ਈਰਾਨ ਦੇ ਨਾਲ ਕਿਉਂ ਵਾਰ ਚੱਲ ਰਹੀ ਆ, ਉਹਦਾ ਆਨਸਰ ਤੁਹਾਨੂੰ ਉਹਦੇ ਨੈਸ਼ਨਲ ਇੰਟਰਸਟ ਤੋਂ ਪਤਾ ਚੱਲੇਗਾ, ਠੀਕ ਹੈ। ਜੀਓਪੋਲਿਟਿਕਸ ਦੀ ਜੇ ਕੋਈ ਆਪਾਂ ਕਰੰਸੀ ਕਹੀਏ ਨਾ ਤਾਂ ਇਟ ਇਜ਼ ਨੈਸ਼ਨਲ ਇੰਟਰਸਟ, ਠੀਕ ਹੈ। ਜੋ ਇਹਦੇ ਕੁਛ ਬੇਸਿਕ ਕੰਸੈਪਟ ਨੇ, ਪਾਵਰ ਕੀ ਹੁੰਦੀ ਆ, ਸਿਕਿਉਰਿਟੀ ਕੀ ਹੁੰਦੀ ਹੈ, ਨੇਸ਼ਨ ਵਾਰਸ ਦੇ ਉੱਪਰ ਕਿਉਂ ਜਾਂਦੇ ਨੇ, ਹੈ ਨਾ। ਇਹ ਜੋ ਬੇਸਿਕ ਚੀਜ਼ਾਂ ਨੇ ਇਹਦੀ ਤੁਸੀਂ ਕਲੈਰਿਟੀ ਆਪਣੇ ਕੋਲ ਰੱਖੋ। ਤੁਸੀਂ ਇਹਨੂੰ ਗੂਗਲ ਕਰ ਸਕਦੇ ਹੋ ਜਾਂ ਕਿਸੇ ਅੱਛੇ ਟੀਚਰ ਤੋਂ ਪੁੱਛ ਸਕਦੇ ਹੋ, ਤੁਸੀਂ ਪੋਲੀਟੀਕਲ ਸਾਇੰਸ ਦੇ ਟੀਚਰਸ ਤੋਂ ਪੁੱਛ ਸਕਦੇ ਹੋ, ਇਹ ਤੁਹਾਨੂੰ ਅੱਛਾ ਗਾਈਡ ਕਰਨਗੇ, ਹੈ ਨਾ। ਸੋ ਬੇਸ ਆਪਣਾ ਇੱਕ ਤਾਂ ਤਿਆਰ ਕਰ ਲਓ ਇੰਟਰਨੈਸ਼ਨਲ ਰਿਲੇਸ਼ਨ ਦਾ, ਜੀਓਪੋਲਿਟਿਕਸ ਦਾ। ਉਸ ਤੋਂ ਇਲਾਵਾ ਜੋ ਕਰੰਟ ਦੇ ਵਿੱਚ ਚੱਲ ਰਿਹਾ ਉਹਨੂੰ ਸਮਝੋ, ਮੈਪਿੰਗ ਵੀ ਨਾਲ ਦੀ ਨਾਲ ਕਰੋ ਵੀ ਕਿੱਥੇ ਕੀ ਚੀਜ਼ ਹੋ ਰਹੀ ਹੈ, ਐਂਡ ਫਿਰ ਉਹਨੂੰ ਆਪਣੇ ਜੋ ਕਨਸੈਪਟ ਸਮਝੇ ਨੇ ਉਹਨਾਂ ਨਾਲ ਇੰਟਰਲਿੰਕ ਕਰਕੇ ਦੇਖੋ। ਥੈਂਕ ਯੂ ਮੈਮ। ਓਕੇ ਦੀਦੀ ਜੀ, ਜਿਵੇਂ ਤੁਸੀਂ ਕਿਹਾ ਕਿ PYQs ਬਹੁਤ ਇੰਪੋਰਟੈਂਟ ਨੇ, ਤਾਂ 2013 ਤੋਂ ਲੈ ਕੇ ਹੁਣ ਤੱਕ ਦੇ ਪ੍ਰੀਲਿਮਸ ਤੋਂ ਲੈ ਕੇ ਆਪਸ਼ਨਲ ਤੱਕ ਦੇ PYQs ਕਿਵੇਂ ਪ੍ਰੋਪਰਲੀ ਐਨਾਲਾਈਜ਼ ਕਰਨੇ ਚਾਹੀਦੇ ਨੇ? ਪ੍ਰੋਪਰਲੀ ਐਨਾਲਾਈਜ਼ ਫॉर ਪ੍ਰੀਲਿਮਸ ਔਰ ਆਪਸ਼ਨਲ? ਸਾਰਾ ਦੀਦੀ ਮਿਲਾ ਕੇ, ਮੇਨਸ ਪ੍ਰੀਲਿਮਸ। ਓਕੇ ਸਰ, ਜੇ ਆਪਾਂ ਪ੍ਰੀਲਿਮਸ ਦੀ ਗੱਲ ਕਰੀਏ ਤਾਂ ਤੁਸੀਂ ਸਬਜੈਕਟ ਵਾਈਜ਼ ਐਨਾਲਾਈਜ਼ ਕਰੋ ਕਿ ਪੋਲਿਟੀ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਰਹੇ ਨੇ। ਜਦੋਂ ਤੁਸੀਂ ਇਕਨੋਮਿਕਸ ਦੇ ਕੁਐਸਚਨ ਦੇਖੋਗੇ ਤਾਂ ਤੁਸੀਂ ਦੇਖੋਗੇ ਵੀ ਐਨਾਲੀਟੀਕਲ ਜ਼ਿਆਦਾ ਨੇ, ਹੈ ਨਾ, ਉਹ ਘੁਮਾ ਫਿਰਾ ਕੇ ਕਨਸੈਪਟ ਉਹੀ ਪੁੱਛ ਰਹੇ ਨੇ। ਜੀਓਗ੍ਰਾਫੀ ਦੀ ਦੇਖੋਗੇ ਮੈਪਸ ਕਿੰਨਾ ਜ਼ਿਆਦਾ ਪੁੱਛਦੇ ਨੇ, ਵਰਲਡ ਮੈਪ, ਉਹ ਚੀਜ਼ ਕਰਨ ਦੇ ਵਿੱਚ ਚੱਲ ਰਹੀ ਹੁੰਦੀ ਹੈ ਤੇ ਵਰਲਡ ਮੈਪ ਦੇ ਵਿੱਚ ਆਪਾਂ ਨੇ ਲੋਕੇਟ ਕਰਨੀ ਹੁੰਦੀ ਹੈ, ਉਹ ਪੁੱਛਦੇ ਨੇ, ਰਾਈਟ। ਤੇ ਆਪਾਂ ਮਤਲਬ ਸਬਜੈਕਟ ਵਾਈਜ਼ ਐਨਾਲਾਈਜ਼ ਕਰੋ ਕਿ ਕਿਸ ਸਬਜੈਕਟ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਰਹੇ ਨੇ। ਕੁਛ ਆਪਣੇ ਰਿਪੀਟਿਡ ਥੀਮਸ ਹੁੰਦੇ ਨੇ, ਬਾਰ-ਬਾਰ ਉਹੀ ਥੀਮ ਬਾਰ-ਬਾਰ ਪੁੱਛਿਆ ਜਾਂਦਾ, ਰਾਈਟ। ਤਾਂ ਤੁਸੀਂ ਉਹ ਥੀਮਸ ਨੂੰ ਆਈਡੈਂਟੀਫਾਈ ਕਰਕੇ ਉੱਥੇ ਆਪਣੀ ਕਨਸੈਪਚੁਅਲ ਕਲੈਰਿਟੀ ਬਣਾਉਣੀ ਹੈ। ਉਸ ਤੋਂ ਇਲਾਵਾ ਤੁਸੀਂ ਇਹ ਵੀ ਦੇਖਣਾ ਵੀ ਆਪਣੇ ਆਨਸਰ ਨਾ ਅੱਖਾਂ ਦੇ ਸਾਹਮਣੇ ਹੁੰਦਾ, ਉਹ ਕੋਈ ਨਾ ਕੋਈ ਕਲੂ ਦਿੰਦੇ ਹੁੰਦੇ ਨੇ, ਉਹ ਕਲੂ ਨੂੰ ਕਿਵੇਂ ਆਈਡੈਂਟੀਫਾਈ ਕਰਨਾ। PYQs ਨੂੰ ਬਾਰ-ਬਾਰ ਪ੍ਰੈਕਟਿਸ ਕਰਕੇ ਤੁਸੀਂ ਉਹਨੂੰ ਯੂਜ਼ ਕਰਨੀ ਹੈ। ਇਸ ਤੋਂ ਇਲਾਵਾ ਮੇਨਸ ਦੇ ਲਈ ਵੀ ਤੁਸੀਂ ਫਿਰ ਉਹਨੂੰ ਸਬਜੈਕਟ ਵਾਈਜ਼ ਦੇਖ ਸਕਦੇ ਹੋ, ਟੌਪਿਕ ਵਾਈਜ਼ ਦੇਖ ਸਕਦੇ ਹੋ ਵੀ ਇਸ ਪਰਟੀਕੂਲਰ ਟੌਪਿਕ 'ਚ ਕਿਸ ਤਰ੍ਹਾਂ ਦੇ ਕੁਐਸਚਨਸ ਆ ਰਹੇ ਨੇ। ਫਿਰ ਉਹਦੇ ਤੁਹਾਡੇ ਨੋਟਸ ਵੀ ਤਿਆਰ ਹੋਣੇ ਚਾਹੀਦੇ ਨੇ, ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਤੇ ਉਹਨੂੰ ਫਿਰ ਲਿਖ ਕੇ ਵੀ ਪ੍ਰੈਕਟਿਸ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਮੈਮ ਆਪਾਂ ਜਰਨਲੀ ਦੇਖਦੇ ਹਾਂ ਵੀ ਡਿਸਿਪਲਿਨ ਜਾਂ ਕੰਟੀਨਿਊਟੀ ਗੁੱਡ ਆ ਫੋਰ ਮੋਟੀਵੇਸ਼ਨ, ਹੈ ਨਾ। ਬਟ ਜਦੋਂ ਆਪਾਂ ਉਹ ਚੀਜ਼ ਨੂੰ ਪ੍ਰੈਕਟੀਕਲੀ ਦੇਖਦੇ ਹਾਂ, ਲਾਈਕ ਤੁਸੀਂ ਆਪ ਮਤਲਬ 1 ਬਾਏ 1 ਹੈ ਨਾ ਕੰਟੀਨਿਊਸਲੀ 3 ਫੇਲੀਅਰ ਫੇਸ ਕੀਤੇ ਆ, ਤਾਂ ਇੱਕ ਉਹ ਕਿਹੜੀ ਚੀਜ਼ ਸੀ ਜਿਹਨੇ ਤੁਹਾਡਾ ਪੋਜ਼ਿਟਿਵ ਔਰਾ ਮੇਨਟੇਨ ਕੀਤਾ, ਜਾਂ ਕਿਸ ਚੀਜ਼ ਨੇ ਤੁਹਾਨੂੰ ਇੰਨਾ ਮੋਟੀਵੇਟ ਕੀਤਾ? ਓਕੇ, ਸੋ ਹਾਂ, ਡਿਸਿਪਲਿਨ ਅਤੇ ਕੰਸਿਸਟੈਂਸੀ ਹੈ ਨਾ, ਤੁਸੀਂ ਕਿਹਾ ਕਿ ਉਹ ਵੀ ਜ਼ਰੂਰੀ ਹੈ, ਪਰ ਇਸ ਤੋਂ ਇਲਾਵਾ ਫੇਲੀਅਰਸ ਤੋਂ ਬਾਅਦ ਵੀ ਦੁਬਾਰਾ ਆਪਾਂ ਉਸੇ ਤਿਆਰੀ ਦੇ ਵਿੱਚ ਪੈ ਜਾਂਦੇ ਹਾਂ। ਉਹਦੇ ਲਈ ਨਾ ਇੱਕ ਆਪਣੇ ਕੋਲ ਇੱਕ ਚੀਜ਼ ਹੈ, ਜੇ ਆਪਾਂ ਨੂੰ ਇਹ ਪਤਾ ਨਾ ਕਿ ਵਾਈ ਆਈ ਐਮ ਡੂਇੰਗ ਦਿਸ, ਵੀ ਜੇ ਮੇਰਾ ਵਾਈ ਕਲੀਅਰ ਹੈ ਵੀ ਮੇਰਾ ਇਹ ਗੋਲ ਕਿਉਂ ਬਣਿਆ ਸੀ, ਮੈਂ ਇਹ ਕਿਹਦੇ ਲਈ ਕਰਨਾ ਚਾਹੁੰਦੀ ਹਾਂ, ਜਿਵੇਂ ਮੈਂ ਆਪਣੇ ਪੈਰੈਂਟਸ ਲਈ ਕਰਨਾ ਚਾਹੁੰਦੀ ਹਾਂ, ਜਾਂ ਫਿਰ ਮੈਂ ਆਪਣੀ ਖੁਦ ਦੀ ਡਿਗਨਿਟੀ, ਰਿਸਪੈਕਟ ਜਾਂ ਕੋਈ ਇੱਕ ਪੋਜੀਸ਼ਨ ਨੂੰ ਯੂਜ਼ ਕਰਕੇ ਕੋਈ ਸੁਸਾਇਟੀ ਲਈ ਕੁਝ ਕਰਨਾ ਚਾਹੁੰਦੀ ਹਾਂ, ਜੇ ਉਹਦੀ ਕਲੈਰਿਟੀ ਹੈ ਕਿ ਮੈਂ ਇਹ ਕਿਉਂ ਕਰਨਾ ਚਾਹੁੰਦੀ ਹਾਂ, ਦੈਨ ਫਿਰ ਤੁਸੀਂ ਜਿੰਨੇ ਮਰਜ਼ੀ ਫੇਲੀਅਰਸ ਆ ਜਾਣ, ਚੈਲੰਜਸ ਆ ਜਾਣ, ਸਟਿਲ ਯੂ ਆਰ ਕੰਟੀਨਿਊਸਲੀ ਔਨ ਦੈਟ ਜਰਨੀ। ਸੋ ਇੱਕ ਉਹ ਮਾਈਂਡਸੈਟ ਬਣਾਉਣ ਦੇ ਲਈ ਤੁਹਾਡੇ ਮਨ ਦੇ ਵਿੱਚ ਉਹ ਕਲੀਅਰ ਹੋਣਾ ਚਾਹੀਦਾ ਕਿ ਇਹ ਗੋਲ ਮੈਂ ਕਿਉਂ ਬਣਾਇਆ ਸੀ, ਠੀਕ ਹੈ, ਕਿਉਂ ਦਾ ਆਨਸਰ ਤੁਹਾਡੇ ਕੋਲ ਹੋਣਾ ਚਾਹੀਦਾ। ਥੈਂਕ ਯੂ ਸੋ ਮਚ। I really appreciate the way she's handled the questions. Or ਜਿਹੜਾ word instead of failure she has used challenge. Failure use ਹੀ ਨਾ ਕਰੋ,
Take it as a challenge. Okay, first attempt, no. It's a challenge for you now ਕਿ ਤੁਸੀਂ ਇਸੀ ਚੀਜ਼ ਨੂੰ ਹੁਣ ਸੈਕਿੰਡ ਵਾਰੀ ਥਰਡ ਵਾਰੀ ਉਹ ਕੰਸਿਸਟੈਂਸੀ ਆਪੇ ਆ ਜਾਂਦੀ ਜਦੋਂ ਪੰਜਾਬੀ ਦਾ ਵੈਸੇ ਹੀ ਇਹੋ ਜਿਹੇ ਹੁੰਦੇ ਨਾ ਆਪਾਂ ਤਾਂ ਆਮ ਕੰਮ ਕਰਨਾ ਅੱਛਾ ਨਹੀਂ ਲੱਗਦਾ ਜਦੋਂ ਵਰਡ ਚੈਲੰਜ ਆ ਜਾਂਦਾ then we like it. So that's a very good thing that you have said ਕਿ instead of failure you take it as a challenge. Yes. Or and another thing she said ਕਿ ਤੁਹਾਡਾ ਹਰ ਸਟੈਪ ਹੈ I will not call it a failure ਹਰ ਸਟੈਪ 'ਚੋਂ ਤੁਸੀਂ ਕੁਝ ਲਰਨ ਕਰ ਰਹੇ ਹੋ ਠੀਕ ਹੈ ਨਾ ਸੋ ਜਿਹੜਾ ਕੋਈ ਤੁਹਾਨੂੰ ਕੁਝ ਬੋਲ ਵੀ ਰਿਹਾ ਤੁਸੀਂ ਉਸ ਤੋਂ ਬੈਟਰ ਹੋਗੇ because you are focusing on yourself that person is focusing on you ਤਾਂ ਤੁਸੀਂ ਤਾਂ ਪਹਿਲਾਂ ਹੀ ਇੰਪੋਰਟੈਂਟ ਹੋਗੇ ਠੀਕ ਹੈ ਨਾ ਉਹ ਸਾਰਿਆਂ ਨੂੰ ਛੱਡ ਕੇ ਆਪਣੇ ਆਪ ਨੂੰ ਛੱਡ ਕੇ ਤੁਹਾਡੇ ਤੇ ਫੋਕਸ ਕਰ ਰਹੇ ਤਾਂ ਤੁਸੀਂ ਇੰਪੋਰਟੈਂਟ ਹੋਗੇ why are you important because you are doing something ਜਦੋਂ ਇੰਗ ਲੱਗ ਗਿਆ ਨਾ then you are on the right path so like she said ki you are learning on each stage this is what I have learned from you today so मैं अपनी revision कर रही हूँ good very good I am really impressed the way you have handled the questions very good ਬਹੁਤ ਬਹੁਤ ਧੰਨਵਾਦ ਸਿਮਰਨ ਆਸ ਕਰਦੇ ਹਾਂ ਕਿ ਸਿਮਰਨ ਵੱਲੋਂ ਦਿੱਤੀਆਂ ਗਈਆਂ ਸੁਜੈਸ਼ਨਸ ਸਟੂਡੈਂਟਸ ਦੇ ਬਹੁਤ ਕੰਮ ਆਉਣਗੀਆਂ ਹੁਣ ਮੈਂ ਹੈੱਡ ਆਫ ਦੀ ਡਿਪਾਰਟਮੈਂਟ ਡਾਕਟਰ ਜਗਤਾਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸਾਡੇ ਸਾਹਮਣੇ ਰੱਖਣ ਧੰਨਵਾਦ ਜੀ ਬਹੁਤ ਬਹੁਤ ਸਭ ਤੋਂ ਪਹਿਲਾਂ ਮੈਂ ਸਿਮਰਨ ਦਾ ਬਹੁਤ ਧੰਨਵਾਦ ਕਰਦਾ ਕਿ ਕਈ ਦਿਨ ਤੋਂ ਸਾਡੀ ਕੋਸ਼ਿਸ਼ ਸੀ ਕਿਤੇ ਸਾਡਾ ਕੋਈ ਸ਼ਡਿਊਲ ਇੱਦਾਂ ਸੀ ਕਿਤੇ ਉਹਦਾ ਵੀ ਅੱਜ ਕੱਲ੍ਹ ਸ਼ਡਿਊਲ ਥੋੜ੍ਹਾ ਜਿਹਾ ਬਿਜੀ ਚੱਲਦਾ ਅਤੇ ਮੈਨੂੰ ਜ਼ਰੂਰ ਸੀ ਕਿ ਇਹਦੇ ਟ੍ਰੇਨਿੰਗ 'ਤੇ ਜਾਣ ਤੋਂ ਪਹਿਲਾਂ ਇੱਕ ਸੈਸ਼ਨ ਹੋ ਜਾਣਾ ਚਾਹੀਦਾ ਜਿਹੜਾ ਕਿ ਜਦੋਂ ਪਹਿਲੀ ਵਾਰੀ ਇਹਨੂੰ ਅਸੀਂ ਕਾਲਜ ਬੁਲਾਇਆ ਸੀ ਉਦੋਂ ਫੰਕਸ਼ਨ ਸਾਡਾ ਥੋੜ੍ਹਾ ਜਿਹਾ ਫਾਰਮਲ ਸੀ ਉਹਦੇ 'ਚ ਇਹ ਸੈਸ਼ਨ ਨਹੀਂ ਸੀ ਹੋ ਸਕਿਆ ਤਾਂ ਮੈਂ ਵੀ ਲਗਾਤਾਰ ਅਤੇ ਸਿਮਰਨ ਵੀ ਜੇ ਕਦੇ ਮੈਂ ਭੁੱਲ ਜਾਣਾ ਤਾਂ ਸਿਮਰਨ ਦਾ ਮੈਸੇਜ ਆ ਜਾਣਾ ਵੀ ਸਰ ਉਹ ਕਦੋਂ ਆਉਣਾ ਜੀ ਕਿੱਦਾਂ ਕਰਨਾ ਤਾਂ ਸਭ ਤੋਂ ਪਹਿਲਾਂ ਮੈਂ ਉਹਦਾ ਧੰਨਵਾਦ ਕਰਦਾ ਕਿ ਉਹਨੇ ਬੇਸ਼ੱਕ ਸਾਡੀ ਬੱਚੀ ਹੈ ਬਟ ਫਿਰ ਵੀ ਹੁਣ ਉਹਦੀਆਂ ਰਿਸਪੌਂਸਿਬਿਲਿਟੀ ਸਿਰਫ ਸਾਡੇ ਤੱਕ ਨਹੀਂ ਉਹਦੀਆਂ ਪੂਰੀ ਸੁਸਾਇਟੀ ਦੇ ਲਈ ਜਾਂ ਪੂਰੇ ਨੇਸ਼ਨ ਦੇ ਲਈ ਉਹਦੀਆਂ ਰਿਸਪੌਂਸਿਬਿਲਿਟੀਜ਼ ਨੇ ਉਹਦੇ ਬਾਵਜੂਦ ਵੀ ਉਹਨੇ ਸਾਡੇ ਲਈ ਟਾਈਮ ਸਪੇਅਰ ਕੀਤਾ ਉਹਦੇ ਲਈ ਉਹਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਇਲਾਵਾ ਮੈਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਜੀ ਉੱਬਾ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਸਰ ਸਾਨੂੰ ਹਮੇਸ਼ਾ ਹੀ ਮੈਨੂੰ ਯਾਦ ਹੈ ਕਿ ਪਿਛਲੇ 8-10 ਸਾਲਾਂ ਤੋਂ ਸਰ ਇਸ ਚੀਜ਼ ਦੇ ਵਿੱਚ ਲੱਗੇ ਹੋਏ ਸੀ ਵੀ ਅਸੀਂ ਕੰਪੀਟੀਸ਼ਨ ਦੇ ਲਈ ਬੱਚੇ ਤਿਆਰ ਕਰਨੇ ਨੇ ਤਾਂ ਉਹ ਵੀ ਇਹਦਾ ਰਿਜ਼ਲਟ ਆਉਣ ਤੋਂ ਬਾਅਦ ਸਰ ਹੋਰ ਜ਼ਿਆਦਾ ਉਤਸ਼ਾਹਿਤ ਹੋਏ ਨੇ ਅਤੇ ਅੱਗੇ ਵੀ ਅਸੀਂ ਲਗਾਤਾਰ ਇਹ ਐਫਰਟ ਨੇ ਜਿਹੜੇ ਉਹ ਜਾਰੀ ਰੱਖਾਂਗੇ ਇਸ ਲਈ ਪ੍ਰਿੰਸੀਪਲ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਸਾਡੇ ਡਿਪਟੀ ਪ੍ਰਿੰਸੀਪਲ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਉਹ ਵੀ ਸਾਨੂੰ ਹਮੇਸ਼ਾ ਹੀ ਪੋਜ਼ੀਟਿਵ ਤਰੀਕੇ ਦੇ ਨਾਲ ਮੋਟੀਵੇਟ ਕਰਦੇ ਨੇ ਅਤੇ ਇੱਦਾਂ ਦੀ ਐਕਟੀਵਿਟੀਜ਼ ਕਰਨ ਦੇ ਲਈ ਹਮੇਸ਼ਾ ਹੀ ਹੱਲਾਸ਼ੇਰੀ ਦਿੰਦੇ ਨੇ ਅਤੇ ਅੱਜ ਵੀ ਉਹ ਸਾਡੇ ਇਸ ਫੰਕਸ਼ਨ ਦੇ ਵਿੱਚ ਆਏ ਇਸ ਲਈ ਮੈਂ ਮੈਮ ਦਾ ਵੀ ਧੰਨਵਾਦ ਕਰਦਾ ਬਾਕੀ ਸਾਰੇ ਸਟਾਫ ਮੈਂਬਰ ਜਿਹੜੇ ਬੇਸ਼ੱਕ ਅਲੱਗ-ਅਲੱਗ ਡਿਪਾਰਟਮੈਂਟਾਂ ਤੋਂ ਆਏ ਨੇ ਬਟ ਸ਼ੁਰੂ ਤੋਂ ਹੀ ਜਿਵੇਂ ਸਾਡੇ ਰਜਿਸਟਰਾਰ ਮੈਮ ਡਾਕਟਰ ਇੰਦਰਬੀਰ ਜੀ ਪ੍ਰੋਫੈਸਰ ਗੁਰਪਾਲ ਸਿੰਘ ਜੀ ਸਰਬਜੀਤ ਸਰ ਡਾਕਟਰ ਗੋਰਖ ਡਾਕਟਰ ਰਾਜਵਿੰਦਰ ਡਾਕਟਰ ਸਪਨਾ ਬਾਕੀ ਵੀ ਸਾਰੇ ਸਟਾਫ ਮੈਂਬਰਸ ਨੇ ਜਿਹੜੇ ਉਹ ਹਮੇਸ਼ਾ ਹੀ ਇੱਕ ਕੁਐਰੀ ਹੁੰਦੀ ਸੀ ਕਿ ਜਦੋਂ ਨੈਕਸਟ ਟਾਈਮ ਸਿਮਰਨ ਆਊਗੀ ਤਾਂ ਅਸੀਂ ਜ਼ਰੂਰ ਉਹਨੂੰ ਸੁਣਨਾ ਹੈ ਉਹ ਪ੍ਰੋਗਰਾਮ ਸਾਡੇ ਤੋਂ ਮਿਸ ਹੋ ਗਿਆ ਸੀ ਕਿਉਂਕਿ ਇੰਨੀ ਜਲਦੀ ਦੇ ਵਿੱਚ ਉਹ ਪ੍ਰੋਗਰਾਮ ਹੋਇਆ ਸੀ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਇਸ ਤੋਂ ਇਲਾਵਾ ਫਿਰ ਮੈਂ ਬਾਕੀ ਆਪਣੇ ਵਿਭਾਗ ਦਾ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਹੀ ਹਰੇਕ ਐਕਟੀਵਿਟੀ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਦਿੰਦੇ ਨੇ ਅਤੇ ਸਭ ਤੋਂ ਜ਼ਿਆਦਾ ਧੰਨਵਾਦ ਬੱਚਿਆਂ ਦਾ ਮੈਨੂੰ ਲੱਗਦਾ ਸੀ ਵੀ ਕਿਤੇ 2-3 ਘੰਟੇ ਹੋਰ ਨਾ ਲੱਗ ਜਾਣ ਕਿਉਂਕਿ ਇੰਨੀਆਂ ਜ਼ਿਆਦਾ ਕੁਐਰੀ ਹਲੇ ਵੀ ਸ਼ਾਇਦ ਕੁਝ ਬੱਚੇ ਰਹਿ ਗਏ ਹੋਣਗੇ ਕੋਈ ਗੱਲ ਨਹੀਂ ਸਿਮਰਨ ਸਾਡੇ ਕੋਲ ਹੀ ਹੈ ਬੇਸ਼ੱਕ ਜਿੱਥੇ ਮਰਜ਼ੀ ਡਿਊਟੀ ਹੋਵੇ ਆਪਾਂ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਹੈ ਨਾ ਜੇ ਕੋਈ ਮਜਬੂਰੀ ਵੀ ਹੋਊਗੀ ਤਾਂ ਅੱਜ ਕੱਲ੍ਹ ਔਨਲਾਈਨ ਵੀ ਚੀਜ਼ਾਂ ਪੋਸੀਬਲ ਨੇ ਆਪਾਂ ਹਮੇਸ਼ਾ ਹੀ ਇਹਦੇ ਟੱਚ ਦੇ ਵਿੱਚ ਰਹਾਂਗੇ ਤਾਂ ਅਸੀਂ ਅੱਗੇ ਹਮੇਸ਼ਾ ਹੀ ਕੋਸ਼ਿਸ਼ ਕਰਾਂਗੇ ਕਿ ਇਸ ਤਰੀਕੇ ਦੇ ਪ੍ਰੋਗਰਾਮ ਨੇ ਜਿਹੜੇ ਉਹ ਆਰਗੇਨਾਈਜ਼ ਕੀਤੇ ਜਾਣ ਇਹ ਲਗਾਤਾਰ ਲੜੀ ਹੈ ਜਿਹੜੀ ਉਹ ਚੱਲਣੀ ਚਾਹੀਦੀ ਹੈ ਅਤੇ ਮੋਟੀਵੇਸ਼ਨ ਹੈ ਜਿਹੜੀ ਤੁਹਾਨੂੰ ਮਿਲਦੀ ਰਹਿਣੀ ਚਾਹੀਦੀ ਹੈ ਅਤੇ ਇੱਕ ਵਾਰ ਫਿਰ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ